ਕੱਲਾ ਕੱਲਾ ਬੱਚਾ ਇੱਥੇ ਕਨੈਕਟਡ ਦਿਖਣਾ ਚਾਹੀਦਾ ਤਾਂ ਕਿ ਪਤਾ ਲੱਗੇ ਕਿ ਤੁਸੀਂ ਜੁੜੇ ਹੋਏ ਹੋ। ਜੁੜਨ ਨਾਲ ਕੀ ਹੈ, ਮੈਨੂੰ ਵੀ ਮੋਟੀਵੇਸ਼ਨ ਹੁੰਦੀ ਹੈ ਜਿਹੜਾ ਕਨਸੈਪਟ ਮੈਂ ਸਮਝਾ ਰਿਹਾ, ਤੇ ਤੁਹਾਨੂੰ ਵੀ ਮੋਟੀਵੇਸ਼ਨ ਹੁੰਦੀ ਹੈ ਕਿ ਹਾਂ ਸਾਨੂੰ ਸਮਝ ਆ ਰਿਹਾ ਜਾਂ ਨਹੀਂ ਆ ਰਿਹਾ। ਠੀਕ ਹੈ ਜੀ, ਯੈਸ অর ਨੋ? ਠੀਕ ਹੈ। ਤੇ ਆਪਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈਗਾ ਐਗਰੀ ਐਂਡ ਡਿਸਐਗਰੀ ਐਸੇ। ਠੀਕ ਹੈ, ਇਹਨੂੰ ਕੀ ਕਹਿ ਦਿੰਦੇ ਦੂਜੇ ਵਰਡਸ ਵਿੱਚ? ਓਪੀਨੀਅਨ ਐਸੇ ਕਹਿ ਦਿੰਦੇ ਆ। ਇਹੀ ਕਹਿੰਦੇ ਕਿ ਨਹੀਂ ਕਹਿੰਦੇ? ਕੀ ਇਹ ਓਪੀਨੀਅਨ ਐਸੇ ਹੁੰਦੇ ਆ? ਬਾਕੀ ਬੋਲਦੇ ਨਹੀਂ ਕਿ ਇਹ ਓਪੀਨੀਅਨ ਐਸੇ ਹੁੰਦੇ ਕਿ ਐਗਰੀ ਡਿਸਐਗਰੀ ਐਸੇ ਹੁੰਦੇ ਆ? ਬੋਲੋ, ਤੁਸੀਂ ਇੰਨੇ ਟਾਈਮ ਹੋ ਗਏ। ਹਾਂਜੀ, ਓਪੀਨੀਅਨ ਐਸੇ। ਇਹ ਓਪੀਨੀਅਨ ਐਸੇ ਹੁੰਦੇ ਆ। ਜਿਵੇਂ ਕੱਲ ਆਪਾਂ ਡਿਸਕਸ਼ਨ ਐਸੇ ਕੀਤਾ ਸੀ, ਇਹ ਓਪੀਨੀਅਨ ਐਸੇ ਆ। ਹੁਣ ਆਪਾਂ ਟੌਪਿਕ ਕੀ ਆ, ਇਹਦਾ ਸਟਰਕਚਰ ਕੀ ਆ, ਬੇਸਿਕ ਇਹੋ ਜਿਹੇ ਤਰੀਕੇ ਨਾਲ ਆਪਾਂ ਇਸ ਚੀਜ਼ ਨੂੰ ਪੜ੍ਹਨਾ ਕਿ ਅੱਜ ਦੀ ਕਲਾਸ ਤੋਂ ਬਾਅਦ ਜਿੰਨੇ ਵੀ ਸਟੂਡੈਂਟਸ ਇੱਥੇ ਬੈਠੇ ਆ, ਜਿੰਨੇ ਵੀ ਆਪਾਂ ਨੂੰ YouTube ਤੇ ਦੇਖ ਰਹੇ ਆ, ਅੱਜ ਦੀ ਕਲਾਸ ਤੋਂ ਬਾਅਦ ਉਹਨੂੰ ਐਗਰੀ ਡਿਸਐਗਰੀ ਐਸੇਸ ਦੇ ਵਿੱਚ ਕੋਈ ਵੀ ਡਾਊਟ ਨਾ ਰਵੇ, ਕੋਈ ਵੀ ਪ੍ਰੋਬਲਮ ਨਾ ਰਵੇ। ਅੱਜ ਇੱਕੋ ਕਲਾਸ ਦੇ ਵਿੱਚ ਸਾਰਾ ਕਨਸੈਪਟ ਕਲੀਅਰ ਹੋ ਜਾਵੇ। ਇਸ ਚੀਜ਼ ਉੱਤੇ ਆਪਾਂ ਫੋਕਸ ਕਰਨਾ। ਆਪਾਂ ਇਸ ਚੀਜ਼ ਨੂੰ ਕਨਸੈਪਚੁਅਲ ਬੇਸ ਤੇ ਚੱਕਣਾ, ਜਿੱਦਾਂ ਆਪਾਂ ਕੱਲ ਕੀਤਾ ਸੀ। ਕੱਲ ਦਾ ਡਿਸਕਸ਼ਨ ਐਸੇ ਦਾ ਸਾਰਾ ਕਨਸੈਪਟ ਕਲੀਅਰ ਹੋ ਗਿਆ ਸਾਰਿਆਂ ਨੂੰ? ਕੋਈ ਪ੍ਰੋਬਲਮ ਹੋਵੇ ਉਹਦੇ ਕਨਸੈਪਟ ਵਿੱਚ, ਸਟਰਕਚਰ ਵਿੱਚ, ਲਿਖਣਾ ਕਿਵੇਂ ਇਹਦੇ ਵਿੱਚ, ਕੋਈ ਪ੍ਰੋਬਲਮ ਨਹੀਂ? ਵਰਡ ਲਿਮਿਟ ਦੀ ਕੋਈ ਪ੍ਰੋਬਲਮ ਨਹੀਂ ਆਈ? ਠੀਕ ਹੈ। ਉਸੇ ਤਰੀਕੇ ਨਾਲ ਅੱਜ ਆਪਾਂ ਐਗਰੀ ਜਾਂ ਡਿਸਐਗਰੀ ਐਸੇ ਨੂੰ ਕਰਾਂਗੇ। ਪਹਿਲਾਂ ਆਪਾਂ ਆਪਦੀ ਇੰਟਰੋਡਕਸ਼ਨ ਨੂੰ ਪੜਾਂਗੇ, ਕੀ ਆ ਟੌਪਿਕ, ਫਿਰ ਇਹਦਾ ਸਟਰਕਚਰ ਦੇਖਾਂਗੇ ਕਿਸ ਤਰੀਕੇ ਨਾਲ ਲਿਖਣਾ ਇਹਨੂੰ। ਠੀਕ ਹੈ। ਦੋ ਤਰੀਕਿਆਂ ਦੇ ਐਗਰੀ ਡਿਸਐਗਰੀ ਹੁੰਦੇ ਆ। ਇੱਕ ਤਾਂ ਹੈਗਾ ਵਾ ਟੂ ਵਾਟ ਐਕਸਟੈਂਟ ਡੂ ਯੂ ਐਗਰੀ ਜਾਂ ਫਿਰ ਡਿਸਐਗਰੀ, ਜਾਂ ਆ ਗਿਆ ਡੂ ਯੂ ਐਗਰੀ ਜਾਂ ਡਿਸਐਗਰੀ। ਹੁਣ ਇਹਨਾਂ ਦੋਨਾਂ ਤਰੀਕਿਆਂ 'ਚ ਕੀ ਡਿਫਰੈਂਸ ਆ, ਕੋਈ ਦੱਸ ਸਕਦਾ? ਹਾਂਜੀ, ਐਕਸੀਡੈਂਟਲ ਦੇ ਵਿੱਚ ਇਸ ਹੱਦ ਤੱਕ ਇਸ ਨਾਲ ਐਗਰੀ ਹੈ। ਠੀਕ ਹੈ। ਐਗਰੀ ਦੇ ਵਿੱਚ ਆਪਾਂ ਡਾਇਰੈਕਟਲੀ ਸਾਈਡ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਐਕਸਟੈਂਟ ਵਾਲੇ ਦੇ ਵਿੱਚ ਆਪਾਂ ਕੋਈ ਪ੍ਰੋਪੋਰਸ਼ਨ ਦੇਣੀ ਹੈ ਐਗਰੀ ਹੋਣ ਦੀ ਜਾਂ ਡਿਸਐਗਰੀ ਹੋਣ ਦੀ, ਕਿ ਹਾਂ ਯਾਰ ਮੈਂ 60-70% ਇਹਦੇ ਨਾਲ ਐਗਰੀ ਕਰਦਾ ਤੇ ਇੰਨਾ ਮੈਂ ਐਗਰੀ ਨਹੀਂ ਕਰਦਾ। ਇਹੀ ਕਹਿਣਾ ਚਾਹੁੰਦੇ ਆ? ਬਿਲਕੁਲ ਗਲਤ। ਇਹੋ ਜਿਹਾ ਕੋਈ ਵੀ ਕਨਸੈਪਟ ਨਹੀਂ ਹੈਗਾ। ਹੁਣ ਸਿੰਪਲ ਜੀ ਚੀਜ਼ ਸਮਝ ਲਿਓ, ਜਦੋਂ ਦੇਖਿਆ ਟੂ ਵਾਟ ਐਕਸਟੈਂਟ, ਇਹ ਆਪਾਂ ਜੇ ਕੱਲਾ ਡੂ ਯੂ ਐਗਰੀ ਜਾਂ ਡਿਸਐਗਰੀ ਵੀ ਹੈਗਾ ਤਾਂ ਵੀ ਇਹਨੂੰ ਮੰਨ ਕੇ ਚੱਲਣਾ ਕਿ ਐਗਜ਼ਿਸਟ ਕਰਦਾ। ਠੀਕ ਹੈ। ਜੇ ਕੱਲਾ ਵੀ ਹੈਗਾ, ਜੇ ਲਿਖਿਆ ਫਿਰ ਤਾਂ ਹੈਗਾ ਹੀ ਆ। ਦੋਨੇ ਚੀਜ਼ਾਂ ਆ ਰਹੀਆਂ ਕਿ ਨਹੀਂ ਆ ਰਹੀਆਂ? ਸਮਝ ਲੱਗੀ ਕੀ ਕਹਿਣਾ ਚਾਹ ਰਿਹਾ? ਮੈਂ ਇਹ ਕਹਿਣਾ ਚਾਹ ਰਿਹਾ ਜਦੋਂ ਜੇ ਤੱਕ ਇਹਨੂੰ ਭੁੱਲ ਜਾ। ਠੀਕ ਹੈ। ਡੂ ਯੂ ਐਗਰੀ ਔਰ ਡਿਸਐਗਰੀ, ਦੋ ਚੀਜ਼ਾਂ ਜੇ ਆ ਹੋਵੇ ਤੁਸੀਂ ਇੱਕ ਪਾਸਾ ਕਰ ਦੋਗੇ, ਜਾਂ ਐਗਰੀ ਹੋ ਜਾਓਗੇ, ਡਿਸਐਗਰੀ ਹੋ ਜਾਓਗੇ। ਪਰ ਜੇ ਆ ਹੈਗਾ ਵੀ ਆ ਫਿਰ ਵੀ ਆਪਾਂ ਇੱਕ ਹੀ ਪਾਸਾ ਕਰਨਾ। ਜੇ ਨਹੀਂ ਵੀ ਹੈਗਾ ਐਕਸਟੈਂਟ, ਫਿਰ ਵੀ ਆਪਾਂ ਦੱਸ ਸਕਦੇ ਹਾਂ। ਐਕਸਟੈਂਟ ਦਾ ਜਿਹੜਾ ਆ ਵਰਡ ਆ ਨਾ, ਐਕਸਟੈਂਟ, ਇਹ ਪਤਾ ਕਿੱਥੇ ਮੈਂਸ਼ਨ ਕਰਨਾ ਆਪਾਂ? ਸਿਰਫ ਕਨਕਲੂਜਨ 'ਚ। ਸਿਰਫ ਕਨਕਲੂਜਨ 'ਚ, ਚਾਹੇ ਉਹ ਐਗਰੀ ਡਿਸਐਗਰੀ ਐਸੇ ਆ, ਚਾਹੇ ਟੂ ਵਾਟ ਐਕਸਟੈਂਟ ਡੂ ਯੂ ਐਗਰੀ ਜਾਂ ਡਿਸਐਗਰੀ ਐਸੇ ਆ। ਅੰਡਰਸਟੈਂਡ ਔਰ ਨਾਟ? ਠੀਕ ਹੈ। ਉਹ ਕਿਵੇਂ ਕਰਨਾ, ਕਿਵੇਂ ਨਹੀਂ ਕਰਨਾ, ਉਹ ਆਪਾਂ ਅੱਗੇ ਇਸ ਐਸੇ ਦੇ ਆਧਾਰ ਦੇ ਉੱਤੇ, ਇਸ ਟੌਪਿਕ ਦੇ ਆਧਾਰ ਦੇ ਉੱਤੇ ਆਪਾਂ ਉਹਨੂੰ ਡਿਸਕਸ ਕਰਦੇ ਚੱਲਾਂਗੇ। ਐਵਰੀਵਨ ਦੈਟ ਇਜ਼ ਕਲੀਅਰ? ਠੀਕ ਹੈ। ਹੁਣ ਟੌਪਿਕ ਤੇ ਫਿਰ ਆਜੋ। ਕੱਲ ਵਾਲੀ ਗੱਲ ਮੈਂ ਫਿਰ ਕੀ, ਪਹਿਲੇ 3-4 ਮਿੰਟ ਟੌਪਿਕ ਨੂੰ ਚੰਗੀ ਤਰ੍ਹਾਂ ਇਵੈਲੂਏਟ ਕਰ ਲਿਆ ਕਰੋ। ਟੌਪਿਕ ਦਾ ਮਤਲਬ ਕੀ ਆ, what's the meaning of the topic, what is the statement, and on what we have to agree and on what we have to disagree. ठीक है। Opinion essay, it's an opinion essay. You have to follow one side of the argument, but what about the other side? Most of the people, most of the students की problem ਹੁੰਦੀ ਹੈ ਕਿ ਉਹ ਕਹਿੰਦੇ ਕਿ ਸਾਡੀ ਆਹ ਸਾਈਡ ਠੀਕ ਹੈ, ਠੀਕ ਹੈ, ਅਸੀਂ ਲਿਖ ਦਾਂਗੇ। ਦੂਜੀ ਸਾਈਡ ਨੂੰ ਇਗਨੋਰ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ, ਦੂਜੀ ਸਾਈਡ ਦਾ ਕੀ ਕਰਨਾ, ਉਹਦੇ ਬਾਰੇ ਵੀ ਅੱਜ ਆਪਾਂ ਡਿਸਕਸ ਕਰਾਂਗੇ। ਇੱਕ ਸਿੰਪਲ ਜਿਹਾ ਤੁਹਾਨੂੰ ਫਾਰਮੂਲਾ ਦਊਂਗਾ, ਜਿਵੇਂ ਕੱਲ ਫਾਰਮੂਲਾ ਦਿੱਤਾ ਸੀ ਡਿਸਕਸ਼ਨ ਐਸੇ ਦਾ। ਸਾਰਿਆਂ ਨੂੰ ਫਾਰਮੂਲਾ ਯਾਦ ਆ? ਉਹ ਕੀ ਫਾਰਮੂਲਾ ਸੀਗਾ? ਇੰਟਰੋ, ਇੱਧਰ ਇੱਕ ਵਿਊ, ਦੂਜਾ ਵਿਊ, ਉਹਦਾ ਆਪਣਾ ਓਪੀਨੀਅਨ, ਉਹਨਾਂ ਤਿੰਨਾਂ ਦਾ ਰੀਫਰੇਜ਼ਿੰਗ, ਕਨਕਲੂਜਨ। ਸਿੰਪਲ ਫਾਰਮੂਲਾ ਸੀ, ਸਾਰਿਆਂ ਨੂੰ ਸਮਝ ਲੱਗ ਗਿਆ ਸੀ। ਅੱਜ ਹੁਣ ਇਸੇ ਐਗਰੀ ਡਿਸਐਗਰੀ ਦਾ ਇੱਕ ਸਿੰਪਲ ਫਾਰਮੂਲਾ ਦਊਂਗਾ ਜਿਹੜਾ ਤੁਹਾਨੂੰ ਜਵਾਨੀ ਚੇਤੇ ਹੋ ਜਾਣਾ। ਇੱਕ ਸਿੰਪਲ ਫਾਰਮੂਲਾ ਦਊਂਗਾ ਜਿਹੜਾ ਤੁਹਾਨੂੰ ਜਵਾਨੀ ਚੇਤੇ ਹੋ ਜਾਊਗਾ। ਤੁਹਾਨੂੰ ਦੁਬਾਰਾ ਕਦੇ ਵੀ ਉਹਨੂੰ ਯਾਦ ਕਰਨ ਦੀ ਨਹੀਂ ਲੋੜ ਪਊਗੀ। ਕਨਸੈਪਟ ਤੁਹਾਡੇ ਮਾਈਂਡ 'ਚ ਉਹ ਹੋਣਾ ਚਾਹੀਦਾ, ਉਹ ਫਾਰਮੂਲਾ, ਉਹ ਸਟਰਕਚਰ ਤੁਹਾਡੇ ਮਾਈਂਡ 'ਚ ਹੋਣਾ ਚਾਹੀਦਾ। ਮੈਂ ਮੋਲ ਲਿਖ ਲੂ, ਉਹ ਸਟਰਕਚਰ ਤੁਹਾਡੇ ਮਾਈਂਡ 'ਚ ਹੋਣਾ ਚਾਹੀਦਾ।
ਕਿ ਕਿੱਦਾਂ ਕਿੱਦਾਂ ਕਿਹੜੀ ਚੀਜ਼ ਆਪਾਂ ਕਰਨੀ ਹੈ, ਕਿਹੜੀ ਆਪਾਂ ਨਹੀਂ ਕਰਨੀ। ਠੀਕ ਹੈ, ਇੱਕ ਵਾਰੀ ਉਹ ਸਟਰਕਚਰ ਆਪਣੇ ਮਾਈਂਡ 'ਚ ਬਣ ਗਿਆ, ਇੱਕ ਵਾਰੀ ਉਹ ਸਟਰਕਚਰ ਆਪਣੇ ਦਿਮਾਗ 'ਚ ਆ ਗਿਆ, ਠੀਕ ਹੈ, ਫਿਰ ਜਿਹੜਾ ਵੀ ਐਸੇ ਐਗਰੀ ਡਿਸਐਗਰੀ ਤੇ ਆ ਰਿਹਾ, ਟੂ ਵਾਟ ਐਕਸਟੈਂਟ ਐਗਰੀ ਡਿਸਐਗਰੀ ਤੇ ਆ ਰਿਹਾ, ਉਸੇ ਫਾਰਮੈਟ ਦੇ ਵਿੱਚ ਉਹਨੂੰ ਪਾਈ ਤੁਰੇ ਜਾਣਾ। ਕੰਟੈਂਟ ਇੱਕ ਵੱਖਰਾ ਵਿਸ਼ਾ ਵਾ, ਸਟਰਕਚਰ ਇੱਕ ਵੱਖਰਾ ਵਿਸ਼ਾ ਵਾ। ਇਹ ਨੂੰ ਸਮਝ ਲਿਓ ਕਿ ਨਹੀਂ ਸਮਝਦੇ? ਕੰਟੈਂਟ ਇੱਕ ਹੋਰ ਚੀਜ਼ ਆ ਤੇ ਸਟਰਕਚਰ ਹੋਰ ਚੀਜ਼ ਆ। ਸਟਰਕਚਰ ਨਹੀਂ ਭੁੱਲਣਾ ਚਾਹੀਦਾ, ਕੰਟੈਂਟ ਦੀ ਕਮੀ ਆ ਗਈ ਇੱਕ ਵੱਖਰੀ ਗੱਲ ਆ, ਕਿਉਂਕਿ ਉਹ ਟੌਪਿਕ ਦੇ ਉੱਤੇ ਆ। ਜਿਹੜਾ ਕੰਟੈਂਟ ਦਾ ਮੁੱਦਾ ਵਾ ਉਹ ਤਾਂ ਦੇਖੋ ਕਿ ਹੁਣ ਜੇ ਅੱਜ ਟੌਪਿਕ ਆ ਗਿਆ ਗਵਰਨਮੈਂਟ ਸ਼ੁੱਡ ਮੇਕ ਪੀਪਲ ਰਿਸਪੌਂਸਿਬਲ ਲੁਕਿੰਗ ਆਫਟਰ देयर ਓਨ ਲੋਕਲ এনवायरमेंट, ਇਹ ਟੌਪਿਕ ਆ ਗਿਆ। ਹੁਣ ਇਹਦੇ ਬਾਰੇ ਆਪਾਂ ਨੂੰ ਕੰਟੈਂਟ ਆਉਂਦਾ ਜਾਂ ਨਹੀਂ ਆਉਂਦਾ ਇੱਕ ਵੱਖਰਾ ਮੁੱਦਾ, ਆਪਾਂ ਨੂੰ ਇਹਦੇ ਬਾਰੇ ਗਿਆਨ ਹੈਗਾ ਜਾਂ ਨਹੀਂ ਹੈਗਾ ਇੱਕ ਵੱਖਰਾ ਮੁੱਦਾ। ਪਰ ਕੀ ਆਪਾਂ ਨੂੰ ਸਟਰਕਚਰ ਪਤਾ ਇਸ ਚੀਜ਼ ਦਾ? ਇੱਥੇ ਪੜਨ ਦਾ ਫਾਇਦਾ ਤਾਂ ਵਾ ਜੇ ਆਪਾਂ ਨੂੰ ਇਸ ਚੀਜ਼ ਦਾ ਫਾਰਮੂਲਾ ਪਤਾ ਹੋਵੇ। ਆਪਾਂ ਗੱਡੀ ਚਲਾਉਂਦੇ ਆ, ਜਿਹੜੇ ਬੰਦੇ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਗੱਡੀ ਚਲਾ ਸਕਦਾ? ਜਿਹੜੇ ਬੰਦੇ ਨੇ ਟ੍ਰੇਨਿੰਗ ਨਾਲ ਲਈ ਹੋਵੇ ਗੱਡੀ ਚਲਾ ਸਕਦਾ? ਗੱਡੀ ਕਿਹੜੀ ਹੈ, ਇਹਦੀ ਚਲਾਈ ਹੈ ਕੀ? ਐਗਰੀ ਡਿਸਐਗਰੀ ਐਸੇ ਦੀ ਜਿਹੜੀ ਗੱਡੀ ਚਲਾਉਣੀ ਹੈ ਆਪਾਂ, ਉਹਦਾ ਕਨਸੈਪਟ ਹੈ ਕਿ ਉਹਦਾ ਫਾਰਮੂਲਾ, ਉਹਦੇ ਪੈਡਲ ਗੇਅਰ, ਉਹਦੀ ਰੇਸ ਕਿੱਥੇ ਆ, ਇਹ ਚੀਜ਼ ਆਪਾਂ ਆਹ ਡਿਸਕਸ ਕਰਨੀ ਆ। ਇਹਦਾ ਫਾਰਮੈਟ ਕੀ ਆ ਇਹਨੂੰ ਯਾਦ ਕਰ ਲਿਓ। ਇਸ ਚੀਜ਼ ਨੂੰ ਕਿਸੇ ਵੀ ਤਰੀਕੇ ਦੇ ਐਸੇ 'ਚ ਫੋਲੋ ਕਰਨਾ, ਹਰ ਐਸੇ 'ਚ ਫੋਲੋ ਕਰਨਾ ਜਿਹੜਾ ਡੂ ਯੂ ਐਗਰੀ ਜਾਂ ਡਿਸਐਗਰੀ ਆ, ਟੂ ਵਾਟ ਐਕਸਟੈਂਟ ਡੂ ਯੂ ਐਗਰੀ ਜਾਂ ਡਿਸਐਗਰੀ ਆ, ਕਿਸੇ ਵੀ ਐਸੇ ਦੇ ਵਿੱਚ ਉਹਨੂੰ ਪਾ ਦੇਣਾ। ਬਾਕੀ ਗੱਲ ਜਿਹੜੀ ਰਹਿ ਗਈ ਕੰਟੈਂਟ ਦੀ, ਕੰਟੈਂਟ ਵਾਸਤੇ ਬਹੁਤ ਸਾਰੇ ਅੱਡ-ਅੱਡ ਸੋਲੂਸ਼ਨਸ ਆ ਕਿ ਜਿਵੇਂ ਤੁਸੀਂ ਬੁੱਕਸ ਪੜ੍ਹੋ, ਇੰਟਰਨੈਟ ਦੇਖੋ, ਕਿਹੋ ਜਿਹੇ ਟੌਪਿਕਸ ਆ ਰਹੇ ਆ ਉਹਨਾਂ ਤੇ ਦੇਖੋ, ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਪਰ ਇਸ ਵੀਡੀਓ ਦੇ ਵਿੱਚ ਜਾਂ ਇਸ ਕਲਾਸ ਦੇ ਵਿੱਚ ਮੈਂ ਤੁਹਾਨੂੰ ਆ ਜਿਹੜਾ ਟੌਪਿਕ ਹੈ ਇਹਦੇ ਬਾਰੇ ਤਾਂ ਮੈਂ ਤੁਹਾਨੂੰ ਦੱਸ ਦੂੰਗਾ। ਤੁਸੀਂ ਕਹਿੰਦੇ ਸੀ ਮੈਂ ਪੁਆਇੰਟ ਨਹੀਂ ਦਿੱਤੇ, ਕੱਲ ਪੁਆਇੰਟ ਮੈਂ ਬੋਲ ਕੇ ਦਿੱਤੇ ਸੀ, ਮੈਂ ਲਿਖ ਕੇ ਵੀ ਦੇ ਦੂੰਗਾ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ। ਮੈਂ ਲਿਖ ਕੇ ਵੀ ਪੁਆਇੰਟ ਦੇ ਦੂੰਗਾ, ਪਰ ਐਗਜ਼ਾਮ ਦੇ ਵਿੱਚ ਤੁਹਾਨੂੰ ਆਪ ਹੀ ਪੁਆਇੰਟ ਬਣਾਉਣੇ ਪੈਣੇ ਆ, ਆਪ ਹੀ ਆਈਡੀਆ ਕੱਢਣਾ ਪੈਣਾ, ਆਪ ਹੀ ਕੰਟੈਂਟ ਲਿਆਉਣਾ ਪੈਣਾ। ਐਗਰੀ ਔਰ ਡਿਸਐਗਰੀ? ਐਗਰੀ ਔਰ ਡਿਸਐਗਰੀ? ਓਕੇ, ਠੀਕ ਹੈ, ਆਪ ਹੀ ਬਣਾਉਣਾ ਪੈਣਾ ਨਾ, ਤਾਂ ਕੰਟੈਂਟ ਨੂੰ ਆਪ ਹੀ ਲੱਭਣਾ ਪੈਣਾ ਨਾ। ਆਪ ਦੀ ਜਿਹੜੀ ਕਾਮਨ ਸੈਂਸ ਆ, ਠੀਕ ਹੈ, ਆਪ ਦੀ ਜਿਹੜੀ ਐਥੀਕਲ ਥਿੰਕਿੰਗ ਆ, ਉਸੇ ਨੂੰ ਯੂਜ਼ ਕਰਕੇ ਲੱਭਣਾ ਪੈਣਾ ਨਾ ਕਿ ਇਹਦੇ ਵਿੱਚ ਕੀ ਹੋਣਾ। ਉੱਥੇ ਮੈਂ ਤਾਂ ਦੱਸਣਾ ਨਹੀਂ, ਪੁਆਇੰਟ ਤਾਂ ਕਿਸੇ ਨੇ ਦੇਣੇ ਹੀ ਨਹੀਂ। ਚਲੋ ਅੱਜ ਮੈਂ ਦੇ ਦੂੰਗਾ, ਪਰ ਸੋਚੋ ਇਸ ਗੱਲ ਨੂੰ ਕਿ ਮੇਰੇ ਦਿੱਤੇ ਹੋਏ ਪੁਆਇੰਟ ਤੋਂ ਬਿਨਾਂ ਵੀ ਤੁਸੀਂ ਕੀ ਕਰ ਸਕਦੇ ਆ। ਰੌਲਾ ਇਸ ਦਿਮਾਗ ਤੇ ਜ਼ੋਰ ਪਾਉਣ ਦਾ ਕਿ ਤੁਸੀਂ ਜ਼ੋਰ ਪਾ ਰਹੇ ਆ ਕਿ ਨਹੀਂ ਪਾ ਰਹੇ, ਸਮਝ ਰਹੇ ਆ? ਜਦੋਂ ਹੁਣ ਕੋਈ ਬੰਦਾ ਨਵੀਂ ਗੱਡੀ ਚਲਾਉਣੀ ਸਿੱਖਦਾ, ਪਹਿਲਾਂ ਉਹ ਗੇਅਰ ਪਾਉਂਦਾ ਹੈ, ਉਬੜ ਖਾਬੜ ਜਾਂ ਚੱਕ ਕੇ ਮਾਰਦਾ, ਇੱਕਦਮ ਰੇਸ ਕਰ ਦਿੰਦਾ, ਫਿਰ ਇੱਕਦਮ ਬ੍ਰੇਕ ਮਾਰ ਦਿੰਦਾ, ਇੱਕਦਮ ਬੰਦਾ ਅੱਗੇ ਹੋ ਜਾਂਦਾ, ਫਿਰ ਪਿੱਛੇ ਹੋ ਜਾਂਦਾ, ਇੱਕਦਮ ਰੇਸ ਕਰ, ਉਹ ਘੱਟੋ ਘੱਟ ਜ਼ੋਰ ਤਾਂ ਪਾ ਰਿਹਾ ਨਾ ਆਪਣੇ ਸਰੀਰ ਤੇ ਦਿਮਾਗ ਤੇ ਮੈਂ ਗੱਡੀ ਕਿਵੇਂ ਚਲਾਉਣੀ ਹੈ। ਫਿਰ ਹੌਲੀ ਹੌਲੀ 2 ਮਹੀਨੇ 4 ਮਹੀਨੇ ਬਾਅਦ ਜਦੋਂ ਹੋਈਦੇ ਆ ਪੂਰੀ ਸਮੂਥ ਚਲਾਉਣ ਲੱਗ ਨਾ, ਜਿਵੇਂ ਮੈਂ ਚਲਾਉਣਾ। ਨਹੀਂ ਸਮੂਥ ਨਹੀਂ ਚਲਾਉਂਦਾ, ਚਲੋ ਕੋਈ ਨਹੀਂ, ਠੀਕ ਹੈ। ਮਤਲਬ ਕਿ ਬੰਦੇ ਨੂੰ ਐਕਸਪੀਰੀਅੰਸ ਹੋ ਜਾਂਦਾ, ਉਹਨੂੰ ਆਦਤ ਹੋ ਜਾਂਦੀ ਆ, ਉਹ ਟ੍ਰੇਨ ਹੋ ਜਾਂਦਾ ਉਸ ਚੀਜ਼ ਲਈ। ਕੋਸ਼ਿਸ਼ ਇਹ ਕਰੋ ਕਿ ਤੁਸੀਂ ਘੱਟੋ ਘੱਟ ਸਟਰਕਚਰ ਤੁਹਾਨੂੰ ਅੱਜ ਮੈਂ ਦੱਸ ਦੇਣਾ, ਕਨਸੈਪਟ ਤੁਹਾਨੂੰ ਦੱਸ ਦੇਣਾ, ਫਾਰਮੂਲਾ ਤੁਹਾਨੂੰ ਦੱਸ ਦੇਣਾ, ਇਹ ਤੁਹਾਨੂੰ ਅੱਜ ਤੋਂ ਬਾਅਦ ਭੁੱਲਣਾ ਨਹੀਂ ਚਾਹੀਦਾ। ਸਿੰਪਲ ਵਰਡਸ ਦੇ ਵਿੱਚ ਸਿੰਪਲ ਫਾਰਮੂਲਾ ਵਾ, ਇਹ ਐਗਰੀ ਡਿਸਐਗਰੀ ਦਾ ਫਾਰਮੂਲਾ ਹੋਊਗਾ, ਇਹ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ। ਜਿਹੜੀ ਆਈਡੀਓਲੋਜੀ ਆ, ਜਿਹੜੇ ਆਈਡੀਆਜ਼ ਆ, ਉਹਦੇ ਲਈ ਤੁਹਾਨੂੰ ਆਪਣੇ ਦਿਮਾਗ ਤੇ ਜ਼ੋਰ ਪਾਉਣਾ ਹੀ ਪੈਣਾ। ਉਹਦਾ ਕੋਈ ਫਾਰਮੂਲਾ ਨਹੀਂ, ਉਹਦਾ ਕੋਈ ਇਲਾਜ ਨਹੀਂ, ਕਿਉਂਕਿ ਆਈਡੀਆਜ਼ ਤੁਸੀਂ ਖੁਦ ਲਿਖਣੇ ਆ। ਠੀਕ ਹੈ, ਸਮਝ ਲੱਗ ਗਈ? ਠੀਕ ਹੈ। ਹੁਣ ਪ੍ਰੋਬਲਮ ਆਉਂਦੀ ਆ, ਬੱਚੇ ਕਹਿੰਦੇ ਆ ਕਿ ਜੀ ਅਸੀਂ ਐਗਰੀ ਡਿਸਐਗਰੀ ਆ। ਜੇ ਹੁਣ ਅਸੀਂ ਐਗਰੀ ਵਾਲ ਹੁਣ 2 ਪੈਸੇਜ ਲਿਖਣੇ ਆ, BP1 BP2, ਬੋਡੀ ਪੈਰਾਗ੍ਰਾਫ 1 ਤੇ ਬੋਡੀ ਪੈਰਾਗ੍ਰਾਫ 2, ਠੀਕ ਹੈ। ਹੁਣ 2 ਪੈਸੇਜ ਲਿਖਣੇ ਆ, ਉਹ 2 ਪੈਸੇ ਵਿੱਚ ਜੇ ਐਗਰੀ ਹੋਣਾ, ਇੱਕ ਪਾਸਾ ਕਰਨਾ, ਤਾਂ ਕਿਵੇਂ ਅਸੀਂ ਇੱਕ ਪਾਸੇ ਤੇ ਕਿਵੇਂ ਕੀ ਸਾਰੀਆਂ ਚੀਜ਼ਾਂ ਲਿਖ ਦਾਂਗੇ? ਇੱਕ ਪਾਸੇ ਵਾਲ ਕਿਵੇਂ ਸਾਰੀਆਂ ਚੀਜ਼ਾਂ ਲਿਖ ਦਈਏ ਅਸੀਂ? ਕਿ ਇੰਨਾ ਤਾਂ ਸਾਡੇ ਕੋਲ ਕੰਟੈਂਟ ਨਹੀਂ। ਸਾਡੇ ਕੋਲ ਤਾਂ ਜੇ ਅਸੀਂ ਜਿਵੇਂ ਉਹ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ ਹੁੰਦਾ, ਉਹ ਤੇ ਇੱਕ ਵਿਊ ਤੇ ਮਸਾ ਕੰਟੈਂਟ ਬਣਦਾ, ਦੂਜੇ ਵਿਊ ਤੇ ਕਿਵੇਂ ਕੰਟੈਂਟ ਬਣੂਗਾ? ਉਹ ਮਸਾ ਬਣਦਾ। ਤੁਸੀਂ ਕਹਿੰਦੇ ਇਕੱਲੇ ਐਗਰੀ ਤੇ 2 ਪੈਰਾਗ੍ਰਾਫ ਲਿਖੋ, ਉਹ ਕਿਵੇਂ ਹੋਊਗਾ? ਠੀਕ ਹੈ, ਆ ਇੱਕ ਕੁਐਸਚਨ ਆ ਇੱਕ ਕੁਐਰੀ ਆ, ਠੀਕ ਹੈ। ਕਨਕਲੂਜਨ ਦੇ ਵਿੱਚ ਐਕਸਟੈਂਟ ਨੂੰ ਕਿੱਥੇ ਕਿਵੇਂ ਯੂਜ਼ ਕਰਨਾ, ਇਹ ਕੁਐਰੀ ਆ, ਠੀਕ ਹੈ। ਜਿਹੜੀ ਇੰਟਰੋਡਕਸ਼ਨ ਆ ਉਹਨੂੰ ਕਿਵੇਂ ਲਿਖਣੀ ਹੈ, ਇਹ ਕੁਐਰੀ ਆ। ਤਿੰਨੇ ਆ ਫਾਰਮੂਲਾ ਜਿੰਨੇ ਵੀ ਬੱਚੇ ਤੁਸੀਂ ਦੇਖ ਰਹੇ ਆ YouTube ਤੇ, ਤੁਸੀਂ ਜਿਹੜੇ ਕਲਾਸ 'ਚ ਬੈਠੇ ਹੋ, ਆਹ ਫਾਰਮੂਲਾ ਇੱਕ ਵਾਰੀ ਲਿਖ ਲਓ, ਇਹਨੂੰ ਸਮਝਾ ਮੈਂ ਦਿੰਦਾ ਕਿ ਕੀ ਸਟੈਪਸ ਹੈ ਇਹਦੇ ਵਿੱਚ, ਕਿਸ ਤਰੀਕੇ ਨਾਲ ਤੁਸੀਂ ਕਰਨਾ। ਇਹ ਫਾਰਮੂਲਾ ਬੜਾ ਸਿੰਪਲ ਫਾਰਮ ਦੇ ਵਿੱਚ ਹੈਗਾ। ਇੱਕ ਵਾਰੀ ਆਹ ਫਾਰਮੂਲਾ ਤੁਹਾਡੇ ਦਿਮਾਗ 'ਚ ਬੈਠ ਗਿਆ, ਕਿਸੇ ਵੀ ਐਸੇ, ਹਰ ਐਗਰੀ ਡਿਸਐਗਰੀ ਐਸੇ ਤੇ, ਹਰ ਪ੍ਰੋਬਲਮ ਸੋਲਵ, ਹਰ ਵਾਟ ਐਕਸਟੈਂਟ ਡੂ ਯੂ ਐਗਰੀ ਡਿਸਐਗਰੀ ਐਸੇ ਤੇ ਇਹ ਫਾਰਮੂਲਾ ਲਾਗੂ ਹੁੰਦਾ। ਸੋਚਣਾ ਤੁਸੀਂ ਹੈ ਕਿ ਤੁਸੀਂ ਲਾਗੂ ਕਰਨਾ ਜਾਂ ਨਹੀਂ ਕਰਨਾ। ਦੇਖ ਲਓ ਕੀ ਲਿਖਿਆ, ਰਾਈਟ
journal statement, write the question in your words, rewrite the question in your words. This essay will argue that slash why or what. फिर paragraph 1 आ गया, और restate side 1, give reasons for that, give example and conclude side 1. Sides की होनी है, मैं तुम दस देना. फिर paragraph 2 च restate side 2, give reasons, give example and conclude side 2. फिर conclusion कर देना ਆਪਾਂ. ਉਹਦੇ ਵਿੱਚ ਆਪਣਾ ਦੱਸ ਦੇਣਾ ਕਿ ਐਸੇ ਨੇ ਆਰਗੂ ਕੀਤਾ ਕਿ ਠੀਕ ਹੈ ਤੁਸੀਂ ਮੋਡਰੇਟਲੀ ਕਿਸ ਐਕਸਟੈਂਟ ਤੱਕ ਕਿਹੜੀ ਚੀਜ਼ ਦੇ ਨਾਲ ਕਿਹੜੀ ਸਾਈਡ ਦੇ ਨਾਲ ਐਗਰੀ ਕਰਦੇ ਆ ਜਾਂ ਡਿਸਐਗਰੀ ਕਰਦੇ ਆ ਠੀਕ ਹੈ ਆਈ ਹੋਪ ਸਾਰਿਆਂ ਨੇ ਇਹ ਫਾਰਮੂਲਾ ਲਿਖ ਲਿਆ ਹੋਊਗਾ ਜਿਹੜਾ ਨੀਚੇ ਬਲੂ ਮਾਰਕਰ ਦੇ ਨਾਲ ਲਿਖਿਆ ਹੈ ਸਾਰਾ ਫਾਰਮੂਲਾ ਜਲਦੀ ਨੋਟ ਡਾਊਨ ਕਰ ਲਓ 2 ਮਿੰਟ ਦਿੰਦੇ ਤੁਹਾਨੂੰ हो गया जी सारे ने लिख लिया लिखो लिखो खींच के थोड़ा यार हाँ जी फोटो भी पड़ेगा टाइम बहुत लग गया हो गया जी कोई नहीं बाकी ग्रुप ਦੇ ਵਿੱਚ ਆਪਣੇ WhatsApp ਗਰੁੱਪ ਦੇ ਵਿੱਚ ਸਟੂਡੈਂਟਸ ਵਾਲੇ ਚ ਫੋਟੋ ਵੀ ਇਹਦੀ ਪਾ ਦਾਂਗੇ ਆਪਾਂ ਠੀਕ ਹੈ ਫਿਰ ਤੁਸੀਂ ਨੋਟ ਡਾਊਨ ਕਰ ਲਿਓ ਜਿੱਦਾਂ ਰਹੇਗਾ ਹੁਣ ਆਪਾਂ ਇਸ ਫਾਰਮੂਲੇ ਨੂੰ ਸਮਝਣਾ ਇੱਕ ਸਿੰਪਲ ਜਿਹਾ ਸਟਰਕਚਰ ਆ ਐਗਰੀ ਡਿਸਐਗਰੀ ਨੂੰ ਕਰ ਲੈਂਦਾ ਜਦੋਂ ਤੁਸੀਂ ਕੋਈ ਵੀ ਐਗਰੀ ਡਿਸਐਗਰੀ ਕਰਦੇ ਆ ਤੁਹਾਨੂੰ ਉਸ ਐਸੇ ਦੀਆਂ ਦੋਨੋਂ ਸਾਈਡਸ ਬਾਰੇ ਇਨਫੋਰਮੇਸ਼ਨ ਨੌਲੇਜ ਹੋਣੀ ਜ਼ਰੂਰੀ ਆ ਜ਼ਰੂਰੀ ਹੈਗੀ ਹੈ ਕਿ ਨਹੀਂ ਹੈਗੀ ठीक है सारे जने रिस्पॉन्ड करो हुण की आ पहला इंट्रोडक्शन की गल करते हैं इस ऐसे दे निर्धार दे उत्ते इंट्रोडक्शन की आ गवर्नमेंट शुड मेक पीपल रिस्पॉन्सिबल गवर्नमेंट कौन आ सरकार गवर्नमेंट सरकार नूं क्या गया कि सरकार नूं की करना चाहिए शुड हुण शुड की आ शुड नूं समझा करो कैन शुड गवर्नमेंट कैन डू दिस गवर्नमेंट शुड डू दिस गवर्नमेंट कहने का मतलब आ जाता कि गवर्नमेंट ये चीज कर सकती है तो गवर्नमेंट शुड का आ गया कि गवर्नमेंट को ये चीज करनी चाहिए समझ रहे हो फर्क समझ रहे हो की है ठीक है तो गवर्नमेंट शुड मेक पीपल गवर्नमेंट को यह चीज करनी चाहिए कि लोगों तो की करवाना चाहिए लोगों तो यह करवाना चाहिए मेक पीपल रिस्पॉन्सिबल कि उन्होंने जिम्मेवारी देनी चाहिए या जिम्मेवार बनाना चाहिए किस चीज का फॉर लुकिंग आफ्टर देयर ओन लोकल एनवायरमेंट अपने लोकल एनवायरमेंट नूं आप देखण इस चीज लई गवर्नमेंट नूं लोकां नूं जिम्मेवार बनाना चाहिए हुण इहदा मतलब की आ सरकार लोक जिम्मेवार कादे आपदी लुक आफ्टर का मतलब की हुंदा देखना देखना मतलब ये नहीं कि हाँ कि आपने एनवायरमेंट को देखी जाना है अखा पढ़ के देखना मतलब देखभाल करना राइट देखभाल करना संभालना जिवें आपां कहंदे यार आ टास्क कराउणा ये मैं देख लूंगा मतलब इसकी देखभाल इसकी टेक केयर मैं कर लूंगा मेरी जिम्मेवारी है कि मैं आपे सही तरीके नाल करवावां अंडरस्टैंड और नॉट यस और नो यस सर राइट तो इदों बाद की है लुकिंग आफ्टर देयर ओन हुण वो देखणगे देखभाल करनगे अपने ओन मतलब अपने आप दे एनवायरमेंट हुण अपने आप दे तो मतलब की आ कि जिहड़ी लोकैलिटी दे विच आपां
ਰਹਿ ਰਹੇ ਲੋਕਲ ਆ ਗਿਆ, ਲੋਕਲ ਵਰਡ ਆ ਗਿਆ ਨਾ। ਲੋਕਲ ਦਾ ਮਤਲਬ ਕਿ ਜਿਹੜੀ ਹੁਣ ਮੇਰਾ ਪਿੰਡ ਕੜਿਆਲ ਆ, ਤਾਂ ਕੜਿਆਲ ਦੇ ਉਹ ਲੋਕੈਲਿਟੀ ਹੈ, ਇੱਕ ਵਿਲੇਜ, ਉਹ ਪਿੰਡ ਇੱਕ ਲੋਕੈਲਿਟੀ ਆ। ਮੋਗਾ, ਮੋਗੇ ਦੀ ਫਰੈਂਡਸ ਕਲੋਨੀ, ਮੋਗੇ ਦੀ ਚੱਕੀ ਵਾਲੀ ਗਲੀ, ਮੋਗੇ ਦਾ ਚੌਂਕ ਵਾਲਾ ਏਰੀਆ, ਸਰਾਫਾ ਬਾਜ਼ਾਰ, ਇਹ ਸਾਰੀਆਂ ਲੋਕੈਲਿਟੀਜ਼ ਆ ਗਈਆਂ। ਹੱਸਦਾ ਕਰ ਸਰਾਫਾ ਬਾਜ਼ਾਰ ਦੇ ਨਾਮ ਤੇ। ਅੱਛਾ ਠੀਕ ਹੈ, ਤਾਂ ਇਹ ਜਿਹੜੀਆਂ ਚੀਜ਼ਾਂ ਵਾ ਹੈ, ਇਹ ਜਿਹੜੀਆਂ ਚੀਜ਼ਾਂ ਵਾ ਇਹ ਲੋਕੈਲਿਟੀਜ਼ ਆ ਗਈਆਂ। ਠੀਕ ਹੈ, ਆਪਦੀਆਂ। ਹੁਣ ਕੋਈ ਮੋਗੇ ਵਾਲੇ ਜਿਹੜੇ ਖਾਸ ਸ਼ਹਿਰ ਦੇ ਬੱਚੇ ਆ ਉਹ ਹੱਥ ਖੜੇ ਕਰੋ। ਮੋਗੇ ਸ਼ਹਿਰ ਤੋਂ, ਤੂੰ ਕਿਹੜੀ ਲੋਕੈਲਿਟੀ ਤੋਂ ਆ? ਮੇਨ ਬਾਜ਼ਾਰ ਇਹਦੀ ਲੋਕੈਲਿਟੀ ਆ ਮੇਨ ਬਾਜ਼ਾਰ। ਹੋਰ ਹਾਂਜੀ ਭੋਨਾ ਚੌਂਕ, ਹਾਂਜੀ ਕਿਹੜੀ? ਦਸ਼ਮੇਸ਼ ਨਗਰ। ਹੁਣ ਇਹ ਜਿਹੜੀ ਨਗਰਾਂ ਵਾ ਜਾਂ ਇਹ ਲੋਕੈਲਿਟੀਜ਼ ਆ ਜਾਂ ਪਿੰਡ ਆ, ਇਹ ਆਪਣੀਆਂ ਲੋਕੈਲਿਟੀਜ਼ ਆ, ਉਹਦੇ ਲਈ ਵਰਡ ਯੂਜ਼ ਕੀਤਾ ਗਿਆ ਲੋਕਲ। ਹੁਣ ਇੱਥੇ ਕੁਐਸਚਨ ਕੀ ਆ, ਸਟੇਟਮੈਂਟ ਕੀ ਆ? ਤੁਹਾਨੂੰ ਕੋਈ ਥਰਡ ਪਰਸਨ ਆ ਕੇ ਕਹਿ ਰਿਹਾ ਵਾ ਕਿ ਅਨਮੋਲ ਆ ਜਿਹੜਾ, ਸਰਕਾਰ ਨੂੰ ਕੀ ਕਰਨਾ ਚਾਹੀਦਾ ਕਿ ਜਿਹੜੀ ਦਸ਼ਮੇਸ਼ ਨਗਰ ਦੇ এনवायरमेंट ਦੀ ਜ਼ਿੰਮੇਵਾਰੀ ਅਨਮੋਲ ਨੂੰ ਦੇ ਦੇਣੀ ਚਾਹੀਦੀ ਆ। ਅਨਮੋਲ ਨੂੰ, ਉਹਦੇ ਘਰਦਿਆਂ ਨੂੰ, ਉਹਦੇ ਆਸ-ਪਾਸ ਦੇ ਗੁਆਂਢੀਆਂ ਨੂੰ, ਤੇ ਦਸ਼ਮੇਸ਼ ਨਗਰ ਦੇ ਸਾਰੇ ਨਾਗਰਿਕਾਂ ਨੂੰ। ਸਮਝ ਲੱਗ ਗਈ? ਯੈਸ অর ਨੋ? ਠੀਕ ਹੈ, ਇਹ ਕਹਿਣਾ ਚਾਹ ਰਹੇ ਆ ਕਿ ਸਰਕਾਰ ਨੂੰ ਉਸ ਲੋਕੈਲਿਟੀ ਦੀ, ਉਸ ਮੁਹੱਲੇ ਦੀ, ਉਸ ਏਰੀਏ ਦੀ ਜ਼ਿੰਮੇਵਾਰੀ, ਰਿਸਪੌਂਸਿਬਿਲਿਟੀ এনवायरमेंट ਵਾਸਤੇ ਉੱਥੋਂ ਦੇ ਲੋਕਾਂ ਨੂੰ ਦੇ ਦੇਣੀ ਚਾਹੀਦੀ ਹੈ। ਇਹ ਆਪਾਂ ਨੂੰ ਕੋਈ ਬੰਦਾ ਕਹਿ ਰਿਹਾ ਹੈ, ਕੋਈ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਆ, ਕੋਈ ਥਰਡ ਪਰਸਨ, ਕੋਈ ਨਿਊਜ਼ਪੇਪਰ, ਕੋਈ ਵੀ ਚੀਜ਼ ਆਪਾਂ ਨੂੰ ਕੋਈ ਨਾ ਕੋਈ ਕਹਿ ਰਿਹਾ ਆਪਾਂ ਨੂੰ ਇਹ ਗੱਲ। ਇਹ ਇੱਕ ਸਟੇਟਮੈਂਟ ਇਜ਼ ਵਾਟ ਇਟ ਇਜ਼ ਗਿਵਨ ਟੂ ਅਸ। ਇਹ ਇੱਕ ਸਟੇਟਮੈਂਟ ਆਪਾਂ ਨੂੰ ਦਿੱਤੀ ਗਈ ਆ। ਠੀਕ ਹੈ, ਹੁਣ ਉਹਨਾਂ ਨੇ ਪੁੱਛਿਆ ਕਿ ਤੁਸੀਂ ਇਸ ਸਟੇਟਮੈਂਟ ਨਾਲ, ਠੀਕ ਹੈ, ਕਿਸ ਹੱਦ ਤੱਕ ਐਗਰੀ ਕਰਦੇ ਆ ਜਾਂ ਡਿਸਐਗਰੀ ਕਰਦੇ ਆ। ਅੰਡਰਸਟੈਂਡ অর ਨਾਟ? ਹੁਣ ਕਿਸ ਹੱਦ ਤੱਕ ਦਾ ਮਤਲਬ ਕੀ ਆ? ਕਿਸ ਹੱਦ ਤੱਕ ਦਾ ਮਤਲਬ ਕੀ ਆ? ਉਹਦੀ ਇੱਕ ਰੇਂਜ ਆ। ਕਿਸ ਹੱਦ ਤੱਕ ਵਾਲੇ ਦੀ ਇੱਕ ਰੇਂਜ ਆ। ਇੱਥੇ ਇੱਕ ਸਕੇਲ ਬਣਾ ਲਿਆ ਕਰੋ ਇਦਾਂ। ਠੀਕ ਹੈ, ਸਕੇਲ ਬਣਾ ਲਿਆ ਕਰੋ। ਇੱਧਰ ਆ ਗਿਆ ਐਗਰੀ, ਏ ਪਾਤੀ, ਇੱਧਰ ਆ ਗਿਆ ਡਿਸਐਗਰੀ, ਇੱਥੇ ਆ ਗਿਆ ਬਰਾਬਰ ਇਕੁਅਲ, ਈ ਪਾਤੀ ਆਪਾਂ। ਠੀਕ ਹੈ, ਇੱਥੇ ਆ ਗਿਆ ਵਿਚਾਲੇ ਆ ਜਾਊਗਾ ਸਲਾਈਟਲੀ ਐਗਰੀ, ਇੱਥੇ ਆ ਗਿਆ ਸਲਾਈਟਲੀ ਡਿਸਐਗਰੀ। ਸਮਝ ਲੱਗ ਗਈ ਕਿ ਨਹੀਂ ਲੱਗ ਗਈ ਜੀ? ਇੱਕ ਸਕੇਲ ਆ। ਹੁਣ ਇਸ ਸਕੇਲ ਤੇ ਦੇਖ ਲਿਆ ਕਰੋ ਕਿ ਇਸ ਟੌਪਿਕ ਨੂੰ ਲੈ ਕੇ ਤੁਸੀਂ ਸਕੇਲ ਤੇ ਕਿੱਥੇ ਖੜੇ ਆ। ਹਾਂਜੀ ਸੌਰੀ, ਸੈਂਟਰ ਚ ਬਰਾਬਰ। ਜਿਵੇਂ ਕੱਲ ਵਾਲਾ ਆਪਾਂ ਟਾਸਕ ਕੀਤਾ ਸੀਗਾ ਡਿਸਕਸ ਬੋਥ ਵਿਊਜ਼ ਵਾਲਾ, ਕੁਝ ਤੁਸੀਂ ਕਹਿੰਦੇ ਸੀ ਕਿ ਸਾਨੂੰ ਆਹ ਵਿਊ ਵਧੀਆ ਲੱਗਦਾ, ਉਹ ਕਹਿੰਦੇ ਸੀ ਸਾਨੂੰ ਆਹ ਵਧੀਆ ਲੱਗਦਾ, ਮੈਂ ਕਹਿੰਦਾ ਸੀ ਮੈਨੂੰ ਬਰਾਬਰ ਲੱਗਦਾ। ਮੈਂ ਚਿਲਡਰਨ ਮਿਸਟੇਕ ਵਾਲਾ ਸੀਗਾ, ਮੈਂ ਕਿਹਾ ਸੀ ਨਾ ਤਾਂ ਮੈਨੂੰ ਇਹ ਲੱਗਦਾ ਕਿ ਬੱਚਿਆਂ ਨੂੰ ਖੋਲੇ ਨਹੀਂ ਹੋਣੀ ਚਾਹੀਦੀ ਆ, ਪਰ ਇੰਨੀ ਹੋਣੀ ਚਾਹੀਦੀ ਕਿ ਉਹ ਸਿੱਖ ਸਕਣ, ਪਰ ਇੰਨੀ ਵੀ ਨਹੀਂ ਹੋਣੀ ਚਾਹੀਦੀ ਕਿ ਕਿਸੇ ਦਾ ਮਰਡਰ ਕਰ ਦੇਣ। ਠੀਕ ਹੈ, ਮਿਸਟੇਕਸ ਦੀ ਗੱਲ ਹੋਣੀ ਸੀ, ਮਿਸਟੇਕਸ ਦਾ ਟੌਪਿਕ ਸੀਗਾ। ਤਾਂ ਮਤਲਬ ਉੱਥੇ ਮੈਂ ਬਰਾਬਰ ਦਾ ਵਿਊ ਰੱਖਦਾ ਸੀ। ਉਹ ਵਿਊਜ਼ ਦੇ ਵਿੱਚ ਵੀ ਇਹੀ ਗ੍ਰਾਫ ਕੰਮ ਹੋਊਗਾ ਤੁਹਾਡੇ, ਜੋ ਤੁਸੀਂ ਵਿਊਜ਼ ਦੇਣੇ ਆ। ਉਧਰ ਵੀ ਤੁਸੀਂ ਦੇਖੋ ਜਿੱਥੇ ਤੁਸੀਂ ਡਿਸਕਸ ਬੋਥ ਵਿਊਜ਼ ਕਰ ਰਹੇ ਆ, ਉੱਥੇ ਜਿਹੜਾ ਤੁਹਾਡਾ ਆ ਐਗਰੀ ਆ, ਇੱਥੇ ਫਰਸਟ ਵਿਊ ਆਊਗਾ ਜਾਂ ਸੈਕੰਡ ਵਿਊ ਆਊਗਾ, ਕਿਉਂਕਿ ਤੁਹਾਨੂੰ ਦੋ ਵਿਊ ਪੁਆਇੰਟ ਦਿੱਤੇ ਹੋਣਗੇ ਨਾ ਕਿਸੇ ਗੱਲ ਦੇ। ਜਾਂ ਤਾਂ ਪਹਿਲਾ ਵਿਊ ਹੋਊਗਾ ਜਾਂ ਦੂਜਾ ਵਿਊ ਹੋਊਗਾ। ਜਾਂ ਤੁਸੀਂ ਪਹਿਲੇ ਨਾਲ ਐਗਰੀ ਕਰੋਗੇ ਕਿ ਪਹਿਲੇ ਨਾਲ ਸਹਿਮਤ ਹੋਵੋਗੇ, ਜਾਂ ਤੁਸੀਂ ਦੂਜੇ ਨਾਲ ਸਹਿਮਤ ਹੋਵੋਗੇ। ਉੱਥੇ ਆਹ ਚੀਜ਼ ਆ, ਉੱਥੇ ਨਾ ਸਹਿਮਤ ਹੋਣ ਵਾਲੀ ਤਾਂ ਗੱਲ ਹੈ ਹੀ ਨਹੀਂ। ਤੁਸੀਂ ਕਿਹੜੇ ਨਾਲ ਹੋ ਰਹੇ ਆ ਉਹਦੀ ਗੱਲ ਹੋ ਰਹੀ ਹੈ। ਸਮਝ ਰਹੇ ਕਿ ਨਹੀਂ ਸਮਝ ਰਹੇ? ਜੇ ਜਾਂ ਤੁਸੀਂ ਇੱਕ ਨਾਲ ਹੋਈ ਜਾਓਗੇ ਜਾਂ ਤੁਸੀਂ ਦੋਨਾਂ ਨਾਲ ਹੋ ਜਾਓਗੇ, ਪਰ ਡਿਸਕਸ ਦੋਨੋਂ ਕਰਨੇ ਆ। ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਕਿਹਦੇ ਨਾਲ ਸਹਿਮਤ ਹੈਗੇ ਆ, ਕਿਹਦੇ ਨਾਲ ਸਹਿਮਤ ਨਹੀਂ ਹੈਗੇ। ਉੱਥੇ ਡਿਸਕਸ, ਕਿਉਂਕਿ ਡਿਸਕਸ਼ਨ ਐਸੇ ਆ, ਓਪੀਨੀਅਨ ਐਸੇ ਨਹੀਂ ਹੈਗਾ, ਉਹ ਡਿਸਕਸ਼ਨ ਐਸੀ ਆ। ਉੱਥੇ ਡਿਸਕਸ ਕਰਨੇ ਦੋਨੋਂ ਵਿਊ ਪੁਆਇੰਟਸ। ਇਹ ਓਪੀਨੀਅਨ, ਇੱਥੇ ਡਿਸਕਸ ਫਿਰ ਦੋਨੋਂ ਕਰਨੇ ਪੈਣੇ ਆ, ਪਰ ਲੈ ਆ ਜਿਹੜੀ ਐਸੇ ਦੀ ਲੈ ਆ ਉਹ ਇੱਕ ਪਾਸੇ ਨੂੰ ਜਾਣੀ ਹੈ। ਐਗਰੀਅਲ, ਡਿਸਐਗਰੀਅਲ, ਇਕੁਅਲ ਨਹੀਂ ਜਾ ਸਕਦੇ। ਇੱਥੇ ਵਿਚਾਲੇ ਆਪਾਂ ਨਹੀਂ ਜਾ ਸਕਦੇ ਕਿਉਂਕਿ ਦਿਸ ਇਜ਼ ਨਾਟ ਡਿਸਕਸ਼ਨ। ਉਹਨਾਂ ਨੇ ਇੱਕ ਓਪੀਨੀਅਨ ਪੁੱਛਿਆ, ਡੂ ਯੂ ਬਹੁਤ ਪਾਵਰਫੁਲ ਆ, ਤੁਸੀਂ ਇੱਧਰ ਵੀ ਜਾ ਸਕਦੇ ਆ, ਇੱਧਰ ਵੀ ਜਾ ਸਕਦੇ ਆ, ਕਿਸ ਐਕਸਟੈਂਟ ਤੱਕ ਆ ਤੁਹਾਡੀ ਮਰਜ਼ੀ ਆ, ਪਰ ਜਾਣਾ ਇੱਕ ਪਾਸੇ ਆ। ਹੁਣ ਆਪਾਂ ਜੇ ਫॉर ਐਗਜ਼ਾਮਪਲ ਇਹ ਸਟੇਟਮੈਂਟ ਨਾਲ ਆਪਾਂ ਐਗਰੀ ਕਰਦੇ ਆ, ਠੀਕ ਹੈ, ਫਿਰ ਡਿਸਐਗਰੀ ਵਾਲੀ ਸਟੇਟਮੈਂਟ ਆ, ਜਿਹੜੀ ਡਿਸਐਗਰੀ ਵਾਲਾ ਜਿਹੜਾ ਵਿਊ ਆ ਇਸੇ ਸਟੇਟਮੈਂਟ ਦਾ, ਉਹਦੇ ਨਾਲ ਕੀ ਕਰਾਂਗੇ ਆਪਾਂ? ਕੀ ਕਰਾਂਗੇ ਉਹਦੇ ਨਾਲ ਆਪਾਂ? ਪਹਿਲਾਂ ਜਦੋਂ ਤੁਸੀਂ ਐਸੇ ਲਿਖਦੇ ਐਗਰੀ ਡਿਸਐਗਰੀ,
ਠੀਕ ਹੈ ਤੁਸੀਂ ਐਗਰੀ ਡਿਸਐਗਰੀ ਪਰ ਦੋਨਾਂ ਬਾਰੇ ਗੱਲ ਕਰਦੇ ਆ ਕਿ ਨਹੀਂ ਕਰਦੇ ਠੀਕ ਹੈ ਬੋਲੋ ਨਾ ਇਹ ਪੁੱਛ ਰਿਹਾ ਤੁਹਾਨੂੰ ਦੱਸੋ ਕਿ ਮੈਂ ਉਹ ਜਿਹੜੀ ਗੱਲ ਪੁੱਛੀ ਕਿ ਆਪਾਂ ਇੱਕ ਵਿਊ ਨੂੰ ਤਾਂ ਐਗਰੀ ਕਰਕੇ ਦੂਜੇ ਵਿਊ ਨਾਲ ਆਪਾਂ ਕੀ ਕਰਦੇ ਆ ਇਹ ਪੁੱਛ ਰਿਹਾ ਤੁਹਾਨੂੰ ਡਿਸਐਗਰੀ ਕਰਦੇ ਆ ਠੀਕ ਹੈ ਉਹਨੂੰ ਆਪਾਂ ਲਿਖਦੇ ਵੀ ਆ ਕਿਸ ਤਰੀਕੇ ਨਾਲ ਲਿਖਣਾ ਉਹ ਆ ਫਾਰਮੂਲਾ ਸਮਝ ਲੱਗੀ ਕਿ ਨਹੀਂ ਲੱਗੀ ਹਨਾ ਹੁਣ ਆ ਸਟੇਟਮੈਂਟ ਦੀ ਸਮਝ ਲੱਗੀ ਕਿ ਨਹੀਂ ਲੱਗੀ ਚੰਗੀ ਤਰ੍ਹਾਂ ਲੱਗੀ ਕੋਈ ਡਾਊਟ ਹੋਵੇ ਸਟੇਟਮੈਂਟ ਦੇ ਵਿੱਚ ਕੁਐਸਚਨ ਦੇ ਵਿੱਚ ਕੋਈ ਡਾਊਟ ਹੋਵੇ ਠੀਕ ਹੈ ਹੁਣ ਆਈਡੀਓਲੋਜੀਜ਼ ਆਪਣੇ ਕੋਲੇ ਕਿ ਆਪਾਂ ਆ ਸਟੇਟਮੈਂਟ ਨਾਲ ਐਗਰੀ ਕਰਨਾ ਆ ਸਟੇਟਮੈਂਟ ਨਾਲ ਡਿਸਐਗਰੀ ਕਰਨਾ ਮਰਜ਼ੀ ਤੁਹਾਡੀ ਆ ਪਰ ਕਈ ਵਾਰੀ ਕੀ ਹੁੰਦਾ ਤੁਸੀਂ ਜਿਹੜਾ ਜੇ ਵਰਡ ਯੂ ਲਿਖਿਆ ਹੋਇਆ ਨਾ ਇਹ ਮੈਂ ਤੁਹਾਨੂੰ ਹਰ ਐਸਏ 'ਚ ਕਹਿਣਾ ਕਿ ਬੜਾ ਪਾਵਰਫੁਲ ਆ ਤੁਹਾਡੇ ਕੋਲੇ ਪੂਰੀ ਪਾਵਰ ਆ ਸ਼ਕਤੀਮਾਨ ਆ ਤੁਸੀਂ ਇਸ ਚੀਜ਼ ਦੇ ਐਵੇਂ ਗੋਲ ਗੋਲ ਨਾ ਘੁੰਮਣ ਲੱਗ ਜਾਓ ਬਾਅਦ ਚੋਂ ਜਿਸ ਤਾਂ ਐਸੇ ਲਿਖਣ ਲੱਗੇ ਪਹਿਲਾਂ ਪੇਪਰ ਤੋਂ ਉੱਠ ਕੇ ਗੋਲ ਗੋਲ ਘੁੰਮਣ ਲੱਗ ਜਾਓ ਸ਼ਕਤੀਮਾਨ ਵਾਂਗੂ ਕਿ ਪਾਵਰ ਨਹੀਂ ਆਈ ਇਹੋ ਜੀ ਕੋਈ ਜਾਂ ਇਹ ਕਿ ਤੁਸੀਂ ਛੂ ਮਾਰਿਆ ਤੇ ਪੇਪਰ ਹੋ ਗਿਆ ਬਟ ਤੁਸੀਂ ਇਸ ਚੀਜ਼ ਦੇ ਸ਼ਕਤੀਮਾਨ ਆ ਕਿ ਤੁਸੀਂ ਕਿੱਧਰਲੇ ਪਾਸੇ ਨੂੰ ਜਾਣਾ ਚਾਹੁੰਦੇ ਆ ਹੁਣ ਜਿੱਧਰਲੇ ਪਾਸੇ ਤੁਸੀਂ ਜਾਣਾ ਚਾਹੁੰਦੇ ਆ ਕਈ ਵਾਰ ਕੀ ਹੁੰਦਾ ਕਿ ਜਿੱਧਰਲਾ ਪਾਸਾ ਤੁਹਾਡਾ ਮਨ ਕਰਦਾ ਠੀਕ ਹੈ ਹੁਣ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਮੈਂ ਇਸ ਸਟੇਟਮੈਂਟ ਦੇ ਨਾਲ ਸਹਿਮਤ ਨਹੀਂ ਮੈਂ ਇਸ ਸਟੇਟਮੈਂਟ ਨਾਲ ਡਿਸਐਗਰੀ ਆ ਪਰ ਹੋ ਸਕਦਾ ਐਗਰੀ ਵਾਸਤੇ ਮੇਰੇ ਕੋਲ ਪੁਆਇੰਟ ਜ਼ਿਆਦਾ ਬਣਦੇ ਹੋ ਸਕਦਾ ਮੇਰੇ ਕੋਲੇ ਕੰਟੈਂਟ ਆਈਡੀਆਜ਼ ਐਗਰੀ ਵਾਸਤੇ ਜ਼ਿਆਦਾ ਹੋਣ ਇਹ ਚੀਜ਼ ਨੂੰ ਇਵੈਲੂਏਟ ਪਹਿਲੇ 5 ਮਿੰਟਾਂ ਥੋੜੀ ਹੋ ਜਾਣੀ ਚਾਹੀਦੀ ਆ 1.5 ਮਿੰਟ ਵਿੱਚ ਸਟੇਟਮੈਂਟ ਸਮਝ ਕੇ ਧਿਆਨ ਨਾਲ ਪੜ੍ਹ ਕੇ ਪਹਿਲੇ 5 ਮਿੰਟਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਕੋਲੇ ਕਿਹੜੀ ਚੀਜ਼ ਵਾਸਤੇ ਐਗਰੀ ਵਾਸਤੇ ਪੁਆਇੰਟ ਜ਼ਿਆਦੇ ਆ ਕਿ ਡਿਸਐਗਰੀ ਵਾਸਤੇ ਪੁਆਇੰਟ ਜ਼ਿਆਦੇ ਆ ਕਿਉਂਕਿ ਓਪੀਨੀਅਨ ਐਸੇ ਵਿੱਚ ਆਪਣੇ ਓਪੀਨੀਅਨ ਨੂੰ ਪ੍ਰੂਵ ਕਰਨਾ ਹੁੰਦਾ ਮੈਥਮੈਟਿਕਸ ਨਹੀਂ ਕਰਦੇ ਨੇ ਸਵਾਲ ਨੂੰ ਸੌਂਗ ਕਰਕੇ ਹੈਂਸ ਪ੍ਰੂਵਡ ਉਦਾਂ ਹੀ ਆਪਣੇ ਪੁਆਇੰਟ ਨੂੰ ਸਾਬਤ ਕਰਨਾ ਉਹ ਇਸ ਫਾਰਮੂਲੇ ਦੇ ਜ਼ਰੀਏ ਅੰਡਰਸਟੈਂਡ ਔਰ ਨਾਟ ਠੀਕ ਹੈ ਹੁਣ ਫਾਰਮੂਲਾ ਕੀ ਕਹਿੰਦਾ ਵਾ ਕਿ ਪਹਿਲਾਂ ਤੁਸੀਂ ਕੋਈ ਵੀ ਜਰਨਲ ਸਟੇਟਮੈਂਟ ਲਿਖੋ ਆਪਾਂ 1 2 3 4 5 6 7 8 9 10 11 12 ਸੈਂਟੈਂਸਾਂ ਦਾ ਐਸੇ ਲਿਖਣਾ ਸਾਰਾ ਸੌਰੀ 12 13 14 ਐਸੇ 14 ਸੈਂਟੈਂਸਸ ਦਾ 13 14 ਸੈਂਟੈਂਸਸ ਦਾ ਕਿ ਆਪਾਂ ਇਹ ਐਸੇ ਲਿਖਣਾ ਹੁਣ ਉਹ ਸੈਂਟੈਂਸਸ ਆਏ ਨਹੀਂ ਕਿ ਗਵਰਨਮੈਂਟ ਸ਼ੁੱਡ ਜ਼ਿਆਦਾ ਇਹਨੂੰ ਆਪਾਂ ਕਰਤਾ ਕਿ ਲੋਕ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਠੀਕ ਹੈ ਲੋਕਲ এনवायरमेंट ਲੋਕਾਂ ਨੂੰ ਆ ਪ੍ਰੋਟੈਕਟ ਕਰਨਾ ਚਾਹੀਦਾ ਉਹ ਐਂ ਕਰ ਸਕਦੇ ਆ ਉਹ ਐਂ ਕਰ ਸਕਦੇ 11 ਤੋਂ ਇੱਕ ਪੈਸੇਜ ਹੀ ਬਣਨਾ ਸੈਂਟੈਂਸਸ ਤੋਂ ਭਾਵ ਮਤਲਬ ਕੀ ਆ ਕੰਟੈਂਟ ਇੱਥੇ ਜਿਹੜੇ ਸੈਂਟੈਂਸਸ ਲਿਖੇ ਆ ਮਤਲਬ ਸੈਗਮੈਂਟ ਆਫ ਕੰਟੈਂਟ ਮਤਲਬ ਜੇ ਤੁਸੀਂ ਜਰਨਲ ਸਟੇਟਮੈਂਟ ਲਿਖ ਰਹੇ ਹੋ ਹੋ ਜ਼ਰੂਰੀ ਨਹੀਂ ਕਿ ਜਰਨਲ ਸਟੇਟਮੈਂਟ ਇੱਕ ਲਾਈਨ ਦੀ ਹੋਵੇ ਤਾਂ ਦੋਵਾਂ ਦੀ ਵੀ ਹੋ ਸਕਦੀ ਹੈ ਜੇ ਤੁਸੀਂ ਇਹਨੂੰ ਰੀਰਾਈਟ ਕਰਦੇ ਆ ਠੀਕ ਹੈ ਫਿਰ ਵੀ 2 ਲਾਈਨਾਂ ਦੇ ਵਿੱਚ ਕਰ ਸਕਦੇ ਆ 3 ਲਾਈਨਾਂ 'ਚ ਕਰ ਸਕਦੇ ਆ ਡਸਨਟ ਮੈਟਰ ਠੀਕ ਹੈ ਵਰਡ ਲਿਮਿਟ ਕਿੱਦਾਂ ਪੂਰੀ ਹੋਊਗੀ ਉਹ ਮੈਂ ਤੁਹਾਨੂੰ ਬਾਅਦ 'ਚ ਦੱਸ ਦਿੰਦਾ ਠੀਕ ਹੈ ਵਰਡ ਲਿਮਿਟ ਕਿੱਦਾਂ ਪੂਰੀ ਹੋਊਗੀ ਤੁਸੀਂ ਇਹ ਸਟਰਕਚਰ ਨੂੰ ਫੋਲੋ ਜ਼ਰੂਰ ਕਰਨਾ ਇਹਦੇ ਵਿੱਚ ਕੀ ਆ ਪਹਿਲਾਂ ਹੁਣ ਜਰਨਲ ਸਟੇਟਮੈਂਟ ਦਾ ਰੌਲਾ ਬਹੁਤ ਲੋਕ ਕਹਿੰਦੇ ਇਹ ਤਾਂ ਰੂਲ ਹੀ ਚੇਂਜ ਹੋ ਗਿਆ ਠੀਕ ਹੈ ਇਹ ਤਾਂ ਕਾਨੂੰਨ ਹੀ ਬਦਲ ਗਿਆ ਕਿ ਇਹ ਤਾਂ ਹੁਣ ਲਿਖਦੇ ਹੀ ਨਹੀਂ ਇਹ ਤਾਂ ਲਿਖਾਉਂਦੇ ਹੀ ਨਹੀਂ ਮੈਂ ਕੱਲ ਵੀ ਇਹ ਗੱਲ ਕਹੀ ਸੀ ਕੈਂਬਰਿਜ ਯੂਨੀਵਰਸਿਟੀ ਨੇ ਕਦੇ ਕੋਈ ਰੂਲ ਨਹੀਂ ਦਿੱਤਾ ਆਇਲਟਸ ਨੂੰ ਕਰਨ ਦਾ ਕਦੇ ਦੱਸਿਆ ਨਹੀਂ ਕਿ ਤੁਸੀਂ ਜਰਨਲ ਸਟੇਟਮੈਂਟ ਲਿਖਣੀ ਆ ਜਰਨਲ ਸਟੇਟਮੈਂਟ ਨਹੀਂ ਲਿਖਣੀ ਕਦੇ ਵੀ ਉਹਨੇ ਕੋਈ ਵੀ ਇਹੋ ਜਿਹਾ ਆਪਾਂ ਨੂੰ ਨਹੀਂ ਦਿੱਤਾ ਆ ਵੀ ਹੈ ਨਾ ਜਿਹੜੇ ਆ ਰੀਰਾਈਟ ਕਰਨ ਦੇ ਜਾਂ ਦਿਸ ਐਸੇ ਵੁਡ ਆਰਗੂ ਇਹ ਵੀ ਆਪਣੇ ਮੇਰੇ ਵਰਗੇ ਲੋਕਾਂ ਨੇ ਬਣਾਏ ਹੋਏ ਆ ਇਹ ਵੀ ਨਹੀਂ ਕਿਹਾ ਕਦੇ ਕੈਂਬਰਿਜ ਯੂਨੀਵਰਸਿਟੀ ਕਿ ਐਂ ਲਿਖੋ ਹੋਰ ਵੀ ਤਰੀਕੇ ਨਾਲ ਤੁਸੀਂ ਲਿਖ ਸਕਦੇ ਕੋਈ ਪ੍ਰੋਬਲਮ ਨਹੀਂ ਯੂਨੀਵਰਸਿਟੀ ਨੂੰ ਰੌਲਾ ਕੀ ਆ ਕਿ ਉਹ ਆਪਾਂ ਨੂੰ ਇੱਕ ਤੁਹਾਨੂੰ ਪੜਾਉਣ ਵਾਸਤੇ ਤੁਹਾਨੂੰ ਸਮਝਾਉਣ ਵਾਸਤੇ ਕਿ ਤੁਹਾਨੂੰ ਸੌਖਾ ਹੋਵੇ ਤੁਸੀਂ ਛੇਤੀ ਇਹ ਚੀਜ਼ ਸਿੱਖ ਸਕੋ ਠੀਕ ਹੈ ਉਹਦੇ ਵਾਸਤੇ ਇੱਕ ਸਟਰਕਚਰ ਤਿਆਰ ਕੀਤਾ ਕਿ ਤੁਸੀਂ ਉਹਦਾ ਰੀਰਾਈਟ ਕਰ ਲਓ ਤੇ ਫਿਰ ਇਦਾਂ ਲਿਖੋ ਸਮਝ ਲੱਗੀ ਯੈਸ অর ਨੋ ਆਲਰਾਈਟ ਹੁਣ ਇਸ ਤੋਂ ਬਾਅਦ ਕੀ ਆ ਜਰਨਲ ਸਟੇਟਮੈਂਟ ਜਿਹੜੇ ਬੱਚਾ ਲਿਖ ਸਕਦਾ ਉਹ ਤਾਂ ਬੱਚਾ ਲਿਖੇ ਜ਼ਰੂਰ ਲਿਖੇ ਜਿਹੜੇ ਬੱਚੇ ਨੂੰ ਲੱਗਦਾ ਕਿ ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਜਰਨਲ ਸਟੇਟਮੈਂਟ 'ਚ ਕੀ ਲਿਖਾਂ ਠੀਕ ਹੈ ਉਹ ਬੱਚਾ ਨਾ ਵੀ ਲਿਖੇ ਤਾਂ ਕੋਈ 1% ਦਾ ਵੀ ਫਰਕ ਨਹੀਂ ਪੈਣਾ ਇੰਪੈਕਟ ਦਾ ਫਰਕ ਪੈਣਾ ਜਿਹੜਾ ਬੱਚਾ ਲਿਖੂਗਾ ਜਿਹੜਾ ਬੱਚਾ ਨਹੀਂ ਲਿਖੂਗਾ ਉਹਦਾ ਇੰਪੈਕਟ ਥੋੜਾ ਜਿਹਾ ਘੱਟ ਹੋਊਗਾ ਬਸ ਇੰਨੀ ਗੱਲ ਆ ਬੈਂਡ ਸਕੋਰ ਤੇ ਕੋਈ ਬਹੁਤਾ ਅਸਰ ਉਹਦਾ ਨਹੀਂ ਪੈਣਾ ਜਿਹੜੇ ਬੱਚੇ ਨੂੰ ਜਰਨਲ ਸਟੇਟਮੈਂਟ ਲਿਖਣੀ ਸੌਖੀ ਲੱਗਦੀ ਆ ਉਹੀ ਬੱਚਾ ਲਿਖੇ ਸੌਖੀ ਲੱਗਦੀ ਮਤਲਬ ਕਿ ਇੰਨੀ ਈਜ਼ੀ ਲੱਗਦੀ ਕਿ ਉਹ ਆਰਾਮ ਨਾਲ ਲਿਖ ਸਕਦਾ ਜੇ ਤੁਹਾਨੂੰ ਲੱਗਦਾ ਨਾ ਪਹਿਲੀ ਲਾਈਨ 'ਚ ਤੁਸੀਂ ਸੋਚਣ ਲੱਗਦੇ ਯਾਰ ਮੈਂ ਇੱਥੇ ਕਿਵੇਂ ਸੈਂਟੈਂਸ ਨੂੰ ਕਿਵੇਂ ਲਿਖਾਂ ਰਹਿਣ ਦਿਓ ਲਿਖਣ ਕਿਉਂਕਿ ਪੜ੍ਹਦੇ ਸਾਰੀ ਐਗਜ਼ਾਮੀਨਰ ਨੇ ਕਹਿਣਾ ਕਿ ਇਹ ਤਾਂ ਯਾਰ ਬੱਚਾ ਲਿਖਦਾ ਹੀ ਕਿਸੇ ਹੋਰ ਤਰੀਕੇ ਨਾਲ ਆ ਬੱਚਾ ਕੌਨਫੀਡੈਂਟ ਨਹੀਂ ਹੈਗਾ ਪਹਿਲੇ ਸੈਂਟੈਂਸ 'ਚ ਜੇ ਗਲਤੀ ਲੱਭਦਾ ਗ੍ਰਾਮੈਟੀਕਲ ਮਿਸਟੇਕ ਲੱਭਦਾ ਜਾਂ ਤੁਹਾਡੇ ਕਨਸੈਪਟ ਦੇ ਉੱਤੇ ਮਿਸਟੇਕ ਲੱਭਦਾ ਤਾਂ ਉਹਨੇ ਤੁਹਾਡੇ ਐਗਜ਼ਾਮ ਨੂੰ ਲੈ ਕੇ ਉਹਦਾ ਵਿਊ ਪੁਆਇੰਟ ਹੀ ਚੇਂਜ ਹੋ ਸਕਦਾ ਠੀਕ ਹੈ ਜੇ ਤੁਹਾਨੂੰ ਸਮਝ ਲੱਗਦੀ ਆ ਤਾਂ ਲਿਖੋ ਜੇ ਤੁਹਾਨੂੰ ਈਜ਼ੀ ਲੱਗਦਾ ਤਾਂ ਲਿਖੋ ਜੇ ਤੁਹਾਨੂੰ ਈਜ਼ੀ ਨਹੀਂ ਲੱਗਦਾ ਜੇ 1% ਵੀ ਤੁਹਾਨੂੰ ਜਰਨਲ ਸਟੇਟਮੈਂਟ ਦੇ ਵਿੱਚ ਪ੍ਰੋਬਲਮ ਲੱਗਦੀ ਆ ਤਾਂ ਨਾ ਲਿਖੋ ਅੰਡਰਸਟੈਂਡ ਯੈਸ অর ਨੋ ਠੀਕ ਹੈ ਹੁਣ ਇਹਦੇ ਵਿੱਚ ਕੀ ਹੈ ਜਰਨਲ ਸਟੇਟਮੈਂਟ ਹੁੰਦੀ ਕੀ ਆ
ਜਰਨਲ ਸਟੇਟਮੈਂਟ ਨੂੰ ਇੱਕ ਨਾਮ ਦਿੱਤਾ ਗਿਆ ਜਰਨਲ। ਜਰਨਲ ਮਤਲਬ ਐਨੀਥਿੰਗ, ਠੀਕ ਹੈ। ਜਰਨਲ ਮਤਲਬ ਕਹਿੰਦੇ ਯਾਰ ਇਹ ਤਾਂ ਜਰਨਲ ਜੀ ਗੱਲ ਹੈ ਯਾਰ, ਇਹ ਤਾਂ ਕਾਮਨ ਜੀ ਗੱਲ ਹੈ ਯਾਰ, ਆਪਾਂ ਇਹ ਨਹੀਂ ਕਹਿੰਦੇ ਪੰਜਾਬੀ 'ਚ। ਉਹੀ ਚੀਜ਼ ਇਹੀ ਆ ਜਰਨਲ ਸਟੇਟਮੈਂਟ। ਤੁਸੀਂ ਉਹਦੇ ਵਿੱਚ ਕੋਟੇਸ਼ਨ ਨੂੰ ਯੂਜ਼ ਕਰ ਸਕਦੇ ਆ, ਜਰਨਲ ਸਟੇਟਮੈਂਟ ਵਿੱਚ ਕੋਟੇਸ਼ਨ ਯੂਜ਼ ਕਰ ਸਕਦੇ ਆ ਜੇ ਤੁਹਾਡਾ ਕੋਲੇ ਲੈਵਲ 'ਚ ਉਹ ਚੀਜ਼ ਹੈਗੀ ਆ। ਤਾਂ ਲਿਖਣੀ ਤਾਂ ਵਾ ਜੇ ਤੁਹਾਡੇ ਦਿਮਾਗ 'ਚ ਪੈਂਦੀ ਆ, ਜੇ ਤੁਹਾਨੂੰ ਲਿਖਣੀ ਸੌਖੀ ਲੱਗਦੀ ਆ, ਜੇ ਸਾਰਾ ਕੁਝ ਤੁਹਾਨੂੰ ਈਜ਼ੀ ਲੱਗਦਾ ਤਾਂ ਲਿਖਿਓ, ਸਿਰਫ ਤਾਂ ਹੀ। ਜੇ ਨਹੀਂ ਪੱਲੇ ਪੈ ਰਹੀ ਫਿਰ ਨਾ ਲਿਖੋ। ਮੈਂ ਵਾਰ-ਵਾਰ ਇਹ ਵਾਰਨ ਕਰ ਰਿਹਾ, ਮੈਨੂੰ ਬਾਅਦ 'ਚ ਇਹ ਨਹੀਂ ਗੱਲ ਕਹਿਣੀ ਕਿ ਸਰ ਤੁਸੀਂ ਕਿਹਾ ਸੀ ਲਿਖੋ, ਕਿ ਲਿਖੀ ਤੁਸੀਂ ਗਲਤ ਬੈਠੇ ਆ, ਉਹ ਚੀਜ਼ ਨੂੰ ਅਸੈਪਟ ਨਹੀਂ ਕੀਤਾ ਜਾਊਗਾ। ਜੇ ਤੁਹਾਨੂੰ ਲੱਗਦਾ ਕਿ ਹਾਂ ਸਾਡੀ ਗਲਤ ਹੋਊਗੀ, ਉਹਨੂੰ ਲਿਖੋ ਹੀ ਨਾ। ਜਿਵੇਂ ਫੋਰ ਐਗਜ਼ਾਮਪਲ ਇੱਥੇ ਜਰਨਲ ਸਟੇਟਮੈਂਟ ਵਿੱਚ ਹੁਣ এনवायरमेंट ਦੀ ਗੱਲ ਆ ਗਈ। ਹੁਣ এনवायरमेंट ਕੀ ਆ ਉਹ ਬਾਅਦ 'ਚ ਟੌਪਿਕ ਤੇ ਬਾਅਦ 'ਚ ਆਉਂਦੇ ਆ, ਠੀਕ ਆ। ਹੁਣ এনवायरमेंट ਕੀ ਆ? এনवायरमेंट ਆਪਣਾ ਸਰਾਊਂਡਿੰਗਸ ਆ, ਕੁਦਰਤ ਕਹਿ ਲਓ, ਉਹ 'ਚ ਆਪਣੇ ਦਰਖਤ ਕਹਿ ਲਓ, ਪੌਦੇ ਕਹਿ ਲਓ, ਸਾਰਾ ਕੁਝ এনवायरमेंट 'ਚ ਆ ਜਾਂਦਾ। ਆਪਣਾ ਆ ਜਾਂਦਾ ਕਿ ਨਹੀਂ ਆ ਜਾਂਦਾ, ਠੀਕ ਹੈ। ਹੁਣ ਉਸੇ এনवायरमेंट ਦੀ ਗੱਲ ਆ। ਹੁਣ ਜੇ ਆਪਾਂ ਮੈਂ ਲਿਖਣਾ ਪ੍ਰੋਟੈਕਟਿੰਗ এনवायरमेंट ਮਸਟ ਬੀ ਡਿਊਟੀ ਆਫ ਐਵਰੀ ਇੰਡੀਵਿਜੂਅਲ। ਹੁਣ ਇਹ ਕੀ ਆ? ਇੱਕ ਉਹ ਲਾਈਨ ਆ ਜਿਹਦੇ ਨਾਲ ਸਾਹਮਣੇ ਵਾਲਾ ਪੜ੍ਹਨ ਵਾਲਾ ਇਨਸਪਾਇਰ ਵੀ ਹੋ ਰਿਹਾ ਕਿ ਨਹੀਂ ਹੋ ਰਿਹਾ। ਜੇ ਹੁਣ ਮੈਂ ਕਿਸੇ ਨੂੰ ਗੱਲ ਕਹੂੰਗਾ ਪ੍ਰੋਟੈਕਟਿੰਗ এনवायरमेंट ਮਸਟ ਬੀ ਡਿਊਟੀ ਆਫ ਐਵਰੀ ਇੰਡੀਵਿਜੂਅਲ ਲਿਵਿੰਗ ਇਨ ਹਿਸ ਓਨ ਲੋਕੈਲਿਟੀ, ਮੈਂ ਕਿਸੇ ਨੂੰ ਇਹ ਗੱਲ ਕਹੀ, ਉਹ ਬੰਦਾ ਇਨਸਪਾਇਰ ਹੋਇਆ ਇਸ ਗੱਲ ਤੋਂ, ਉਹਨੂੰ ਕੁਝ ਸਿੱਖਣ ਨੂੰ ਮਿਲਿਆ ਕਿ ਨਹੀਂ ਮਿਲਿਆ? ਉਹਨੂੰ ਇਹ ਮਿਲਿਆ ਕਿ ਹਾਂ ਇਹ ਡਿਊਟੀ ਆ, ਇਹ ਕਰਨਾ ਚਾਹੀਦਾ, ਸਿੱਖਣ ਨੂੰ ਮਿਲਿਆ ਨਾ ਮੇਰੀ ਇੱਕ ਸੈਂਟੈਂਸ ਤੋਂ, ਠੀਕ ਹੈ। ਇਹਨੂੰ ਆਪਾਂ ਜਰਨਲ ਸਟੇਟਮੈਂਟ ਦੇ ਤੌਰ ਤੇ ਕੰਸੀਡਰ ਕਰ ਸਕਦੇ ਕਿ ਨਹੀਂ ਕਰ ਸਕਦੇ, ਠੀਕ ਹੈ। ਇਹ ਚੀਜ਼ ਨੂੰ ਆਪਾਂ ਜਰਨਲ ਸਟੇਟਮੈਂਟ ਦੇ ਤੌਰ ਤੇ ਕੰਸੀਡਰ ਕਰ ਸਕਦੇ ਆ, ਜਾਂ ਤੁਸੀਂ ਉਸੇ ਕੰਟੈਂਟ ਦੇ ਵਿੱਚੋਂ ਕੁਝ ਕੱਢ ਕੇ ਉਹਨੂੰ ਜਰਨਲੀ ਲਿਖ ਸਕਦੇ ਆ। ਪਰ ਕੋਟੇਸ਼ਨ ਆ ਜਿਹੜੀ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਆ। ਜੇ ਤੁਸੀਂ ਇੱਕ ਜਿਹੜੇ ਬੱਚੇ ਦੇ ਉਹ ਪਰ ਡਿਪੈਂਡ ਕਰਦਾ ਟੌਪਿਕ ਕੀ ਹੈ। ਅਗਰ ਤਾਂ ਕੋਈ ਟੌਪਿਕ ਇਹੋ ਜਿਹਾ ਜਿਹਦੇ ਬਾਰੇ ਤੁਸੀਂ ਕੋਈ ਵੀ ਕੋਟ ਲਿਖ ਸਕਦੇ ਆ ਇਨ ਦਾ ਜਰਨਲ ਸਟੇਟਮੈਂਟ ਦੇ ਨਾਮ ਤੇ, ਜਿਹੜੇ ਬੱਚੇ ਜ਼ਿਆਦਾ ਬੈਂਡ ਟਾਰਗੇਟ ਕਰਨਾ ਚਾਹੁੰਦੇ ਆ, 7 8 9 ਤੱਕ ਟਾਰਗੇਟ ਕਰਨਾ ਚਾਹੁੰਦੇ ਆ, ਠੀਕ ਹੈ। ਜੇ ਤੁਸੀਂ ਜਰਨਲ ਸਟੇਟਮੈਂਟ ਦੇ ਨਾਮ ਤੇ ਕੋਈ ਕੋਟੇਸ਼ਨ ਲਿਖ ਸਕਦੇ ਆ, ਜੇ ਤੁਹਾਡੇ ਟੌਪਿਕ ਦੇ ਹਿਸਾਬ ਨਾਲ ਕੋਈ ਕੋਟੇਸ਼ਨ ਯਾਦ ਆਉਂਦੀ ਆ, ਲੱਭਦੀ ਆ, ਤੁਸੀਂ ਬਣਾ ਸਕਦੇ ਆ, ਤਾਂ ਉਹ ਜ਼ਰੂਰ ਲਿਖਣੀ ਚਾਹੀਦੀ ਆ, ਬੈਂਡ ਸਕੋਰ ਇੰਪਰੂਵ ਹੋਣਗੇ। ਜੇ ਪਰ ਇਹ ਨਾ ਹੋਵੇ ਕੋਟੇਸ਼ਨ ਬਣਾਉਣ ਦੇ ਚੱਕਰ ਤੁਸੀਂ ਸੈਂਟੈਂਸ ਗਲਤ ਲਿਖਤਾ, ਗ੍ਰਾਮਰ ਗਲਤ ਲਿਖਤੀ, ਕੋਟੇਸ਼ਨ ਦਾ ਕੋਈ ਮਤਲਬ ਵੀ ਬਣਨਾ ਚਾਹੀਦਾ, ਸਮਝਦੇ ਨਾ? ਮਤਲਬ ਜ਼ਰੂਰ ਬਣਨਾ ਚਾਹੀਦਾ। ਇਹ ਨਹੀਂ ਉਹ 'ਚ ਕੋਟੇਸ਼ਨ ਉਦੋਂ ਆ ਜਦੋਂ ਉਹਦੇ ਵਿੱਚ ਕੁਝ ਸਿੱਖਣ ਨੂੰ ਮਿਲਿਆ, ਉਹ 'ਚ ਕੋਈ ਮੈਸੇਜ ਮਿਲਿਆ, ਉਦੋਂ ਕੋਟੇਸ਼ਨ ਆ, ਨਹੀਂ ਤਾਂ ਕੋਟੇਸ਼ਨ ਨਹੀਂ। ਅੰਡਰਸਟੈਂਡ? ਯੈਸ অর ਨੋ? ਆਲਰਾਈਟ, ਠੀਕ ਹੈ। ਤੇ ਜਰਨਲ ਸਟੇਟਮੈਂਟ ਇੱਕ ਚੋਇਸ ਬੇਸਿਸ ਆ, ਤੁਸੀਂ ਲਿਖਣੀ ਲਿਖੋ। ਜੇ ਤੁਹਾਨੂੰ ਪਰਫੈਕਟਲੀ ਆਉਂਦੀ ਹੈ ਤੁਹਾਡੇ ਬੈਂਡ ਸਕੋਰ ਜ਼ਰੂਰ ਬਦਲਣਗੇ। ਜੇ ਤੁਸੀਂ ਨਹੀਂ ਲਿਖਣੀ ਚਾਹੁੰਦੇ ਤਾਂ ਨਾ ਲਿਖੋ, ਔਖੇ ਨਾ ਹੋ। ਦੈਟਸ ਦਾ ਪੁਆਇੰਟ। ਉਦੋਂ ਬਾਅਦ ਆ ਗਿਆ ਰੀਰਾਈਟ ਦਾ ਕੁਐਸਚਨ ਇਨ ਯੋਰ ਵਰਡਸ। ਆਪਣੇ ਸ਼ਬਦਾਂ ਦੇ ਵਿੱਚ ਸਵਾਲ ਜੋ ਲਿਖਿਆ ਹੋਇਆ ਵਾ ਇਹਨੂੰ ਛੱਡ ਕੇ ਦੁਬਾਰਾ ਉਹਨੂੰ ਲਿਖ ਲਓ। ਉਹੀ ਫਾਰਮੈਟ ਆ ਜਿਹੜਾ ਕੱਲ ਕੀਤਾ ਸੀਗਾ, ਠੀਕ ਹੈ। ਆਪਣੇ ਸ਼ਬਦਾਂ ਦੇ ਵਿੱਚ ਆ ਜਿਹੜੀ ਉੱਪਰ ਸਟੇਟਮੈਂਟ ਦਿੱਤੀ ਹੋਈ ਆ ਇਹਨੂੰ ਦੁਬਾਰਾ ਲਿਖ ਦਿਓ। ਹੁਣ ਕਿਵੇਂ ਦੁਬਾਰਾ ਲਿਖੋਗੇ ਇਹਨੂੰ? ਬੋਲੋ, ਕੋਈ ਬਣਾ ਸਕਦਾ ਇਸੇ ਸਟੇਟਮੈਂਟ ਦੀ? ਕੋਈ ਬੰਦਾ ਬਣਾ ਕੇ ਦਊਗਾ? ਕੋਈ ਜਵਾਕ ਇਸੇ ਸਟੇਟਮੈਂਟ ਨੂੰ ਰੀਰਾਈਟ ਕਰਕੇ ਦੱਸੇ ਕੋਈ? It should be responsibility of every individual to look after the environment of his own locality. ये चीज आती। And this should be prohibited, कह दो या कि इतने बंदिश होनी चाहिए या this should be in law by the government। गल सेम बन गई कि सरकारी तौर पे जो सरकार कोई काम कराऊगी अपन तो कानूनी तौर पे कराऊगी ना, लिख के दोगी ना कि भी थोड़ा एनवायरमेंट तुसी आप रखा लॉ कढोगी ना उस उत्ते कढोगी ना। दिस शुड बी प्रोटेक्टेड और दिस शुड बी डन बाय लॉ बाय द गवर्नमेंट। लाइन बन गई। होर कोई लाइन बनाओ इस चीज दी, रीराइट करो इस नूं, आठ आठ फॉर्मेट्स करो। बोलो कोई, कौन बोलूगा? हाउ वी कैन राइट द इन अदर वर्ड्स। अदर वर्ड्स ਦੇ ਵਿੱਚ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਜਮਾ ਐਗਜ਼ੈਕਟ ਹਾਂ ਗਵਰਨਮੈਂਟ ਵਰਡ ਯੂਜ਼ ਕਰਨਾ, ਆਹ ਵਰਡ ਯੂਜ਼ ਕਰਨਾ ਜ਼ਰੂਰੀ ਨਹੀਂ ਆ। ਉਹਦੇ ਹੋਰ ਵੀ ਤੁਸੀਂ ਸਿਨੋਨੀਮਸ ਵੀ ਯੂਜ਼ ਕਰ ਸਕਦੇ ਆ, ਠੀਕ ਹੈ। ਸਿਨੋਨੀਮਸ ਦੇ ਵਿੱਚ ਕਿਹੜੇ ਕਿਹੜੇ ਵਰਡ ਯੂਜ਼ ਕਰੋਗੇ? ਗਵਰਨਮੈਂਟ ਦਾ ਸਿਨੋਨੀਮ ਦੱਸੋ। ਹੈ ਅਥਾਰਟੀ, ਹਾਂਜੀ ਸੈਂਟਰਲ ਅਥਾਰਟੀ ਕਹਿ ਸਕਦੇ ਆ, ਪਰ ਅਥਾਰਟੀ ਐਂਡ ਸੈਂਟਰਲ ਅਥਾਰਟੀ ਉਹ ਸੈਂਟਰਲ ਹੋਵੇ ਸਟੇਟ ਦੀ ਹੋਵੇ ਉਹ ਕੋਈ ਇਸ਼ੂ ਨਹੀਂ। ਹੋਰ ਲਾਅ ਮੇਕਰਸ, ਹੋਰ
ਬਿਊਰੋਕਰੈਟਸ ਓਕੇ। ਹੁਣ ਇਹਦੇ ਵਿੱਚ ਕੀ ਆ ਗਿਆ, ਗਵਰਨਮੈਂਟ ਨੂੰ ਆਪਾਂ ਇੱਕ ਯੂਜ਼ ਕਰ ਲਿਆ ਇੱਕ ਵਰਡ ਅੱਡ। ਹੁਣ ਕਿਹੜੇ ਕਿਹੜੇ ਵਰਡਸ ਦੇ ਸਿਨੋਨਿਮਸ ਬਣ ਸਕਦੇ ਆ, ਠੀਕ ਹੈ, ਉਹੀ ਵਰਡਸ ਦੇ ਸਿਨੋਨਿਮ ਬਣਾਓ, ਠੀਕ ਹੈ। ਜਿੱਦਾਂ ਕਿ ਗਵਰਨਮੈਂਟ ਹੋ ਗਿਆ, ਠੀਕ ਹੈ, ਲੋਕਲ ਹੋ ਗਿਆ, এনवायरमेंट ਹੋ ਗਿਆ, ਪੀਪਲ ਹੋ ਗਿਆ ਤੇ ਰਿਸਪੌਂਸਿਬਿਲਿਟੀ ਹੋ ਗਿਆ। ਇਹਦੇ ਸਿਨੋਨਿਮ ਜ਼ਰੂਰੀ ਨਹੀਂ, ਇਹ ਵੀ ਗੱਲ ਦਾ ਧਿਆਨ ਰੱਖੋ, ਜ਼ਰੂਰੀ ਨਹੀਂ ਕਿ ਹਰ ਵਰਡ ਦਾ ਸਿਨੋਨਿਮ ਬਣਾਉਣਾ ਹੀ ਬਣਾਉਣਾ ਵਾ। ਇਹ ਨਾ ਹੋਵੇ ਕਿ ਤੁਸੀਂ ਇੰਟਰੋਡਕਸ਼ਨ 'ਚ 10 ਮਿੰਟ ਲਾ ਦਿਓ ਸਿਨੋਨਿਮ ਬਣਾਉਂਦੇ। ਇਟ ਇਜ਼ ਨਾਟ ਇੰਪੋਰਟੈਂਟ ਕਿ ਤੁਹਾਨੂੰ ਸਿਨੋਨਿਮ ਬਣਾਉਣਾ ਜ਼ਰੂਰੀ ਆ। ਇਹ ਕਿਤੇ ਵੀ ਨਹੀਂ ਲਿਖਿਆ ਕਿ ਤੁਹਾਨੂੰ ਹਰ ਚੀਜ਼ ਦਾ ਸਿਨੋਨਿਮ ਬਣਾ ਕੇ ਹੀ ਪੈਣਾ ਪੈਂਦਾ, ਠੀਕ ਹੈ। ਨੰਬਰ 1 ਨੰਬਰ 2 ਫਾਰਮੂਲਾ ਮੈਂ ਹਰ ਵੀਡੀਓ 'ਚ ਰਿਪੀਟ ਕਰੂੰਗਾ, ਹਰ ਕਲਾਸ 'ਚ ਰਿਪੀਟ ਕਰੂੰਗਾ, ਕਿਉਂਕਿ ਹਰ ਐਸੇ 'ਚ ਚੀਜ਼ ਲਾਗੂ ਹੁੰਦੀ ਆ। ਕੋਈ ਵੀ ਵਰਡ ਜਿਵੇਂ ਗਵਰਨਮੈਂਟ ਵਰਡ ਆ, ਤੁਸੀਂ ਪੂਰੇ ਐਸੇ 'ਚ 3 ਤੋਂ 4 ਵਾਰੀ ਲਿਖ ਸਕਦੇ ਆ ਲੀਗਲੀ ਅਕੋਰਡਿੰਗ ਟੂ ਦ ਗਾਈਡਲਾਈਨਸ ਆਫ ਕੈਂਬਰਿਜ। ਤੁਸੀਂ ਕੋਈ ਵੀ ਵਰਡ ਨੂੰ 3 ਤੋਂ 4 ਵਾਰੀ ਉੱਥੇ ਲਿਖ ਸਕਦੇ ਆ ਪੈਸੇਜ ਦੇ ਵਿੱਚ, ਆਪਣੇ ਐਸੇ ਦੇ ਵਿੱਚ। ਹਾਂ, ਕਈ ਵਾਰੀ ਕੀ ਹੁੰਦਾ ਕਿ ਤੁਸੀਂ ਠੀਕ ਹੈ, ਕਈ ਵਾਰੀ ਕੀ ਹੁੰਦਾ ਕਿ ਤੁਸੀਂ ਪੈਸੇਜ ਲਿਖ ਰਹੇ ਆ, ਤੁਸੀਂ ਪਹਿਲੇ ਪੈਰਾਗ੍ਰਾਫ ਦੇ ਵਿੱਚ ਗਵਰਨਮੈਂਟ 4-5 ਵਾਰੀ ਯੂਜ਼ ਕਰ ਲਿਆ, ਦੂਜੇ ਪੈਰਾਗ੍ਰਾਫ ਤੁਸੀਂ ਸਾਰਿਆਂ 'ਚ ਲਾਅ ਮੇਕਰ ਗਿਆ, ਤਾਂ ਹੁਣ ਤੁਹਾਨੂੰ ਆਪ ਹੀ ਅਜੀਬ ਲੱਗੂਗਾ, ਠੀਕ ਹੈ। ਉੱਥੇ ਕਰੋ ਵਰਡ ਦਾ ਫਰਕ ਪੈਣਾ, ਸੈਂਟੈਂਸ ਦਾ ਫਰਕ ਨਹੀਂ ਪੈਣਾ। ਜਦੋਂ ਗਵਰਨਮੈਂਟ ਲਾਅ ਮੇਕਰ ਮਤਲਬ ਸੇਮ ਆ, ਠੀਕ ਹੈ, ਉਦੋਂ ਕੀ ਕਰੋ, ਇੱਧਰੋਂ ਉੱਪਰ ਜੋ 2 ਮਿਕਸ ਕਰਕੇ ਗਵਰਨਮੈਂਟ ਕੱਢ ਕੇ ਥੱਲੇ ਲਿਖ ਦਿਓ, ਥੱਲੇ ਦੇ ਲਾਅ ਮੇਕਰ ਕੱਢ ਕੇ ਐਂਡ ਦੇ ਉੱਪਰ ਕਰ ਦਿਓ। ਐਂਡ ਵਾਲੇ 5 ਮਿੰਟ ਇਸ ਕੰਮ ਨੂੰ ਰੱਖਿਆ ਕਰੋ, ਗ੍ਰਾਮਰ ਚੈੱਕ ਕਰਨ ਨੂੰ, ਕਿਤੇ ਕਟਿੰਗ ਚੈੱਕ ਕਰਨ ਨੂੰ, ਹੋਰ ਕੀ ਚੈੱਕ ਕਰਨ ਨੂੰ ਰੱਖ ਸਕਦੇ ਆਪਾਂ। ਜਿਹੜੇ ਤੁਹਾਡੇ ਵਰਡਸ ਆ ਗਵਰਨਮੈਂਟ ਆ, ਇਹ ਕਿਤੇ ਯੂਜ਼ ਵਾਰ-ਵਾਰ ਨਾ ਹੋਏ। ਅੰਡਰਸਟੈਂਡ ਔਰ ਨੋ, ਯੈਸ ਔਰ ਨੋ? 4 ਤੋਂ 5 ਵਾਰੀ ਤੁਸੀਂ ਯੂਜ਼ ਕਰ ਸਕਦੇ ਆਰਾਮ ਨਾਲ ਕਿਸੇ ਵੀ ਇੱਕ ਵਰਡ ਨੂੰ, ਠੀਕ ਹੈ। ਪਰ ਉਸੇ ਵਰਡ ਦੇ ਹੋਰ ਸਿਨੋਨਿਮਸ ਜਿਹੜੇ ਯੂਜ਼ ਕਰਨੇ, ਇੱਕ ਵੀ ਹੋਵੇ ਤੁਹਾਡੇ ਐਸੇ ਤੁਹਾਨੂੰ ਬਾਹਲੀ ਲੋੜ ਨਹੀਂ ਪਊਗੀ। ਤੁਹਾਡੇ ਕੋਲ ਇੱਕ ਵੀ ਸਿਨੋਨਿਮ ਕਿਸੇ ਵਰਡ ਦਾ ਹੋਵੇ ਨਾ, ਜਿਵੇਂ ਗਵਰਨਮੈਂਟ ਦਾ ਉਹਦੇ ਕੋਲ ਲਾਅ ਮੇਕਰ ਹੈ, ਅਥਾਰਟੀਜ਼ ਆ ਗਿਆ, ਤੁਹਾਡੇ ਕੋਲ ਇੱਕ ਵੀ ਸਿਨੋਨਿਮ ਆ, ਤੁਸੀਂ 4 ਵਾਰੀ ਆ ਯੂਜ਼ ਕੀਤਾ, 4 ਵਾਰੀ ਅਥਾਰਟੀਜ਼ ਯੂਜ਼ ਕੀਤਾ, 8 ਵਾਰੀ ਤੁਸੀਂ ਕਿੱਥੇ ਯੂਜ਼ ਕਰਨਾ ਐਸੇ 'ਚ? ਤਾਂ ਜ਼ਿਆਦਾ ਸਿਨੋਨਿਮਸ ਪਿੱਛੇ ਭੱਜਣਾ, ਜ਼ਿਆਦਾ ਵੋਕੈਬ ਪਿੱਛੇ ਭੱਜਣਾ ਇੱਕ ਬੇਵਕੂਫੀ ਆ। ਮੈਂ ਤੁਹਾਨੂੰ ਅੱਜ ਇਹ ਗੱਲ ਦੱਸ ਰਿਹਾ। ਮੈਂ ਦੇਖਦਾ ਕਿ ਬੱਚੇ ਵੋਕੈਬ ਕਰਦੇ। ਹਾਂ ਠੀਕ ਹੈ, ਜੇ ਤੁਸੀਂ 8-8.5 ਬੈਂਡ ਜਾਂ 9 ਬੈਂਡ ਨੂੰ ਟਾਰਗੇਟ ਕਰਦੇ ਤਾਂ ਵੋਕੈਬ ਇਜ਼ ਰੀਅਲੀ ਇੰਪੋਰਟੈਂਟ। ਉਸ ਟਾਈਮ ਤੇ ਇੰਪੋਰਟੈਂਟ ਹੋ ਜਾਂਦੀ ਹੈ ਕਿ ਬੰਦੇ ਦੀ ਰੇਂਜ ਕੀ ਆ, ਉੱਥੇ ਰੇਂਜ ਦੇਖੀ ਜਾਂਦੀ ਹੈ। ਪਰ 6.5 5 7 ਤੱਕ 7.5 ਤੱਕ ਵੀ 4 ਵਾਰੀ ਲਿਖੋ, ਉਸ ਤੋਂ ਵੱਧ ਨਾ ਲਿਖੋ, ਇਟਸ ਮੋਰ ਦੈਨ ਇਨਫ, ਠੀਕ ਹੈ। ਜਦੋਂ ਤੁਸੀਂ 6.5 7 ਤੱਕ ਜਾਂਦੇ ਆ, ਉੱਥੋਂ ਤੱਕ ਤੁਹਾਡਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਟਾਸਕ ਰਿਸਪੌਂਸ। ਤੁਸੀਂ ਟਾਸਕ ਨਾਲ ਜੁੜੇ ਕਿੰਨਾ ਕਾ, ਜਾਂ ਜਿਹੜਾ ਆਪਾਂ ਫਾਰਮੂਲਾ ਲਿਖਿਆ ਸੀ ਉਹਦੇ ਪ੍ਰੋਸੈਸ ਤੁਸੀਂ ਜਾ ਰਹੇ ਕਿ ਨਹੀਂ ਜਾ ਰਹੇ। ਜੇ ਤੁਹਾਨੂੰ ਸਿੰਪਲ ਵਰਡ ਦੱਸਾਂ, ਉਹ ਪ੍ਰੋਸੈਸ ਵਿੱਚ ਚੱਲ ਰਿਹਾ ਤੁਹਾਡਾ ਫਾਰਮੂਲਾ ਕਿ ਨਹੀਂ ਚੱਲ ਰਿਹਾ, ਦੈਟਸ ਆਲ। ਇਹੀ ਫਾਰਮੂਲਾ ਕਰ ਰਹੇ ਸੀ ਪਹਿਲਾਂ ਵੀ ਤੁਸੀਂ ਕਿ ਨਹੀਂ? ਹਾਂਜੀ, ਹੁਣ ਕੀ ਆ ਗਿਆ? 3 ਚੀਜ਼ਾਂ ਕਰਨੀਆਂ ਦੋਨੋਂ ਪੈਸੇਜ, 3-4 ਚੀਜ਼ਾਂ ਦੋਨੋਂ ਪੈਸੇਜਸ ਵਿੱਚ ਕਰਨੀਆਂ ਆਪਾਂ। ਪਹਿਲਾਂ ਕੀ ਕਰਨਾ, ਬੋਲੋ? ਜਨਰਲ ਸਟੇਟਮੈਂਟ ਦੀ ਇੰਟਰੋ 'ਚ ਕਰਨੀ ਹੈ ਨਾ, ਪੈਸੇਜ 'ਚ ਗੱਲ ਕਰਨੀ ਹੈ। ਇੰਟਰੋ ਹੋਗੀ, ਇੰਟਰੋ ਨੂੰ ਪਹਿਲਾਂ ਆਪਾਂ ਜਨਰਲ ਸਟੇਟਮੈਂਟ ਦੇਤੀ, ਕੋਟੇਸ਼ਨ ਦੇਤੀ, ਫਿਰ ਉਹਨੂੰ ਰੀਰਾਈਟ ਕਰ ਲਿਆ। ਫਿਰ ਰੀਰਾਈਟ ਕਰਨ ਤੋਂ ਬਾਅਦ ਆਪਾਂ ਕੀ ਕਰ ਲਿਆ, ਫਿਰ ਦੱਸ ਦਿਸ ਐਸੇ ਵਿਲ ਆਰਗਿਊ ਮਾਈ ਐਗਰੀਮੈਂਟ ਔਨ ਦਿਸ, ਇਦਾਂ ਦਾ ਕਹਿੰਦਾ ਕਿਉਂ ਤੇ ਕਿਵੇਂ, ਠੀਕ ਹੈ। ਆਹ ਚੀਜ਼ ਹੋ ਗਿਆ। ਜਾਂ ਦਿਸ ਐਸੇ ਵਿਲ ਆਰਗਿਊ, ਜਾਂ ਬਿਫੋਰ ਗਿਵਿੰਗ ਮਾਈ ਓਪੀਨੀਅਨ ਦਿਸ ਐਸੇ ਵਿਲ ਆਰਗਿਊ ਔਨ ਬੋਥ ਦ ਵਿਊਜ਼, ਬੋਥ ਦ ਸਾਈਡਸ, ਇਦਾਂ ਤੁਸੀਂ ਕਹਿ ਸਕਦੇ ਹੋ। ਕਿਉਂਕਿ ਇਹ ਓਪੀਨੀਅਨ ਐਸੇ ਆ, ਕਨਕਲੂਜਨ ਦੇ ਵਿੱਚ ਪਤਾ ਲੱਗਣਾ ਚਾਹੀਦਾ ਕਲੀਅਰਲੀ ਕਿ ਤੁਸੀਂ ਐਗਰੀ ਹੋ ਰਹੇ ਹੋ ਕਿ ਡਿਸਐਗਰੀ ਹੋ ਰਹੇ ਹੋ, ਨਹੀਂ ਤਾਂ ਕੋਈ ਗੱਲ ਨਹੀਂ, ਤੁਸੀਂ ਜਿਵੇਂ ਮਰਜ਼ੀ BP1 BP2 ਲਿਖ ਸਕਦੇ। ਅੰਡਰਸਟੈਂਡ, ਯੈਸ ਔਰ ਨੋ? ਠੀਕ ਹੈ। ਹੁਣ ਅੱਗੇ ਆ ਗਿਆ, ਜਦੋਂ ਤੁਸੀਂ BP1 BP2 ਇੰਟਰੋਡਕਸ਼ਨ ਸਾਰਿਆਂ ਨੂੰ ਕਲੀਅਰ ਆ? ਐਵਰੀਵਨ, ਕਿਸੇ ਨੂੰ ਇੰਟਰੋਡਕਸ਼ਨ ਡਾਊਟ ਹੋਵੇ, ਕਿਸੇ ਦਾ ਕੋਈ ਮੈਥਡ ਚੇਂਜ ਹੋ ਰਿਹਾ ਹੋਵੇ, ਮੈਨੂੰ ਦੱਸ ਦਿਓ ਹੁਣੇ ਇੰਟਰੋਡਕਸ਼ਨ ਦਾ, ਬੋਲੋ, ਠੀਕ ਹੈ। ਹੁਣ ਕੀ ਗੱਲ ਆ? ਹਾਂਜੀ, ਥੀਸਿਸ ਲਾਈਨ। ਉਹ ਥੀਸਿਸ ਲਾਈਨ ਨੂੰ ਤੁਸੀਂ ਕੀ ਕੰਸੀਡਰ ਕਰਦੇ ਆ? ਕੀ ਲਿਖੋਗੇ ਥੀਸਿਸ ਲਾਈਨ ਦੇ ਵਿੱਚ? ਉਹ ਮੈਂ ਤੁਹਾਨੂੰ ਲਿਖਾ ਤਾਂ ਦਿੱਤੀ, ਮੈਂ ਤੁਹਾਨੂੰ ਲਿਖਾ ਤਾਂ ਦਿੱਤੀ। ਨਹੀਂ, ਐਕਸਟੈਂਟ ਜਿਹੜਾ ਵਰਡ ਆ ਨਾ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਇਹਨੂੰ ਕਨਕਲੂਜਨ 'ਚ ਲੈ ਜਾਣਾ, ਉਹਨੂੰ ਸੋਚੋ ਨਾ ਉਹਨਾਂ ਟਾਈਮ। ਜਿਹੜਾ ਐਕਸਟੈਂਟ ਆ ਉਹਨੂੰ ਉਹਨਾਂ ਸੋਚੋ ਨਾ। ਇੰਟਰੋ ਵਿੱਚ ਜਿਹੜੀ ਤੁਸੀਂ ਥੀਸਿਸ ਲਾਈਨ ਕਰੋ, ਮੈਂ ਕਹਿੰਦਾ ਦਿਸ ਐਸੇ ਵਿਲ ਆਰਗਿਊ both the sides before giving my opinion. Simple words, simple thing. ਐਵੇਂ ਇਹਨੂੰ ਕੋਈ ਐਡਾ ਇੰਪੋਰਟੈਂਟ ਥੀਸਿਸ ਲਾਈਨ ਦਾ ਨਾਮ ਦੇ ਕੇ ਕੋਈ ਐਡਾ ਕੋਈ ਡਰਾਉਣ ਵਾਲੀ ਗੱਲ ਨਹੀਂ ਹੈਗੀ, ਠੀਕ ਹੈ। ਐਗਰੀ ਡਿਸਐਗਰੀ ਸਾਰਿਆਂ ਜਿਹਦਾ ਲਿਖ ਸਕਦੇ, ਕੋਈ ਏਡੀ ਦਿੱਕਤ ਨਹੀਂ। Am I right or wrong?
ਰਾਈਟ ਠੀਕ ਹੈ। ਤੇ ਇਦੋਂ ਬਾਅਦ ਕੀ ਆ ਗਿਆ ਹੁਣ BP1 BP2 ਦੀ ਗੱਲ ਆ, ਪਹਿਲਾਂ ਬੋਡੀ ਪੈਰਾਗ੍ਰਾਫਸ ਦੀ ਗੱਲ ਆ 1 ਤੇ 2। ਹੁਣ ਇਹਨਾਂ ਨੂੰ ਆਪਾਂ ਕੀ ਕਰਨਾ, ਇਹਦਾ ਸਿੰਪਲ ਜਿਹਾ ਇੱਕ ਫਾਰਮੂਲਾ ਵਾ ਉਹ ਦੇਖ ਲਓ। ਪਹਿਲਾਂ ਕੀ ਹੈ, ਤੁਸੀਂ ਫਾਰਮੂਲਾ ਲੈ ਕੇ ਆਉਣਾ BP1 ਦਾ। ਹਾਂਜੀ ਸਟੇਟ ਸਾਈਡ 1 ਹੋਊਗਾ, ਸਟੇਟ ਸਾਈਡ 1। ਹੁਣ ਸਟੇਟ ਸਾਈਡ 1 ਦਾ ਸਾਈਡ 1 ਦਾ ਕੀ ਮਤਲਬ ਹੈ ਇੱਥੇ, ਹੁਣ ਦੋ ਸਾਈਡ ਹੈ, ਇਸੇ ਚੀਜ਼ ਦੇ ਦੋ ਵਿਊ ਪੁਆਇੰਟ ਆ, ਇੱਕ ਤਾਂ ਐਗਰੀ ਹੈ ਇੱਕ ਡਿਸਐਗਰੀ ਹੈ। ਆਹ ਸਾਈਡ 1 ਆ ਗਈ, ਆਹ ਸਾਈਡ 2 ਆ ਗਈ, ਠੀਕ ਹੈ। ਹੁਣ ਦੋਨੇ ਸਾਈਡਸ ਨੂੰ ਇਹਨਾਂ ਦੋਨੋਂ ਵਿਊਜ਼ ਨੂੰ ਡਿਸਕਸ ਜ਼ਰੂਰ ਕਰਨਾ, ਪਰ ਜਿਹੜੇ ਵਿਊ ਨਾਲ ਤੁਸੀਂ ਐਗਰੀ ਨਹੀਂ ਕਰਦੇ, ਜਿਹੜੀ ਸਾਈਡ ਨਾਲ ਤੁਸੀਂ ਐਗਰੀ ਨਹੀਂ ਕਰਦੇ, ਉਹਨੂੰ BP1 ਦੇ ਵਿੱਚ ਪਾ ਦੇਣਾ। ਸਮਝਦੇ ਆ? ਇਦਾਂ ਹੀ ਹੁੰਦਾ ਤੇ ਤੁਸੀਂ ਆਪੋਜ਼ਿਟ ਕਰਦੇ ਆ ਹੈ। ਆਹੀ ਗੱਲ ਮੈਂ ਤੁਹਾਨੂੰ ਦੱਸਣੀ ਅੱਜ। ਤੁਸੀਂ ਕਰਦੇ ਆ ਦੋਨੋਂ BP ਐਗਰੀ ਦੇ ਬਣਾ ਦਿੰਦੇ ਆ, ਠੀਕ ਹੈ। ਜਿਹਦੇ ਨਾਲ ਕੀ ਹੁੰਦਾ, ਤੁਹਾਨੂੰ ਵਿਊ ਪੁਆਇੰਟਸ ਦੇਣੇ ਪੈਂਦੇ ਆ, ਸਾਰੇ 4-5 ਵਿਊ ਪੁਆਇੰਟਸ ਰੱਖਣੇ ਪੈਂਦੇ ਆ, 4-5 ਐਗਜ਼ਾਮਪਲਾਂ ਲਿਆਉਣੀਆਂ ਪੈਂਦੀਆਂ। ਦੋ ਤਾਂ ਐਗਜ਼ਾਮਪਲਾਂ ਦਊਂਗੇ ਨਾ ਫਿਰ ਇੱਕੋ ਵਿਊ ਪੁਆਇੰਟ ਤੇ। ਹੁਣ ਟੋਟਲੀ ਹੋਰ ਈਜ਼ੀ ਕਰਤਾ ਕਿ ਤੁਹਾਨੂੰ ਕੀ ਆ, ਇੱਕ ਸਿੰਪਲ ਫਾਰਮੂਲਾ, ਉਹ ਵੀ ਠੀਕ ਆ। ਆਈ ਐਮ ਨਾਟ ਸੇਇੰਗ ਇਟਸ ਰੋਂਗ। ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ ਕਿ ਆਇਲਸ ਦੇ ਵਿੱਚ ਕੋਈ ਵੀ ਫਾਰਮੂਲਾ ਨਹੀਂ ਹੁੰਦਾ। ਆ ਮੇਰਾ ਫਾਰਮੂਲਾ ਵਾ, ਠੀਕ ਹੈ, ਕਿਸੇ ਹੋਰ ਦਾ ਹੋਰ ਫਾਰਮੂਲਾ ਵਾ, ਕੋਈ ਚੀਜ਼ ਤੁਸੀਂ ਪੜਿਆ ਉਹ ਹੋਰ ਫਾਰਮੂਲਾ ਵਾ। ਬਟ ਜਿਸ ਤਰੀਕੇ ਨਾਲ ਵੀ ਤੁਸੀਂ ਐਸੇ ਲਿਖਦੇ ਆ, ਜਿਸ ਤਰੀਕੇ ਨਾਲ ਤੁਹਾਨੂੰ ਈਜ਼ੀ, ਉਹ ਸਹੀ ਹੁੰਦਾ। ਪਰ ਇੱਕ ਈਜ਼ੀ ਤਰੀਕਾ ਕੀ ਦੱਸ ਰਿਹਾ ਮੈਂ ਤੁਹਾਨੂੰ ਇਸ ਪੁਆਇੰਟ ਤੇ। ਕਨਸੈਪਚੁਅਲ ਬੇਸ ਦਾ ਮਤਲਬ ਕੀ ਆ, ਕਨਸੈਪਟ ਕਿਉਂ ਕਹਿੰਦਾ, ਕਨਸੈਪਟ ਦੀ ਕਲਾਸ ਕਿਉਂ ਲਾ ਰਹੇ ਆਪਾਂ, ਇਹਦਾ ਮਤਲਬ ਇਹੀ ਆ ਕਿ ਤੁਸੀਂ ਕਨਸੈਪਟ ਸਿੱਖ ਜਾਓ ਕਿ ਕਿਸ ਤਰੀਕੇ ਨਾਲ ਤੁਸੀਂ ਵਰਡ ਲਿਮਿਟ ਪੂਰੀ ਕਰੋ, ਕਿਸ ਤਰੀਕੇ ਨਾਲ ਤੁਸੀਂ ਆਈਡੀਆ ਪੂਰਾ ਕਰੋ, ਕਿਸ ਤਰੀਕੇ ਨਾਲ ਤੁਸੀਂ ਆਪਣਾ ਟਾਸਕ ਰਿਸਪੌਂਸ ਪੂਰਾ ਕਰੋ। ਆ ਚੀਜ਼ਾਂ ਸਮਝ ਰਹੇ ਕਿ ਨਹੀਂ ਸਮਝ ਰਹੇ? ਹੁਣ ਕੀ ਆ, ਦੋਨੋਂ ਸਾਈਡਸ ਨੂੰ ਡਿਸਕਸ ਕਰਾਂਗੇ ਅੱਜ ਆਪਾਂ। ਕਰਕੇ ਦੇਖੋ, ਤੁਹਾਨੂੰ ਇਹਦਾ ਫਾਇਦਾ ਪਤਾ ਲੱਗੂਗਾ 1-2 ਦਿਨਾਂ ਦੇ ਵਿੱਚ, ਬਹੁਤ ਫਾਇਦਾ ਪਤਾ ਲੱਗੂਗਾ। ਤੁਸੀਂ ਜਦ ਐਗਰੀ ਕਰਦੇ ਆ, ਐਗਰੀ ਕਰਤਾ, ਹੁਣ ਦੇਖੋ ਫॉर ਐਗਜ਼ਾਮਪਲ ਆਪਾਂ ਇਸ ਚੀਜ਼ ਨਾਲ ਐਗਰੀ ਕਰਨਾ, ਐਗਰੀ ਕਰਕੇ ਆਪਾਂ ਕੀ ਕਰਦੇ ਆ ਕਿ ਲੋਕਲ এনवायरमेंट ਨੂੰ, ਲੋਕਾਂ ਨੂੰ ਆਪ ਦੇਖਾ, ਆਪਾਂ ਇਸ ਚੀਜ਼ ਨਾਲ ਐਗਰੀ ਕਰਦੇ ਆ। ਹੁਣ ਆਪਾਂ ਇਹਦੇ ਫਾਇਦੇ ਦੇਖਾਂਗੇ, ਐਡਵਾਂਟੇਜ ਲੱਭਾਂਗੇ ਕੀ ਹੈ ਇਸ ਚੀਜ਼ ਦੇ, ਆਪਾਂ ਲਿਖਾਂਗੇ ਕਿ ਕਿਉਂ ਐਗਰੀ ਕਰਦੇ ਇਸ ਚੀਜ਼ ਨਾਲ, ਇਹੀ ਦੱਸਾਂਗੇ ਨਾ। ਉਹਦੇ ਲਈ ਆਪਾਂ 1 ਪੁਆਇੰਟ ਦੇਣਾ ਪਊਗਾ, 2 ਪੁਆਇੰਟ ਦੇਣੇ ਪੈਣਗੇ, 3 ਦੇਣੇ ਪੈਣਗੇ, 4, ਫਿਰ ਇੱਕ ਐਗਜ਼ਾਮਪਲ ਆ, ਇਹੀ ਕਰਾਂਗੇ, ਠੀਕ ਹੈ। ਹੁਣ ਇਹਦੇ ਐਕਸਟੈਂਟ ਵੀ ਆ ਰਿਹਾ। ਐਕਸਟੈਂਟ ਤੱਕ ਕੀ ਕਰਨਾ ਵਾ, ਪਹਿਲਾਂ ਸਾਈਡ 1 ਨੂੰ, ਜਿਹੜੀ ਸਾਈਡ ਨਾਲ ਤੁਸੀਂ ਡਿਸਐਗਰੀ ਕਰ, ਜਿਹੜੀ ਸਾਈਡ ਨਾਲ ਤੁਸੀਂ ਐਗਰੀ ਨਹੀਂ ਕਰਦੇ, ਜੇ ਤੁਸੀਂ ਐਗਰੀ ਕਰਦੇ ਆ, ਠੀਕ ਹੈ, ਫਿਰ ਸਾਈਡ 1 ਨਾ ਬਣੂਗੀ, ਜੇ ਤੁਸੀਂ ਡਿਸਐਗਰੀ ਕਰਦੇ ਆ ਫਿਰ ਸਾਈਡ 1 ਨਾ ਬਣੂਗੀ। ਟੂ ਵਾਟ ਐਕਸਟੈਂਟ ਐਸੇ ਦੇ ਵਿੱਚ ਇਹੀ ਹੈ। ਸਮਝ ਲੱਗੀ ਕਿ ਨਹੀਂ ਲੱਗੀ? ਕੀ ਹੋਇਆ, ਜੇ ਤਾਂ ਤੁਸੀਂ ਐਗਰੀ ਕਰ ਰਹੇ ਆ ਇਸ ਸਟੇਟਮੈਂਟ, ਤੁਸੀਂ ਐਗਰੀ ਐਸੇ ਲਿਖਣਾ, ਅਬ ਤੁਹਾਡਾ opinion ਐਗਰੀ ਵੱਲ ਨੂੰ ਜਾਣਾ, ਫਿਰ ਤੁਹਾਡੀ ਸਾਈਡ 1 BP1 ਡਿਸਐਗਰੀ ਦਾ ਬਣੂਗਾ। ਹਾਂਜੀ, ਜੇ ਕੰਪਲੀਟਲੀ ਐਗਰੀ ਆ, ਕਿਉਂਕਿ ਤੇ ਵਾਟ ਐਕਸਟੈਂਟ ਡੂ ਯੂ ਐਗਰੀ ਐਂਡ ਡਿਸਐਗਰੀ ਹੈ ਨਾ, ਸਾਰੇ ਐਸੇ ਜੀ ਇਦਾਂ ਕਰਨਾ। ਹੁਣ ਥੋੜਾ ਤੁਹਾਨੂੰ ਲੱਗ ਰਿਹਾ ਹੋਊਗਾ ਡਿਫਰੈਂਟ, ਪਰ ਥੋੜਾ ਵੇਟ ਕਰੋ, ਦੇਖੋ ਅਜੇ ਕੀ ਹੋ ਰਿਹਾ ਇਸ ਦੇ ਵਿੱਚ, ਰੁਕੋ, ਠੀਕ ਹੈ। ਹੁਣ ਕੀ ਹੈ, ਐਗਰੀ ਹੋ ਗਏ। ਜੇ ਤੁਸੀਂ ਐਗਰੀ ਹੈ ਇਸ ਗੱਲ ਦੇ ਨਾਲ, ਤਾਂ ਪਹਿਲਾਂ ਡਿਸਐਗਰੀ ਦੇ ਵਿੱਚ ਲਿਖੋ ਕੀ ਆ, ਕਿਉਂ ਡਿਸਐਗਰੀ ਲੋਕ ਹੋ ਸਕਦੇ ਆ, ਇਹਦੇ ਵਿਊ ਪੁਆਇੰਟਸ ਨੂੰ ਮੂਰੇ ਲੈ ਕੇ ਆਓ। ਪਹਿਲੇ ਪੈਸੇਜ ਦੱਸੋ ਕਿ ਕਿਉਂ ਜਿਹੜੇ ਲੋਕ ਡਿਸਐਗਰੀ ਹੋਣਗੇ ਉਹ ਕਿਉਂ ਹੋਣਗੇ। ਸਮਝ ਲੱਗੀ ਕੀ ਆ, ਪਹਿਲਾਂ ਰੀਸਟੇਟ ਦਾ ਫਰਸਟ। ਹੁਣ ਤੁਸੀਂ ਆਪਾਂ ਐਗਰੀ ਨੂੰ ਜਾਣਾ ਕਿ ਡਿਸਐਗਰੀ ਨੂੰ ਜਾਣਾ, ਦੱਸੋ। ਐਗਰੀ ਨੂੰ ਜਾਣਾ ਸਟੇਟਮੈਂਟ ਨੂੰ, ਠੀਕ ਹੈ, ਆਪਾਂ ਐਗਰੀ ਨੂੰ ਜਾਣਾ। ਹੁਣ ਆਪਾਂ ਇਸ ਸਟੇਟ ਆ ਜਿਹੜਾ ਐਸੇ ਆ ਐਗਰੀਮੈਂਟ ਵੱਲ ਲੈ ਕੇ ਜਾਵਾਂਗੇ, ਡਿਸਐਗਰੀਮੈਂਟ ਵੱਲ ਨਹੀਂ ਲੈ ਕੇ ਜਾਵਾਂਗੇ, ਠੀਕ ਹੈ। ਐਗਰੀ ਜਾਣਾ ਆਪਾਂ ਐਗਰੀ ਕਰਨਾ ਇਸ ਐਸੇ ਨਾਲ। ਕਿੱਦਾਂ ਐਗਰੀ ਕਰਾਂਗੇ, ਪਹਿਲਾਂ BP1 ਦੇ ਵਿੱਚ ਆਪਾਂ ਇਹਦੇ ਡਿਸਐਗਰੀਮੈਂਟਸ ਬਾਰੇ ਸੋਚਣਾ। ਡਿਸਐਗਰੀ ਹੋਣਾ ਨਹੀਂਗਾ, ਡਿਸਐਗਰੀ ਬਾਰੇ ਦੱਸਣਾ ਸਿਰਫ, ਕਿਉਂ ਹੋ ਸਕਦੇ ਆ ਡਿਸਐਗਰੀ ਲੋਕ, ਠੀਕ ਹੈ। ਦੱਸਣ ਦਾ ਤਰੀਕਾ ਕੀ ਆ ਕਿ ਹਾਂ ਆ ਪ੍ਰੋਬਲਮਸ ਆ ਸਕਦੀਆਂ, ਪਰ ਤੁਸੀਂ ਡਿਸਐਗਰੀ ਨਹੀਂ ਹੋ ਰਹੇ ਉਹਦੇ ਵਿੱਚ। ਇਹ ਨਾ ਸੋਚੋ ਕਿ ਹਾਂ ਇੱਕ ਪੈਸੇਜ ਡਿਸਐਗਰੀ ਹੋ ਗਿਆ, ਇੱਕ ਚ ਐਗਰੀ ਹੋ ਗਿਆ, ਫਿਰ ਕੰਕਲੂਜਨ ਚ ਫਿਰ ਐਗਰੀ ਹੋ ਗਿਆ। ਇਹ ਫਾਰਮੂਲੇ ਚ ਮੈਂ ਕਦੇ ਨਹੀਂ ਕਿਹਾ। ਰੀਸਟੇਟ ਫਸਟ ਸਾਈਡ, ਰੀਸਟੇਟ ਦਾ ਆਪੋਜ਼ਿਟ ਸਾਈਡ ਲਿਖਿਆ, ਉੱਥੇ ਇਹ ਨਹੀਂ ਕਿਹਾ ਕਿ ਇੱਕ, ਉੱਥੇ ਕਦੇ ਵੀ ਇਹ ਨਹੀਂ ਲਿਖਿਆ ਕਿ ਸਾਈਡ ਇੱਕ ਐਗਰੀ ਹੋ ਜਾਓ, ਇੱਕ ਡਿਸਐਗਰੀ ਹੋ ਜਾਓ, ਫਿਰ ਜਿਹ 'ਚ ਤੁਸੀਂ ਜਾਣਾ ਚਾਹੁੰਦੇ ਕੰਕਲੂਜਨ ਜੋ ਕਰ ਦਿਓ। ਇਹ ਮੈਂ ਕਦੇ ਨਹੀਂ ਕਿਹਾ, ਠੀਕ ਹੈ ਨਾ। ਉਹ ਫਾਰਮੂਲੇਸ ਨੂੰ ਲਿਖ ਕੇ ਦਿੱਤਾ ਉੱਤੇ ਰੀਸਟੇਟ, ਉੱਤੇ ਸਟੇਟ ਰੀਸਟੇਟ ਕਿਹਨੂੰ ਕਰਨ ਨੂੰ ਕਿਹਾ, ਸਾਈਡਸ ਨੂੰ ਸਿਰਫ ਸਟੇਟ ਕਰਨੇ ਆ, ਠੀਕ ਹੈ। ਹੁਣ ਜੇ ਤੁਸੀਂ ਐਗਰੀਮੈਂਟ ਵਾਲਾ ਆਪਾਂ ਜਾਣਾ ਵਾ,
ਡਿਸਐਗਰੀਮੈਂਟ ਦੇ ਜਿਹੜੇ ਪੁਆਇੰਟਸ ਆ ਉਹਨੂੰ BP1 ਦੇ ਵਿੱਚ ਪਾ ਕੇ, ਜਿਵੇਂ ਕਿ although it is very important to protect the environment, but there may be some challenges to do by when people will do in their own localities. ਉਹ challenges ਕੀ ਆ ਸਕਦੇ ਆ ਕਿ ਪਲਾਂਟਸ ਲਾਉਣ ਵਾਸਤੇ, ਉਹ ਗ੍ਰੀਨਰੀ ਵਧਾਉਣ ਵਾਸਤੇ ਪੈਸਾ ਚਾਹੀਦਾ, ਕੌਣ ਦਊਗਾ? ਇਹਦਾ 50,000 ਰੁਪਏ ਇਕੱਠੇ ਕਰ ਲਓਗੇ, ਆਪਣੇ ਲੋਕ ਔਖੇ ਹੋ ਜਾਂਦੇ ਆ। ਇਸ ਤੋਂ 10 ਰੁਪਏ ਮੰਗ ਲਓ, ਲੋਕ ਔਖੇ ਹੋ ਜਾਂਦੇ। ਕੀ ਇਹ ਚੈਲੰਜ ਨਹੀਂ ਹੈਗਾ? ਕੀ ਇਸ ਐਗਰੀ ਡਿਸਐਗਰੀਮੈਂਟ ਦਾ, ਆਪਣੇ ਪੁਆਇੰਟਸ ਨੂੰ ਐਗਰੀ ਕਰਨ ਦਾ ਇੱਕ ਸਬੂਤ ਨਹੀਂ ਹੈਗਾ? ਕੀ ਇਹ ਕੰਸੀਡਰ ਨਹੀਂ ਕਰ ਸਕਦੇ ਆਪਾਂ? ਕਿਉਂ ਨਹੀਂ ਕਰ ਸਕਦੇ? ਦੱਸੋ ਬਾਈ ਜੀ। ਇਹ ਗੱਲ ਭੁਲੇਖਾ ਕਰ ਦੋ ਕਿ ਹਾਂ ਇਹ ਫਾਰਮੂਲਾ ਨਾ ਜਿਹੜਾ, ਇਹੀ ਆਪਾਂ ਵਹਿਮ ਕੱਢਣਾ, ਤਾਂ ਹੀ ਅੱਜ ਕੰਸੈਪਟ ਦੇ ਬੇਸਿਸ ਤੇ ਕਲਾਸ ਲਾ ਰਹੇ ਹਾਂ। ਇੱਕ ਵਾਰੀ ਤੁਹਾਡਾ ਕੰਸੈਪਟ ਦਿਮਾਗ 'ਚ ਵੜ ਗਿਆ, ਫਿਰ ਤੁਹਾਨੂੰ ਇਸ ਚੀਜ਼ ਦੀ ਲੋੜ ਨਹੀਂ ਪਊਗੀ। ਸਿਰਫ 2-3 ਦਿਨਾਂ ਦੇ ਵਿੱਚ ਪ੍ਰੈਕਟਿਸ ਦੇ ਨਾਲ ਹੀ ਇਹ ਤੁਹਾਡਾ ਕਵਰ ਅਪ ਹੋ ਜਾਊਗਾ। ਤੁਹਾਡੇ ਬੈਂਡ ਸਕੋਰ 1 ਜਾਂ 1.5 ਬੈਂਡ ਦੇ ਨਾਲ ਵੱਧ ਜਾਣਗੇ ਪਹਿਲਾਂ ਵਾਲੇ ਫਾਰਮੂਲੇ ਤੋਂ। ਐਂਡ ਦੈਟਸ ਦਾ ਪ੍ਰੈਕਟਿਸ। ਇਹ ਪ੍ਰੈਕਟਿਸ ਹੈ ਇਸ ਚੀਜ਼ ਦੀ। ਸਮਝੇ ਗੱਲ ਕਿ ਨਹੀਂ? ਕਿਵੇਂ ਆ ਆਪ ਐਗਰੀਮੈਂਟ ਜਾਣਾ। ਹੁਣ ਡਿਸਐਗਰੀਮੈਂਟ ਦੇ ਰੀਜ਼ਨਸ ਕੱਢ ਲਓ। ਡਿਸਐਗਰੀਮੈਂਟ ਨੂੰ ਮੈਂ ਫੇਰ ਵਾਰ ਲਗਾ, ਡਿਸਐਗਰੀ ਹੋਣਾ ਨਹੀਂਗਾ, ਸਿਰਫ ਉਹਨੂੰ ਸਟੇਟ ਕਰਕੇ, ਉਹਦੇ ਰੀਜ਼ਨਸ ਦੇ ਕੇ, ਉਹਦੀ ਐਗਜ਼ਾਮਪਲ ਦੇ ਕੇ ਉਹਦਾ ਕਨਕਲੂਜਨ ਦੇਣਾ। ਡਿਸਐਗਰੀ ਨਹੀਂ ਹੋਣਾ। ਡਿਸਐਗਰੀ ਹੋਣਾ ਨਹੀਂ, ਜਸਟ ਗਿਵ ਰੀਜ਼ਨਸ ਕਿ ਆਹ ਸਾਈਡ ਇੱਕ ਹੈਗੀ ਆ, ਦੂਜੀ ਸਾਈਡ ਦੱਸੋ ਕਿ ਉਦੋਂ ਪਾਵਰਫੁਲ ਪੁਆਇੰਟ ਲੈ ਕੇ ਆਓ ਕਿ ਐਗਰੀ ਕਿਉਂ ਹੋਣਾ ਚਾਹੀਦਾ। ਸਮਝ ਰਹੇ ਆ? ਉਹਦੇ ਨਾਲ ਕੰਟੈਂਟ ਦੀ ਕਮੀ ਬਚੂਗੀ। ਪਹਿਲਾਂ ਆਪਾਂ ਡਿਸਐਗਰੀਮੈਂਟ ਨੂੰ ਰੀਸਟੇਟ ਕਰਤਾ। ਕੀ ਆ ਰੀਸਟੇਟ ਦੇ ਵਿੱਚ ਕਰਨਾ? ਆਪਾਂ ਪੁਆਇੰਟ ਦੇਣੇ ਆ ਕਿ ਦੇਖੋ ਜੀ, ਇੱਕ ਤਾਂ ਫਾਈਨੈਂਸ਼ੀਅਲ ਪ੍ਰੋਬਲਮ ਆਊਗੀ। ਫਾਈਨੈਂਸ਼ੀਅਲ ਪ੍ਰੋਬਲਮ ਹੋਊਗੀ, ਪੈਸਾ ਹੁਣ ਜੇ ਆਪਾਂ ਸਾਡੇ ਪਿੰਡ ਤੋਂ ਪੈਸੇ ਇਕੱਠੇ ਕਰਨ ਲੱਗ ਜਾਓ, ਠੀਕ ਹੈ, ਤੇ ਰੈਲੀਆਂ ਨੂੰ ਕਰ ਲਓ, ਹੋਰਾਂ ਨੂੰ ਸਾਰਾ ਕੁਝ ਕਰ ਲਓ। ਜੇ ਕਹਿੰਦੇ ਪੌਦੇ ਲਾਉਣੇ, ਕਿਸੇ ਨੇ ਨਹੀਂ ਪੈਸੇ 10 ਰੁਪਏ ਨਹੀਂ ਦੇਣੇ, ਕਿਸੇ ਨੇ ਨਹੀਂ ਦਿੰਦੇ ਨਾ ਲੋਕ। ਚੰਗੇ ਕੰਮ ਨੂੰ ਕਹਿੰਦੇ ਨਹੀਂ ਕੋਈ ਪੈਸਾ ਦਿੰਦਾ। ਤੇ ਕਹਿੰਦਾ ਵੀ ਫਿਲਮ ਦਿਖਾਉਣੀ ਆ, ਤੁਹਾਡੇ ਵਰਗੇ ਟੂਰ ਤੇ ਲੈ ਜਾਓ, ਠੀਕ ਆ, ਆ ਮੈਂ ਉਹਨੇ ਕਰ ਲੈਣੇ ਕਿ 2,000 3,000 ਰੁਪਏ ਇਕੱਠਾ। ਪਰ ਇਹੀ ਕਹਿੰਦਾ ਕਿ ਆਪਾਂ ਨੇਚਰ ਪਾਰਕ ਦਰਖਤ ਲਾਉਣੇ ਆ, ਕਿਸੇ ਨੇ 10 ਰੁਪਏ ਨਹੀਂ ਦੇਣੇ, ਨਾ ਉਹ ਤੋਂ ਛੁੱਟੀ ਕਰ ਦੇਣੀ, ਨਾਲੇ ਆਉਣਾ ਵੀ ਨਹੀਂ। ਆਈ ਕਰੋਗੇ ਨਾ? ਆਈ ਕਰਦੇ, ਮੈਨੂੰ ਪਤਾ। ਦੇਖ ਰਹੇ ਨੇ ਐਕਸਪੈਰੀਮੈਂਟ ਕਰਕੇ ਇਹਦਾ। ਹੁਣ ਭਾਵੇਂ ਨਹੀਂ, ਹੁਣ ਤਾਂ ਸਰ ਨੇ ਕਹਿਤਾ, ਹੁਣ ਤਾਂ ਮੂੰਹ ਤੇ ਵੱਜੂਗੀ, ਹੁਣ ਤਾਂ ਆਵਾਂਗੇ ਨਾਲ 20 ਰੁਪਏ ਦੇਵਾਂਗੇ, ਮੈਂ ਡਬਲ ਲਵਾਂਗੇ, ਹੈ ਨਾ। ਪਰ ਚਲੋ ਕੋਈ ਨਹੀਂ, ਆਪਾਂ ਡਿਸਐਗਰੀਮੈਂਟ ਨੂੰ ਇਹ 'ਚ ਡਿਸਕਸ ਕਰ ਲਿਆ। ਡਿਸਐਗਰੀਮੈਂਟ ਨੂੰ ਡਿਸਕਸ ਕਰਨ ਦਾ ਕੀ ਫਾਇਦਾ ਹੋਊਗਾ ਕਿ ਆਪਣੇ ਕੋਲ ਕੰਟੈਂਟ ਜ਼ਿਆਦਾ ਹੋਊਗਾ। ਡਿਸਐਗਰੀ ਦਾ ਕੰਟੈਂਟ ਵੀ ਆਪਾਂ ਲਿਖ ਦਾਂਗੇ, ਐਗਰੀ ਦਾ ਕੰਟੈਂਟ। ਪਰ ਜਦੋਂ ਆਪਾਂ ਐਗਰੀ ਹੋ ਰਹੇ ਆ, ਆਪਾਂ ਐਗਰੀ ਉਦੋਂ ਹੋਣਾ ਜਦੋਂ ਐਗਰੀ ਦੇ ਵਿੱਚ, ਐਗਰੀ ਦੇ ਕੰਟੈਕਸਟ ਦੇ ਵਿੱਚ ਆਪਣੇ ਕੋਲ ਕੰਟੈਂਟ ਡਿਸਐਗਰੀ ਨਾਲੋਂ ਜ਼ਿਆਦਾ ਹੋਵੇ। ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ, ਕਈ ਵਾਰੀ ਕੀ ਹੁੰਦਾ ਕਿ ਐਗਰੀ ਆਪਾਂ ਅਸਲ ਮਾਨ ਆਪਣੇ ਐਗਰੀ ਨੂੰ ਹੋਵੇ, ਪਰ ਡਿਸਐਗਰੀ ਲਈ ਆਪਣੇ ਕੋਲ ਪੁਆਇੰਟ ਜ਼ਿਆਦਾ ਹੋਣ। ਜੇ ਡਿਸਐਗਰੀ ਲਈ ਪੁਆਇੰਟ ਜ਼ਿਆਦਾ ਹੋਣ, ਫਿਰ ਡਿਸਐਗਰੀ ਹੋਣਾ ਵਾ, ਕਿਉਂਕਿ ਤੁਹਾਡੇ ਕੋਲ ਪੁਆਇੰਟ ਜ਼ਿਆਦਾ ਆ, ਕੰਟੈਂਟ ਜ਼ਿਆਦਾ, ਤੁਸੀਂ ਸਟਰੋਂਗਲੀ ਜ਼ਿਆਦਾ ਡਿਸਐਗਰੀ ਪ੍ਰੂਵ ਕਰ ਸਕਦੇ ਆ। ਆਪਾਂ ਇਹ ਪ੍ਰੋਸੈਸ ਦੇ ਨਾਲ, ਇਹ ਸਟਰਕਚਰ ਦੇ ਨਾਲ ਐਗਜ਼ਾਮੀਨਰ ਦੇ ਉੱਤੇ ਟਾਸਕ ਰਿਸਪੌਂਸ ਦਾ ਲੈਵਲ ਬਹੁਤ ਹਾਈ ਕਰ ਲਾਂਗੇ, ਬਹੁਤ ਹੀ ਜ਼ਿਆਦਾ ਹਾਈ ਕਰ ਲਾਂਗੇ, ਬਹੁਤ ਹੀ ਜ਼ਿਆਦਾ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹਦੇ ਨਾਲ ਕਿੰਨਾ ਜ਼ਿਆਦਾ ਵਧੀਆ ਇੰਪੈਕਟ ਪੈਂਦਾ ਐਗਜ਼ਾਮੀਨਰ ਦੇ ਉੱਤੇ। ਉਹਦਾ ਰੀਜ਼ਨ ਪਤਾ ਕੀ ਹੈ? ਉਹਦਾ ਰੀਜ਼ਨ ਇਹ ਹੈ ਕਿ ਇਹ ਜਿਹੜਾ ਬੱਚਾ, ਇਹਨੇ ਜਿਹੜਾ ਕ੍ਰਿਟੀਕਲ ਥਿੰਕਿੰਗ ਵਾਲਾ ਕੁਐਸਚਨ ਸੀ, ਇਹਨੇ ਕੱਲਾ ਆਏ ਨਹੀਂ ਕਿ ਐਗਰੀ ਵਾਲਾ ਹੋ ਗਿਆ ਤੇ ਉਹਦੀਆਂ ਪੋਜ਼ਿਟਿਵ ਦੱਸੀਗੇ, ਕਨਕਲੂਜ ਕਰਤਾ ਕਿ ਮੈਂ ਤਾਂ ਜੀ ਐਗਰੀ ਕਰਦਾ। ਇਹਨੂੰ ਦੋਨੋਂ ਸਾਈਡਸ ਪਤਾ। ਪਹਿਲਾਂ ਇਹਨੇ ਪਹਿਲੀ ਸਾਈਡ ਦੱਸੀ ਹੈ, ਠੀਕ ਹੈ, ਉਹਦੇ ਫਾਇਦੇ ਦੱਸਿਆ, ਥੋੜਾ ਜਿਹਾ ਦੱਸਿਆ ਉਹਦੇ ਬਾਰੇ, ਪਰ ਜਿਹਦੇ ਨਾਲ ਇਹ ਐਗਰੀ ਹੋ ਰਿਹਾ ਉਹਨੂੰ ਸਟਰੋਂਗਲੀ ਪ੍ਰੂਵ ਕੀਤਾ ਦੂਜੇ BP 'ਚ। ਤੇ ਅੰਤ ਤੇ ਕਨਕਲੂਡ ਕਰਤਾ ਕਿ ਜਿਵੇਂ ਕਿ ਤੁਹਾਨੂੰ ਐਸੇ 'ਚ ਪਤਾ, ਐਸੇ ਨੂੰ ਕਨਕਲੂਜਨ ਤੋਂ ਬਿਨਾਂ ਐਸੇ ਪੜ੍ਹ ਕੇ ਪਤਾ ਲੱਗੂਗਾ ਕਿ ਐਗਰੀ ਵੱਲ ਹੋ ਰਹੇ ਹੋ ਤੁਸੀਂ, ਐਸੇ ਪੜ੍ਹ ਕੇ ਪਤਾ ਲੱਗੂਗਾ ਕਿ ਤੁਹਾਡੇ ਕੋਲ ਪੁਆਇੰਟ ਕਿਹੜੀ ਚੀਜ਼ ਵੱਲ ਜ਼ਿਆਦਾ ਆ। ਉੱਥੇ ਕਨਕਲੂਡ ਕਰ ਦੋ ਕਿ ਆਈ ਸਟਰੋਂਗਲੀ ਐਗਰੀ, ਆਈ ਮੋਡਰੇਟਲੀ ਐਗਰੀ। ਕਿਉਂਕਿ ਉਹ ਸਟਰੋਂਗਲੀ ਮੋਡਰੇਟਲੀ ਕਿਉਂ ਯੂਜ਼ ਕਰਨਾ, ਕਿਉਂਕਿ ਐਕਸਟੈਂਟ ਹੁੰਦਾ ਇੱਥੇ ਆ ਕਿਉਂ ਆਇਆ। ਤੁਸੀਂ ਕਿਸ ਹੱਦ ਤੱਕ ਆਈ ਮੋਡਰੇਟਲੀ, ਆਈ ਸਲਾਈਟਲੀ ਐਗਰੀ, ਆਈ ਸਲਾਈਟਲੀ ਐਗਰੀ ਮੋਰ, ਜਾਂ ਆਈ ਐਗਰੀ ਡਿਸਐਗਰੀ ਕਰ ਲਓ, ਐਂਡ ਤੇ ਕਰ ਦੇਣਾ ਬਸ। ਉਹਦੇ ਨਾਲ ਕੀ ਹੋਊਗਾ, ਤੁਸੀਂ ਜੇ ਤੁਹਾਨੂੰ ਮਜ਼ਾ ਆਉਂਦਾ ਹੈ ਕਰਨ 'ਚ, ਸੌਖਾ ਹੁੰਦਾ, ਤੁਸੀਂ ਐਗਰੀ ਕਰਨੇ ਆ, ਦੋਨੋਂ BP 'ਚ ਐਗਰੀ ਕਰਨਾ, BP1 'ਚ ਵੀ ਐਗਰੀ ਕਰਤਾ, BP2 'ਚ ਵੀ ਐਗਰੀ ਕਰਤਾ, ਕਨਕਲੂਜਨ ਵੀ ਐਗਰੀ ਦੇ ਤੌਰ ਤੇ ਕਰਤਾ, ਤੁਹਾਨੂੰ ਈਜ਼ੀ ਲੱਗਦਾ, ਮੈਂ ਕਹਿੰਦਾ ਜ਼ਰੂਰ ਕਰੋ। ਪਰ ਜੇ ਬੈਂਡ ਸਕੋਰ ਇੰਪਰੂਵ ਕਰਨਾ ਚਾਹੁੰਦੇ ਹੋ, ਅੱਛਾ ਇੰਪੈਕਟ ਚਾਹੁੰਦੇ ਹੋ, ਟਾਸਕ ਨੂੰ ਸਹੀ ਰਿਸਪੌਂਸ ਦੇਣਾ ਚਾਹੁੰਦੇ ਹੋ, ਆਪਣੀ ਨੌਲੇਜ ਨੂੰ ਪ੍ਰੂਵ ਕਰਨਾ ਚਾਹੁੰਦੇ ਹੋ, ਡਿਸਐਗਰੀ ਵੀ ਲਿਖੋ, ਪਰ ਡਿਸਐਗਰੀ ਹੋਵੋ ਨਾ। ਲਿਖੋ ਕਿ ਕੀ ਆਪਸ਼ਨਸ ਆ, ਕੀ ਡਿਸਐਡਵਾਂਟੇजेस ਆ, ਕੀ ਡਿਸਐਗਰੀਮੈਂਟਸ ਆ। ਡਿਸਐਗਰੀਮੈਂਟਸ ਨੂੰ ਲਿਖੋ, ਸਮਝਦੇ? ਹੁਣ ਮੈਂ ਕਾਲਜ ਨਹੀਂ ਗਿਆ ਕਦੀ, ਠੀਕ ਹੈ, ਹੁਣ
people should not go to college but they should do business instead। दो स्टेटमेंट आ गई, एक ही स्टेटमेंट का मतलब ਤਾਂ ਇੱਕ ਹੀ ਬੰਦਾ ਕਿ ਲੋਕਾਂ ਨੂੰ ਪੜ੍ਹਾਈ ਨਹੀਂ ਕਰਨੀ ਚਾਹੀਦੀ, ਕਾਲਜ ਨਹੀਂ ਜਾਣਾ ਚਾਹੀਦਾ, ਪਰ ਉਹਨਾਂ ਨੂੰ ਬਿਜ਼ਨਸ ਕਰਨਾ ਚਾਹੀਦਾ। ਸਮਝਦੇ? ਹੁਣ ਜੇ ਤੁਹਾਡੇ ਪਰਸਪੈਕਟਿਵ ਤੋਂ ਇਹ ਗੱਲ ਮੈਂ ਤੁਹਾਨੂੰ ਸਵਾਲ ਆਵੇ, ਤੁਸੀਂ ਇਹਦੇ ਨਾਲ ਡਿਸਐਗਰੀ ਕਰੋਗੇ ਕਿ ਨਹੀਂ ਜੀ ਨਹੀਂ, ਬਿਜ਼ਨਸ ਤਾਂ ਕਦੋਂ ਮਰਜ਼ੀ ਕਰ ਲਓ, ਪਹਿਲਾਂ ਪੜ੍ਹਾਈ ਤਾਂ ਕਰੋ, ਪਹਿਲਾਂ ਤੁਹਾਨੂੰ ਕੁਝ ਆਉਂਦਾ ਤਾਂ ਹੋਣਾ ਚਾਹੀਦਾ। ਠੀਕ ਹੈ, ਹੁਣ ਜਿਹੜਾ ਬੰਦਾ ਡਿਸਐਗਰੀ ਕਰਦਾ ਇਸ ਚੀਜ਼ ਦੇ ਨਾਲ, ਇਹ ਸਟੇਟਮੈਂਟ ਕੀ ਆ ਕਿ ਪੜ੍ਹਾਈ ਕਾਲਜ ਨਹੀਂ ਜਾਣਾ ਚਾਹੀਦਾ, ਬਿਜ਼ਨਸ ਕਰ ਲੈਣਾ ਚਾਹੀਦਾ, ਇਹ ਸਟੇਟਮੈਂਟ ਆ। ਹੁਣ ਤੁਸੀਂ ਪੜ੍ਹਦੇ ਆ, ਤੁਸੀਂ ਰੈਗੂਲਰਲੀ ਪੜ੍ਹ ਰਹੇ ਆ, ਕੋਈ ਬੰਦਾ ਜਿਹੜਾ PhD ਹੈ, ਮਾਸਟਰ ਡਿਗਰੀ ਹੋਲਡਰ, ਉਹਨੂੰ ਪੁੱਛੋਗੇ ਉਹ ਵੀ ਕਹੂਗਾ ਉਹ ਬਾਈ ਜੀ ਬਿਜ਼ਨਸ ਤਾਂ ਕਰੋਗੇ ਜੇ ਤੁਹਾਨੂੰ ਕੁਝ ਆਉਂਦਾ ਹੋਊਗਾ ਤਾਂ। ਠੀਕ ਹੈ, ਆਈ ਕਹਿਣਗੇ ਨਾ, ਇਹੀ ਗੱਲ ਹੋਊਗੀ। ਹੁਣ ਉੱਥੇ ਉਹ ਬੰਦਾ ਡਿਸਐਗਰੀਮੈਂਟ ਵੱਲ ਜਾਊਗਾ ਉਸ ਸਟੇਟਮੈਂਟ ਦੇ ਕਿ ਕਾਲਜ ਨਾ ਜਾਓ, ਬਿਜ਼ਨਸ ਕਰੋ। ਉਹ ਕਹੂਗਾ ਨਹੀਂ ਜੀ ਮੈਂ ਡਿਸਐਗਰੀ। ਆਲਦੋ ਕਾਲਜ ਨਾ ਜਾਣ ਦੇ ਫਾਇਦੇ ਇਹ ਆ ਕਿ ਆਪਣਾ ਟਾਈਮ ਸੇਵ ਹੁੰਦਾ, ਪੈਸਾ ਸੇਵ ਹੁੰਦਾ, ਬੰਦਾ ਸਿੱਧਾ ਕੰਮ ਤੇ ਲੱਗ ਜਾਂਦਾ, ਉੱਪਰ ਪੈਸਾ ਪਾਉਣ ਲੱਗ ਜਾਂਦਾ। ਬਟ ਮੈਂ ਇਸ ਚੀਜ਼ ਨੂੰ ਸਟਰੋਂਗਲੀ ਡਿਸਐਗਰੀ ਕਰਦਾ, ਕਿਉਂਕਿ ਜੇ ਆਪਾਂ ਪੜਾਂਗੇ ਨਾ, ਆਪਣੇ ਕੋਲ ਗਿਆਨ ਕਿਵੇਂ ਆਊਗਾ ਤੇ ਬਿਜ਼ਨਸ ਕਿਵੇਂ ਕਰਾਂਗੇ। ਉਹ ਇਦਾਂ ਕਰੂਗਾ। ਪਰ ਇਹੀ ਜੇ ਸਵਾਲ ਮੈਨੂੰ ਹੋਵੇ, ਜਿਹੜਾ ਇਸ ਚੀਜ਼ ਲੰਘ ਕੇ ਗਿਆ, ਜਿਹੜਾ ਇਸ ਚੀਜ਼ ਦਾ ਬੰਦਾ ਸੋਚ ਹੀ ਇਹ ਰੱਖਦਾ, ਠੀਕ ਹੈ, ਉਹ ਤਾਂ ਫਿਰ ਐਗਰੀ ਕਰੂਗਾ ਨਾ। ਮੈਂ ਐਗਰੀ ਕਰਦਾ ਕਿ ਮੰਨਦਾ ਕਿ ਨੌਲੇਜ ਹੈਗੀ ਆ, ਫਿਰ ਮੈਂ ਪਹਿਲਾਂ ਡਿਸਐਗਰੀ ਇਸ ਚੀਜ਼ ਦਾ ਡਿਸਐਗਰੀਮੈਂਟ ਕਿ ਮੰਨਦਾ ਕਿ ਨੌਲੇਜ ਹੋਣੀ ਚਾਹੀਦੀ ਆ, ਆਹ ਹੋਣਾ ਚਾਹੀਦਾ, ਪਰ ਜਿਹੜਾ ਸਮਾਂ ਮੇਰੇ ਲਈ ਜ਼ਿਆਦਾ, ਮੈਂ ਫਿਰ ਆਪਦੀ ਐਗਰੀਮੈਂਟ ਦੇ ਵਿੱਚ ਜ਼ਿਆਦਾ ਸਟਰੋਂਗ ਪੁਆਇੰਟ ਪ੍ਰੂਵ ਕਰ ਦੂੰਗਾ। ਇਹਦੇ ਨਾਲ ਕੀ ਹੋਊਗਾ, ਨੌਲੇਜ ਵੀ ਪ੍ਰੂਵ ਹੋਗੀ ਕਿ ਦੋਨੋਂ ਵਿਊਜ਼ ਬਾਰੇ ਪਤਾ, ਦੋਨੋਂ ਸਾਈਡਸ ਬਾਰੇ ਪਤਾ, ਤੇ ਆਪਣਾ ਜਿਹੜਾ ਓਪੀਨੀਅਨ ਆ ਉਹ ਵੀ ਕਲੀਅਰ ਹੁੰਦਾ ਚਲਾ ਗਿਆ। ਜਿਵੇਂ ਜਿਵੇਂ ਐਸੇ ਥੱਲੇ ਨੂੰ ਪਹੁੰਚਦਾ ਗਿਆ, ਇੱਕ ਸਟਰਕਚਰ ਆ, ਇੱਕ ਆਰਗੇਨਾਈਜੇਸ਼ਨ ਇਹਨੂੰ ਕਹਿ ਦਿੰਦੇ ਆ। ਅੰਡਰਸਟੈਂਡ ਔਰ ਨਾਟ? ਪਤਾ ਲੱਗਿਆ? ਇਸ ਚੀਜ਼ ਬਾਰੇ ਪਹਿਲਾਂ ਪਤਾ ਸੀ, ਜਮਾਂ ਹੀ ਨਹੀਂ ਪਤਾ ਸੀ, ਕਦੇ ਵੀ ਨਹੀਂ ਪਤਾ ਲੱਗਿਆ? ਠੀਕ ਹੈ, ਜੇ ਤੁਹਾਨੂੰ ਐਗਰੀ ਜਿਹਨਾਂ ਬੱਚਿਆਂ ਨੂੰ ਆਦਤ ਬਣੀ ਹੈ ਨਾ, ਜਿਨ੍ਹਾਂ ਦਾ ਐਗਜ਼ਾਮ ਆ, ਮੈਂ ਫੇਰ ਇਹ ਗੱਲ ਕਹਿਣਾ ਚਾਹੁੰਦਾ, ਤੁਸੀਂ ਕਰ ਲਓ, ਉੱਦਾਂ ਕਰ ਲਓ, ਕੋਈ ਪ੍ਰੋਬਲਮ ਨਹੀਂ, ਪਰ ਟਰਾਈ ਕਰੋ ਇੱਕ ਦੋ ਦਿਨ ਜਿੰਨਾ ਟਾਈਮ ਤੁਹਾਡੇ ਕੋਲ ਹੈਗਾ, ਟਰਾਈ ਕਰੋ ਕਿ ਇਸ ਚੀਜ਼ ਦੇ ਵਿੱਚ, ਕਿਉਂਕਿ ਜ਼ਿਆਦਾ ਇੰਪੈਕਟਫੁਲ ਚੀਜ਼ ਆ ਇਨ ਦਾ ਐਕਸਟੈਂਟ। ਜਿਹੜੀ ਸਾਈਡ ਨਾਲ ਤੁਸੀਂ ਡਿਸਐਗਰੀ ਕਰਦੇ ਆ, ਉਸ ਸਾਈਡ ਨੂੰ ਇੱਥੇ ਕਰਵਾ ਦਿਓ, ਪਹਿਲਾਂ BP1 ਚ ਲੈ ਜਾਓ। ਹਾਂ, ਜੇ ਤੁਸੀਂ ਐਗਰੀਮੈਂਟ ਨਾਲ ਜਾਣਾ ਫਿਰ ਡਿਸਐਗਰੀਮੈਂਟ ਲਿਖੋ, ਜੇ ਤੁਸੀਂ ਡਿਸਐਗਰੀਮੈਂਟ ਵਾਲਾ ਨਾ ਐਗਰੀਮੈਂਟ ਲਿਖੋ। ਹੁਣ ਮੇਰੇ ਕੋਲ ਪੁਆਇੰਟ ਜ਼ਿਆਦਾ ਹੋਣਗੇ ਇਸ ਚੀਜ਼ ਦੇ ਕਿ ਬਾਈ ਜੀ ਕਾਲਜ ਨਾ ਜਾਓ, ਪਹਿਲਾਂ ਬਿਜ਼ਨਸ ਕਰ ਲਓ, ਪੈਸਾ ਬਚਾਓ, ਸਮਾਂ ਬਚਾਓ, ਬਿਜ਼ਨਸ ਕਰੋ, ਪੈਸਾ ਆਊਗਾ, ਉਹ ਹੋਰ ਇਨਵੈਸਟ ਕਰੋ, ਹੋਰ ਬਿਜ਼ਨਸ ਕਰੋ। ਜਦੋਂ ਨੂੰ ਤੁਸੀਂ ਮੈਂ ਕਹੂੰਗਾ, ਮੈਂ ਇਹੋ ਜਿਹਾ ਪੁਆਇੰਟ ਦਊਂਗਾ, ਜਦੋਂ ਕੋਈ ਆਮ ਬੱਚਾ ਡਿਗਰੀ ਖਤਮ ਕਰਦਾ, ਮਾਸਟਰ ਡਿਗਰੀ ਖਤਮ ਕਰਦਾ, ਮੈਂ ਉਸ ਟਾਈਮ ਤੱਕ ਰਿਟਾਇਰਮੈਂਟ ਲੈ ਲੂੰਗਾ। ਮੇਰਾ ਹੁਣ ਵੀ ਇਹੀ ਪਲਾਨ ਆ। ਮੇਰੀ ਉਮਰ 22 ਸਾਲ ਹੈ, ਇਸ ਟਾਈਮ ਬੱਚਾ ਸੈਕੰਡ ਈਅਰ ਕਾਲਜ ਹੁੰਦਾ, ਠੀਕ ਆ, ਮੈਨੂੰ 4 ਸਾਲ ਬਿਜ਼ਨਸ ਕਰਦੇ ਹੋ ਗਏ। ਮਸਲਾ ਕੀ ਆ ਕਿ ਜਦੋਂ ਨੂੰ ਉਹਨਾਂ ਨੇ ਆਪਣੀ ਮਾਸਟਰਸ ਡਿਗਰੀ ਜਾਂ PhD ਕੰਪਲੀਟ ਕਰਨੀ ਹੈ, ਉਦੋਂ ਨੂੰ ਮੈਂ ਤਾਂ ਆਪਣੀ ਰਿਟਾਇਰਮੈਂਟ ਦੇ ਨੇੜੇ ਪਹੁੰਚਣਾ ਕਿ ਮੈਂ ਬਹੁਤ ਕੰਮ ਕਰ ਲਿਆ, 10-12 ਸਾਲ ਪਾਸ ਯਾਰ ਬਹੁਤ ਹੋ ਗਏ। ਉਹਨਾਂ ਨੇ ਹਜੇ ਸ਼ੁਰੂ ਕਰਨਾ। ਹੁਣ ਮੇਰੇ ਕੋਲ ਪੁਆਇੰਟ ਹੈਗੇ ਆ, ਮੈਂ ਤਾਂ ਬੋਲਦਾ ਉੱਤੇ। ਹੁਣ ਜਿਹੜਾ ਬੰਦਾ ਪੜ੍ਹਨ ਤੋਂ ਬਿਜ਼ੀ ਆ, ਉਹਨੇ ਕਹਿਣਾ ਨਹੀਂ ਨਹੀਂ ਪੜ੍ਹਾਈ ਜ਼ਰੂਰੀ ਆ, ਉਹਦੇ ਕੋਲੇ ਉਹਦੇ ਲਈ ਪੁਆਇੰਟ ਹੈਗੇ ਆ, ਪਰ ਲਿਖੂਗਾ ਦੋਨੇ। ਉਹ ਕਹੂਗਾ ਠੀਕ ਹੈ ਜੀ, ਮੰਨਦੇ ਆ ਕਿ ਪੈਸਾ ਤੇ ਸਮਾਂ ਬਚਦਾ ਵਾ, ਪਰ ਜੇ ਨੌਲੇਜ ਹੋਊਗੀ ਤਾਂ ਬੰਦਾ ਬਿਜ਼ਨਸ ਕਰੂਗਾ। ਤਾਂ ਕਰਕੇ ਮੈਂ ਇਸ ਸਟੇਟਮੈਂਟ ਡਿਸਐਗਰੀ ਕਰਦਾ। ਮੈਂ ਕਹੂੰਗਾ, ਮੈਂ ਐਗਰੀ ਕਰਦਾ ਕਿ ਪੈਸਾ ਦਾ ਤੁਹਾਡੀ ਨੌਲੇਜ ਤਾਂ ਹੋਰ ਬੁੱਕਸ ਤੋਂ ਵੀ ਆ ਜੂਗੀ। ਜਿਵੇਂ ਮੈਂ ਆਪਦੇ ਐਕਸਟਰਾ ਟਾਈਮ ਦੇ ਵਿੱਚ ਜਿਹੜੀ ਚੀਜ਼ ਦੀ ਮੈਨੂੰ ਲੋੜ ਆ, ਮੈਂ ਤਾਂ ਉਹੀ ਪੜ੍ਹਦਾ। ਜੇ ਹੁਣ ਮੈਨੂੰ ਬਿਜ਼ਨਸ ਦੀ ਤੇ ਇੰਗਲਿਸ਼ ਦੀ ਲੋੜ ਆ, ਮੈਂ ਇਹੀ ਪੜ੍ਹਦਾ, ਕਿਉਂਕਿ ਇਹੀ ਮੇਰੇ ਕੰਮ ਹੋਣੀ ਆ। ਮੈਂ ਜਿਓਗ੍ਰਾਫੀ ਨਹੀਂ ਪੜ੍ਹਦਾ, ਮੈਂ ਮੈਥਮੈਟਿਕਸ ਨਹੀਂ ਪੜ੍ਹਦਾ, ਮੈਨੂੰ ਲੋੜ ਹੀ ਨਹੀਂ। ਠੀਕ ਹੈ, ਮੈਂ ਇਸ ਚੀਜ਼ ਨਾਲ ਗਲਤ ਆ ਪੁਆਇੰਟ ਹੀ ਪ੍ਰੂਵ ਕਰਨਾ। ਇਹ ਗਲਤ ਸਹੀ ਤੇ ਕੁਝ ਵੀ ਨਹੀਂ, ਆਪਣੇ ਕਿਹੜਾ ਡਾਂਗ ਮਾਰ ਦੂ ਜੇ ਆਪਾਂ ਗਲਤ ਕਹਿ ਦਾਂਗੇ ਸਹੀ ਕਹਿ ਦਾਂਗੇ। ਗਲਤ ਸਹੀ ਤੇ ਕੁਝ ਵੀ ਨਹੀਂ, ਆਪਾਂ ਸਿਰਫ ਆਪਦੇ ਪੁਆਇੰਟਸ ਨੂੰ ਪ੍ਰੂਵ ਕਰਨਾ। ਅੰਡਰਸਟੈਂਡ ਔਰ ਨਾਟ? ਯੈਸ ਔਰ ਨੋ? ਠੀਕ ਹੈ, ਹੁਣ ਇਹਦੇ ਵਿੱਚ ਮੈਂ ਤੁਹਾਨੂੰ ਪੁਆਇੰਟ ਦੇ ਦਿੰਦਾ ਡਿਸਐਗਰੀਮੈਂਟ ਦੇ। ਹੁਣ ਇੱਥੇ ਰੀਸਟੇਟ ਕਰਕੇ ਕਿ ਤੁਸੀਂ ਕਿਉਂ ਡਿਸਐਗਰੀ ਕਰਦੇ ਆ, ਉਹਦੇ ਰੀਜ਼ਨਸ ਦੇ ਦਿਓ, ਕਾਰਨ ਦੇ ਦਿਓ ਕਿ ਕਿਉਂ। ਕਿ ਫਾਈਨੈਂਸ਼ੀਅਲੀ ਤੁਸੀਂ ਕਹਿ ਦਿਓ ਕਿ the disagreement ਇਹਦੇ ਵਿੱਚ ਕੀ ਹੈ? The disagreement of the statement is that people who won't afford financially to take care of their local environment or surrounding environment। ਹੁਣ ਉਹਦੀ ਰੀਜ਼ਨਸ ਉਹ ਕਿਉਂ? ਕਿਉਂਕਿ ਦੇਖੋ ਕਿ ਇੰਨਾ ਪੈਸਾ ਲੱਗਦਾ ਦਰਖਤ ਲਾਉਣ ਦੇ ਵਿੱਚ, ਸਫਾਈ ਕਰਨ ਦੇ ਵਿੱਚ, ਡਸਟਬਿਨਸ ਦੇ ਉੱਤੇ, ਉਹ ਪੈਸਾ ਕਿੱਥੋਂ ਆਊਗਾ? ਰੀਜ਼ਨਸ ਦੇ ਉੱਤੇ ਐਗਜ਼ਾਮਪਲ ਵੀ ਵਿੱਚ ਹੀ ਹੋ ਗਈ, ਡਸਟਬਿਨਸ ਹੋ ਗਏ, ਠੀਕ ਹੈ, ਦਰਖਤ ਲਾਉਣੇ ਹੋ ਗਏ, ਐਗਜ਼ਾਮਪਲ ਹੋ ਗਈ, ਠੀਕ ਹੈ, ਤੇ ਉਹਨੂੰ ਕਨਕਲੂਡ ਕਰ ਦਿਓ। ਸੋ ਡਿਸਐਗਰੀਮੈਂਟ ਇਸ ਚੀਜ਼ ਦਾ ਆ BP2 ਆ ਗਿਆ। 5-6 ਲੈਣਾ ਲਿਖਤੀਆਂ, ਇੱਕ ਲੈਣ ਦੇ ਵਿੱਚ ਕੋਈ 8-10 5 ਲੈਣਾ ਲਿਖਤੀਆਂ, ਇੱਕ ਲੈਣ ਦੇ ਵਿੱਚ 6 ਲੈਣਾ ਲਿਖਤੀਆਂ, 6-7 ਲੈਣਾ ਹੋ ਜਾਣੀਆਂ। ਐਗਜ਼ਾਮਪਲ ਹੋ ਗਈ, ਕਨਕਲੂਜਨ ਹੋ ਗਿਆ, ਤੁਹਾਡਾ ਰੀਜ਼ਨਸ ਹੋ ਗਿਆ, ਰੀਸਟੇਟਮੈਂਟ ਹੋ ਗਈ, 6-7 ਲੈਣਾ ਹੋ ਜਾਣੀਆਂ। ਜੇ 10 ਵੀ ਵਰਡ ਇੱਕ ਲੈਣ 'ਚ ਹੋਏ, 70 ਵਰਡ ਬਣ ਜਾਣੇ, 70-80 ਵਰਡ ਇੱਕ BP 'ਚ।
ਦੂਜੇ ਬੀਪੀ 'ਚ ਫਿਰ 70 80 ਹੋ ਗਏ, 160 ਇੱਥੇ ਪੂਰੇ ਹੋ ਗਏ, 50 ਤੁਹਾਡੇ ਇੰਟਰੋਡਕਸ਼ਨ ਚਲੇ ਜਾਣੇ ਆ, ਤੇ 30 40 ਤੁਸੀਂ ਕਨਕਲੂਜਨ ਲੈਂਦੇ 250 ਵਰਡ ਪੂਰਾ। ਬਾਕੀ ਜਿੰਨਾ ਵੱਧ ਤੁਸੀਂ ਲਿਖੋਗੇ ਉਹਨਾਂ 300 ਤੱਕ ਜਾ ਸਕਦੇ, 300 350 ਤੱਕ ਜਾ ਸਕਦੇ ਆਰਾਮ ਨਾਲ। ਠੀਕ ਹੈ, ਅੱਜ ਤੋਂ ਬਾਅਦ ਹਾਂਜੀ ਸਰ ਜਦੋਂ ਮੈਂ ਨਾਲ ਕੰਪਲੀਟਲੀ ਐਗਰੀ ਹੋਈ ਆ ਤੇ ਮੈਂ ਪਹਿਲਾਂ ਡਿਸਐਗਰੀ ਦੇ ਪੁਆਇੰਟ ਪਹਿਲਾਂ ਡਿਸਐਗਰੀ ਤੇ ਪੁਆਇੰਟ ਲਿਖਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਡਿਸਐਗਰੀ ਹੋਣ ਲੱਗ ਜਾਣਾ, ਇਹ ਗੱਲ ਨੂੰ ਧਿਆਨ ਨਾਲ ਸਮਝ ਲਓ। ਡਿਸਐਗਰੀ ਹੋਣਾ ਨਹੀਂਗਾ, ਡਿਸਐਗਰੀਮੈਂਟ ਦੱਸਣਾ ਕੀ ਹੈ ਕੀ। ਹੁਣ ਮੈਨੂੰ ਕਿਸੇ ਬੰਦੇ ਨੇ ਗੱਲ ਕਹਿਤੀ ਕਿ ਭਾਈ ਜੀ ਆਹ ਜਿਹੜਾ ਮਾਰਕਰ ਹੈ ਵਧੀਆ ਮਾਰਕਰ ਨਹੀਂ ਹੈਗਾ, ਮੈਡਮ ਮੈਨੂੰ ਕਹਿ ਰਹੇ ਵੀ ਸਾਰੇ ਵਧੀਆ ਮਾਰਕਰ ਨਹੀਂ ਜਾਂਦੇ ਤੁਸੀਂ, ਠੀਕ ਹੈ। ਮੈਂ ਮੈਡਮ ਨੂੰ ਕਹਾਂ ਕਿ ਮੈਡਮ ਨਹੀਂ ਇਹ ਵਧੀਆ ਮਾਰਕਰ, ਮੈਡਮ ਇਸ ਚੀਜ਼ ਨਾਲ ਡਿਸਐਗਰੀ ਹੋ ਰਿਹਾ, ਮੈਂ ਇਹ ਚੀਜ਼ ਨਾਲ ਐਗਰੀ ਹੋ ਰਿਹਾ, ਠੀਕ ਹੈ। ਮੈਂ ਮੈਡਮ ਨੂੰ ਕਹੂੰਗਾ ਮੈਡਮ ਹੋ ਸਕਦਾ ਤੁਹਾਨੂੰ ਲੱਗਦਾ ਕਿ ਇਹ ਵਧੀਆ ਮਾਰਕਰ ਨਹੀਂ ਆ ਕਿਉਂਕਿ ਇਹ ਸਸਤਾ ਵਾ ਤਾਂ ਕਰਕੇ, ਬਟ ਨਹੀਂ, ਜਿੱਥੇ ਤੱਕ ਮੈਂ ਸਸਤਾ ਕਿਹਾ ਉਹ ਮੇਰਾ ਡਿਸਐਗਰੀਮੈਂਟ ਆ ਕਿ ਮੈਂ ਤੁਹਾਡੀ ਗੱਲ ਨਾਲ ਡਿਸਐਗਰੀ ਹੋ ਰਿਹਾ, ਕਿਉਂ ਇਸ ਗੱਲ ਹੋ ਰਿਹਾ, ਪਰ ਨਹੀਂ ਇਸ ਸਸਤੇ ਮਾਰਕਰ ਦੇ ਬੜੇ ਫਾਇਦੇ ਆ, ਇਹ ਲਿਖਦਾ ਵਧੀਆ, ਇਹਦਾ ਕੈਪ ਆ, ਬਾਕੀ ਪੈਸੇ ਬਚਦੇ ਆ, ਠੀਕ ਹੈ, ਨਾਲੇ ਨਾਲ ਦੀ ਦੁਕਾਨ ਤੋਂ ਮਿਲ ਜਾਂਦੇ ਆ, ਜ਼ਿਆਦਾ ਪੁਆਇੰਟ ਮੈਂ ਉੱਧਰ ਦੱਸਦੇ ਮਾਰਕਰ ਨਾਲ ਤੇ ਮੈਂ ਆਪਦਾ ਪੁਆਇੰਟ ਨੂੰ ਪ੍ਰੂਵ ਕਰੀ। ਦੱਸ ਮੈਡਮ ਵਾਲਾ ਪੁਆਇੰਟ ਵੀ ਦਿੱਤਾ ਕਿ ਕਿਉਂ ਤੁਸੀਂ ਕਹਿੰਦੇ ਆ ਕਿ ਇਹ ਸਹੀ ਨਹੀਂਗਾ। ਹੋਰ ਮੈਡਮ ਕੋਲ ਮਾਰਕਰ ਮਹਿੰਗਾ ਲੈ ਕੇ ਆਉਂਦਾ ਨੂੰ ਸਪੈਸ਼ਲੀ ਇਸ ਗੱਲ ਨੂੰ ਪ੍ਰੂਵ ਕਰਨ ਵਾਲੇ, ਠੀਕ ਹੈ, ਸੀਰੀਅਸ ਨਾ ਲੈ ਜੀ ਕੋਈ ਵੀ। ਸਮਝ ਗਏ ਗੱਲ, ਹੁਣ ਕਨਸੈਪਟ ਸਮਝ ਗਏ ਕਿ ਨਹੀਂ? ਡਿਸਐਗਰੀਮੈਂਟ ਐਗਰੀਮੈਂਟ ਦਾ ਕਨਸੈਪਟ ਸਮਝ ਗਏ ਕਿ ਨਹੀਂ ਸਮਝ ਗਏ? ਕਿ ਤੁਸੀਂ ਡਿਸਐਗਰੀ ਹੋਣਾ ਨਹੀਂ, ਮੈਂ ਮੈਡਮ ਦੀ ਗੱਲ ਮੰਨ ਨਹੀਂ ਲਈ ਕਿ ਮਾਰਕਰ ਮਾੜਾ ਵਾ, ਮੰਨੀ ਨਹੀਂ ਮੈਂ ਸਿਰਫ ਦੱਸਿਆ ਮੈਡਮ ਤੁਸੀਂ ਮਾੜਾ ਇਸ ਗੱਲ ਨੂੰ ਤਾਂ ਕਹਿੰਦੇ ਆ, ਇਹਦਾ ਡਿਸਐਗਰੀਮੈਂਟ ਇਹ ਆ, ਤੁਸੀਂ ਡਿਸਐਗਰੀ ਇਸ ਮਾਰਕਰ ਦਾ ਤਾਂ ਹੁੰਦੇ ਆ ਕਿਉਂਕਿ ਸਸਤਾ ਵਾ, ਇੱਕ ਰੀਜ਼ਨ ਦੇਤਾ, ਠੀਕ ਹੈ। ਮੈਡਮ ਆਏ ਤਾਂ ਸਸਤੀਆਂ ਚੀਜ਼ਾਂ ਬਹੁਤ ਆ, ਮੰਨਿਆ ਕਿ ਇਹਦਾ ਰੀਜ਼ਨ ਕੀ ਆ, ਮੰਨਿਆ ਕਿ ਇਹਦਾ ਕੈਪ ਪਲਾਸਟਿਕ ਦਾ ਨਹੀਂ ਕਾਗਜ਼ ਦਾ ਬਣਿਆ, ਠੀਕ ਹੈ, ਰੀਜ਼ਨ ਦੇਤਾ, ਐਗਜ਼ਾਮਪਲ ਦੇਤੀ ਤੇ ਕਨਕਲੂਡ ਕਰਤਾ ਕਿ ਤਾਂ ਤੁਸੀਂ ਕਹਿੰਦੇ ਆ। ਫਿਰ ਆਪਦੀ ਪੁਆਇੰਟ ਤੇ ਆਏਗਾ ਮੈਡਮ ਦੇਖੋ ਇਹਦੇ ਨਾਲ ਇੱਕ ਤਾਂ ਪੈਸਾ ਬਚਦਾ, ਇੱਕ ਨਾਲ ਦੀ ਦੁਕਾਨ ਤੋਂ ਮਿਲ ਜਾਂਦਾ ਸਮਾਂ ਬਚਦਾ, ਇੱਕ ਲਿਖਦਾ ਬੜਾ ਵਧੀਆ, ਮੈਨੂੰ ਬੜਾ ਪਸੰਦ ਆ, ਮੈਨੂੰ ਚਲਾਉਣ ਚ ਨਜ਼ਾਰਾ ਆਉਂਦਾ। ਆਪਦੇ ਪੁਆਇੰਟ ਜਿਹੜੇ ਐਗਰੀਮੈਂਟ ਦੇ ਪੁਆਇੰਟ ਆ ਉਹ ਬਹੁਤ ਸਾਰੇ ਦੇਤੇ, ਉੱਥੇ ਪੜ੍ਹਨ ਵਾਲੇ ਬੰਦੇ ਨੂੰ ਇਹ ਲੱਗਦਾ ਕਿ ਹਾਂ ਚਾਹੇ ਉਹ ਮੈਡਮ ਦਾ ਪੁਆਇੰਟ ਵੀ ਸਮਝਾਤਾ, ਡਿਸਐਗਰੀਮੈਂਟ ਵੀ ਸਮਝਾਤਾ, ਪਰ ਐਗਰੀਮੈਂਟ ਨੂੰ ਪ੍ਰੂਵ ਵੀ ਕਰਤਾ ਤੇ ਉਹਨੂੰ ਕਨਕਲੂਡ ਵੀ ਕਰਤਾ, ਕਿਸ ਹੱਦ ਤੱਕ ਇਹ ਵੀ ਕਨਕਲੂਡ ਕਰਤਾ। ਐਵਰੀਵਨ ਅੰਡਰਸਟੈਂਡ অর ਨਾਟ? ਯੈਸ ਸਰ। ਕੋਈ ਕਿਸੇ ਨੂੰ ਡਾਊਟ ਹੋਵੇ ਇਸ ਚੀਜ਼ ਦੇ ਵਿੱਚ ਹੁਣ ਪੁੱਛੋ, ਕਿਸੇ ਨੂੰ ਵੀ। ਹਾਂਜੀ ਸੈਕਿੰਡ ਚ ਨਹੀਂ, ਤੁਸੀਂ ਪੁੱਠਾ ਕਰਕੇ ਜੇ ਤੁਸੀਂ ਐਗਰੀ ਹੋ ਰਹੇ ਆ, ਤੁਸੀਂ ਐਗਰੀ ਹੋਣਾ ਕਿ ਡਿਸਐਗਰੀ ਹੋਣਾ? ਇਹਦੇ ਨਾਲ ਐਗਰੀ ਹੋਣਾ, ਪਹਿਲੇ ਚ ਡਿਸਐਗਰੀਮੈਂਟ ਦੱਸਣਾ ਕਿ ਇਹਦੇ ਡਿਸਐਗਰੀਮੈਂਟ ਦੇ ਪੁਆਇੰਟ ਕੀ ਆ, ਇਹ ਪੱਖ ਹੈ ਕੀ, ਇਹ ਪੱਖ ਕੀ ਆ ਕਿ ਇਸ ਚੀਜ਼ ਤੇ ਪੈਸਾ ਲੱਗਦਾ, एनवायरमेंट ਨੂੰ ਸਾਂਭਣ ਚ ਪੈਸਾ ਲੱਗਦਾ, ਪੈਸਾ ਕਿੱਥੋਂ ਆਊਗਾ? ਇਹ ਚੀਜ਼ ਮੰਨਦੇ ਆ ਨਾ, ਠੀਕ ਹੈ। ਤਾਂ ਕਰਕੇ ਕੁਝ ਲੋਕ ਇਸ ਚੀਜ਼ ਨੂੰ ਡਿਸਐਗਰੀ ਕਰਦੇ, ਕਨਕਲੂਡ ਕਰਦਾ। ਫਿਰ ਆਪਾਂ ਜਦੋਂ ਐਗਰੀ ਦੂਜੇ ਪੈਸੇ ਆਪ ਐਗਰੀ ਕਰਦੇ ਨਾ, ਸਟਰੋਂਗਲੀ ਐਗਰੀ ਕਰਦੇ ਨਾ ਕਿ ਇਹਦੇ ਫਾਇਦੇ ਕੀ ਹੋਣੇ ਆ, ਠੀਕ ਹੈ। ਫਿਰ ਕਨਕਲੂਜਨ ਦੇ ਵਿੱਚ ਕਿਸ ਹੱਦ ਤੱਕ ਸੋ ਐਜ਼ ਡਿਸਕਸ ਇਨ ਦ ਅਬਵ ਪੈਰਾਗ੍ਰਾਫਸ, ਠੀਕ ਹੈ, ਇਟ ਇਜ਼ ਬੈਨੀਫੀਸ਼ੀਅਲ ਫॉर द ਪੀਪਲ ਐਂਡ द एनवायरमेंट दैट द पीपल अराउंड द एनवायरमेंट शुड या मस्ट टेक केयर ऑफ द एनवायरमेंट, वो तो फायदा होगा। सो आई स्ट्रांगली एग्री टू द आई स्ट्रांगली बिलीव इन द एग्रीमेंट ऑफ द स्टेटमेंट कह दो ऐसा। ये तो मैं कोई करा दूंगा, ਜਿਹੜੇ ਬੱਚੇ ਨੂੰ ਡਾਊਟ ਹੋਇਆ ਪੜ੍ਹਾਈ ਹੋਈ ਤੋਂ ਬਾਅਦ ਅੱਡ ਬੈ ਕੇ ਵੀ ਇਸ ਚੀਜ਼ ਨੂੰ ਡਿਸਕਸ ਕਰ ਲਾਂਗੇ ਹੁਣ ਪੈਨ ਐਂਡ ਪੇਪਰ, ਠੀਕ ਹੈ। ਹੋਰ ਕਿਸੇ ਨੂੰ ਡਾਊਟ ਹੋਵੇ ਇਸ ਚੀਜ਼ 'ਚ ਹੁਣ ਦੇਖ ਲਓ, ਟਾਈਮ ਆਪਣੇ ਕੋਲੇ ਘੱਟ ਆ, ਰੀਜ਼ਨ ਦੇ ਰੀਸਟੇਟ ਕਰਕੇ BP1 ਨੂੰ, ਠੀਕ ਹੈ, ਰੀਜ਼ਨ ਦੇ ਕੇ, ਠੀਕ ਹੈ, ਉਹਦੀ ਐਗਜ਼ਾਮਪਲ ਦੇ ਕੇ ਉਹਨੂੰ ਕਨਕਲੂਡ ਕਰ ਦੋ, ਕਰਨਾ ਕਰ ਦੋ, ਚੱਜਣਾ ਨਹੀਂ ਕਰਨਾ ਨਾ ਕਰੋ, ਕੋਈ ਗੱਲ ਨਹੀਂ, ਜੇ ਇੰਨਾ ਨਹੀਂ ਲਿਖਿਆ ਜਾਂਦਾ ਤਾਂ, ਠੀਕ ਹੈ। ਉਦੋਂ ਜੇ ਐਗਰੀ ਹੋਣਾ, ਡਿਸਐਗਰੀਮੈਂਟਸ ਨੂੰ ਦੱਸਣਾ, ਡਿਸਐਗਰੀ ਹੋਣਾ ਨਹੀਂ, ਵਾਰ-ਵਾਰ ਮੈਂ ਚੀਜ਼ ਨੂੰ ਕਹਿ ਰਿਹਾ ਕਿ ਡਿਸਐਗਰੀਮੈਂਟਸ ਨੂੰ ਦੱਸਣਾ, ਇੱਕ ਉਹ ਪੱਖ ਬਾਰੇ ਗੱਲ ਕਰਨੀ ਹੈ, ਸਿਰਫ ਦੱਸਣਾ ਕਿ ਉਹ ਪੱਖ ਹੈ ਕੀ, ਪਰ ਪੱਖ ਨਾਲ ਸਹਿਮਤ ਨਹੀਂ ਹੋਣਾ, ਠੀਕ ਹੈ। ਉੱਥੇ ਦੇਖਿਆ ਕਰੋ ਜੋ ਟੀਵੀ ਤੇ ਡਿਬੇਟ ਚੱਲਦੀ ਹੁੰਦੀ ਹੈ ਨਾ, ਤੇ ਉਹ ਜਿਹੜੀ ਟੀਵੀ ਵਾਲੀ ਕੁੜੀ ਹੁੰਦੀ ਹੈ, ਜਿਵੇਂ ਉਹ ਕੀ ਨਾਮ ਉਹ ਕੁੜੀ ਦਾ ਜਿਹੜੀ ਅੱਜ ਕੱਲ੍ਹ ਜ਼ਿਆਦਾ ਚੱਲ ਰਹੀ ਹੈ, ZTV ਵਾਲੀ, ਚਲੋ ਠੀਕ ਹੈ, ਕੋਈ ਵੀ ਹੋਊਗੀ, ਉਹ ਕੀ ਕਰਦੀ ਆ, ਉਹ ਦੋਨੋਂ ਪੱਖਾਂ ਨੂੰ ਦੱਸਦੀ ਹੈ ਕਿ ਇੱਕ ਪਾਸੇ ਕਾਂਗਰਸ ਪਾਰਟੀ ਆਹ ਗੱਲ ਕਹਿੰਦੀ ਆ ਕਿ ਜਿਹੜਾ ਨਿਹੰਗ ਸਿੰਘਾਂ ਨੇ ਬੰਦਾ ਮਾਰਿਆ ਉਹਦਾ ਆਹਾ ਪੁਆਇੰਟ ਆ, ਪਰ ਦੂਜੇ ਪਾਸੇ ਨਿਹੰਗ ਸਿੰਘ ਇਹ ਕਹਿ ਰਹੇ ਆ ਕਿ ਆਈ, ਦੋਨੇ ਪੱਖ ਦੱਸਦੀ। ਉਹ 'ਚ ਤੁਸੀਂ ਜਿਹੜੇ ਨਾਲ ਡਿਸਐਗਰੀ ਹੋਣਾ ਆ, ਜਿਹੜਾ ਪੁਆਇੰਟ ਤੁਹਾਡੇ ਆਪੋਜ਼ਿਟ ਆ, ਉਹਨੂੰ ਐਂ ਦੱਸ ਦਿਆ ਕਰੋ,
ਦੱਸਤਾ। ਦੂਜੇ ਬੰਦੇ ਫਿਰ ਆਪ ਦਾ ਜਿਹੜਾ ਜਿਹਦੇ ਨਾਲ ਤੁਸੀਂ ਐਗਰੀ ਹੋ ਰਹੇ ਹੋ, ਤੁਸੀਂ ਐਗਰੀ ਤਾਂ ਹੋ ਰਹੇ ਆ ਜਾਂ ਡਿਸਐਗਰੀ ਉਸ ਪੁਆਇੰਟ ਬਤਾ ਰਹੇ ਹੋ ਕਿਉਂਕਿ ਤੁਹਾਡੇ ਕੋਲ ਉਹਦੇ ਲਈ ਬਹੁਤ ਜ਼ਿਆਦਾ ਪੁਆਇੰਟ ਹੈਗੇ ਆ ਤਾਂ ਹੀ ਹੋਣਗੇ। ਸਮਝੇ ਗੱਲ ਕਿ ਨਹੀਂ? ਹੈਗੇ ਆ ਤਾਂ ਹੀ ਹੋਣਗੇ ਨਾ, ਤਾਂ ਹੀ ਤੁਸੀਂ ਜਾਂ ਐਗਰੀਮੈਂਟ ਨਾਲ ਜਾਓਗੇ ਜੇ ਤੁਹਾਡੇ ਕੋਲ ਕੋਈ ਦਮ ਹੋਊਗਾ ਅੰਦਰ, ਉਹਨੂੰ ਸਟਰੋਂਗਲੀ ਪ੍ਰੂਵ ਕਰ ਦਿਓ। ਉਸੇ ਨੂੰ ਕਨਕਲੂਜਨ 'ਚ ਲਿਖ ਦਿਓ, ਕਹਿ ਦਿਓ ਕਿ ਆਈ ਮੋਡਰੇਟਲੀ ਜਾਂ ਸਟਰੋਂਗਲੀ ਐਗਰੀ ਵਿਦ ਦ ਸਟੇਟਮੈਂਟ ਜਾਂ ਆਈ ਸਟਰੋਂਗਲੀ ਬਲੀਵ ਇਨ ਦਿਸ ਐਗਰੀਮੈਂਟ ਜਾਂ ਡਿਸਐਗਰੀਮੈਂਟ। ਇਹ ਕਨਕਲੂਜਨ ਹੋਊਗਾ। ਆਹ ਫਾਰਮੈਟ ਰੱਖੋ, ਇੰਟਰੋਡਕਸ਼ਨ ਪਹਿਲਾਂ ਹੋ ਗਈ ਸੀ, ਆਹ ਫਾਰਮੈਟ ਰੱਖੋ। ਪਹਿਲਾਂ ਉਹਦੇ ਆਪੋਜ਼ਿਟ ਵਿਊਜ਼ ਨੂੰ ਡਿਸਕਸ ਕਰੋ, ਫਿਰ ਸੈਕੰਡ ਬੀਬੀ ਦੇ ਵਿੱਚ ਆਪਣੇ ਪੱਖ ਨੂੰ ਕਲੀਅਰ ਕਰੋ, ਸਟਰੋਂਗਲੀ ਐਗਰੀ ਹੋ ਜਾਓ ਜਾਂ ਸਟਰੋਂਗਲੀ ਡਿਸਐਗਰੀ ਹੋ ਜਾਓ, ਫਿਰ ਉਸ ਚੀਜ਼ ਨੂੰ ਕਨਕਲੂਡ ਕਰ ਦਿਓ। एवरीवन दिस concept is clear? ਹੁਣ ਅਗਲੇ 5-10 ਮਿੰਟਾਂ ਦੇ ਵਿੱਚ ਆਪਾਂ ਇਹ ਚੀਜ਼ ਕਰਨੀ ਆ, ਪੁਆਇੰਟਸ ਦੇਖਣੇ ਆ, ਡਿਸਐਗਰੀਮੈਂਟ ਦੇ ਪੁਆਇੰਟਸ ਕੀ ਆ ਤੇ ਐਗਰੀਮੈਂਟ ਦੇ ਪੁਆਇੰਟਸ ਕੀ ਆ, ਫਿਰ ਤੁਸੀਂ ਕਰੋਗੇ ਇਹਨੂੰ। ਠੀਕ ਹੈ? ਕੋਈ ਹੋਰ ਡਾਊਟ ਕੁਐਸਚਨ ਕੋਈ ਵੀ ਇਸ ਚੀਜ਼ ਬਾਰੇ? ਟੂ ਵਾਟ ਐਕਸਟੈਂਟ ਡੂ ਯੂ ਐਗਰੀ ਐਂਡ ਡਿਸਐਗਰੀ ਜਾਂ ਡੂ ਯੂ ਐਗਰੀ ਐਂਡ ਡਿਸਐਗਰੀ? ਕਲੀਅਰ ਹੋ ਗਿਆ? ਕਿਸੇ ਨੂੰ ਕੋਈ ਵੀ ਇਸ ਟੌਪਿਕ ਦੇ ਉੱਤੇ ਡਾਊਟ ਹੋਵੇ ਹੱਥ ਖੜੇ ਕਰੋ। ਜੇ ਕਿਸੇ ਨੂੰ ਕੋਈ ਵੀ ਨਿੱਕਾ ਜਿਹਾ ਵੀ ਡਾਊਟ ਹੈ ਇਸ ਚੀਜ਼ ਉੱਤੇ ਜਾਂ ਇਸ ਟੌਪਿਕ ਉੱਤੇ ਕਿਸੇ ਨੂੰ ਕੋਈ ਵੀ ਡਾਊਟ ਆ, ਹੱਥ ਖੜੇ ਕਰੋ ਜਿਨ੍ਹਾਂ ਨੂੰ ਸਾਰਾ ਟੌਪਿਕ ਇਹ ਕਲੀਅਰ ਆ ਕਨਸੈਪਟ ਬੇਸਿਸ ਉੱਤੇ, ਜਿਹਨੂੰ ਜਮਾ ਕਲੀਅਰ ਹੋ ਗਿਆ ਕਿ ਆਹ ਡਿਸਐਗਰੀਮੈਂਟ ਐਗਰੀਮੈਂਟ ਆਪੋਜ਼ਿਟ ਵਾਲੀ ਕੀ ਚੀਜ਼ ਸੀਗੀ ਜਾਂ ਕੱਲਾ ਐਗਰੀ ਜਾਂ ਕੱਲਾ ਡਿਸਐਗਰੀ ਕੀ ਚੀਜ਼। ਜਿਹਨੂੰ ਚੰਗੀ ਤਰ੍ਹਾਂ ਇਹ ਚੀਜ਼ ਕਲੀਅਰ ਆ ਹੱਥ ਖੜੇ ਕਰੋ। ਠੀਕ ਹੈ? ਹੁਣ ਆਪਾਂ ਸਿਰਫ ਦੇਖਣੇ ਆ ਐਗਰੀ ਤੇ ਡਿਸਐਗਰੀ ਕੀ ਪੁਆਇੰਟ ਹੈ ਨਾ ਚੀਜ਼ਾਂ ਨੂੰ ਲੈ ਕੇ। ਹੁਣ ਜਿਹੜੇ ਬੱਚੇ ਐਗਰੀ ਹੋਣਗੇ ਇੱਥੇ, ਜੇ ਤੁਸੀਂ ਐਗਰੀ ਨਾਲ ਨਾ ਇੱਥੇ ਪੁਆਇੰਟ ਤੁਹਾਡੇ ਕੋਲ ਸਟਰੋਂਗ ਤੇ ਜ਼ਿਆਦਾ ਹੋਣੇ ਚਾਹੀਦੇ ਆ ਇਹਦੇ ਨਾਲ। ਇਹਨੂੰ ਆਪਾਂ ਥੋੜਾ ਸਾਬਿਤ ਹੀ ਕਰਨਾ, ਦੱਸਣਾ ਹੀ ਆ, ਵਿਊ ਹੀ ਦੱਸਣਾ, ਇਹਦਾ ਪੱਖ ਹੀ ਦੱਸਣਾ, ਇਹਨੂੰ ਆਪਾਂ ਸਟਰੋਂਗਲੀ ਪ੍ਰੂਵ ਕਰਨਾ, ਹੈਂਸ ਪ੍ਰੂਵ ਕਰਨਾ ਇਹਨੂੰ। ਠੀਕ ਹੈ? ਹੁਣ ਦੇਖੋ ਤੁਸੀਂ ਦੱਸੋ ਕੀ ਫਾਇਦੇ ਆ। ਪਹਿਲਾ ਫਾਇਦਾ ਇਹਦਾ ਕੀ ਹੋਊਗਾ ਕਿ ਜੇ ਆਮ ਲੋਕ ਲੋਕਲ এনवायरमेंट ਨੂੰ ਆਪ ਸਾਂਭਣਗੇ ਤਾਂ ਕੀ ਫਾਇਦਾ ਹੋਊਗਾ? ਪਹਿਲਾ ਫਾਇਦਾ ਹੋਊਗਾ ਬੈਟਰ ਟੇਕ ਕੇਅਰ ਹੋ ਜੂਗੀ। ਦੇਖੋ ਜਿੱਥੇ ਸਰਕਾਰੀ ਆਪਾਂ ਕਹਿੰਦੇ ਆ ਨਾ ਕਿ ਸਰਕਾਰ ਤਾਂ ਕੰਮ ਨਹੀਂ ਕਰਦੀ, ਸਰਕਾਰ ਤਾਂ ਇੱਕ ਵਾਰੀ ਗਲੀ ਸਾਫ਼ ਕਰਕੇ ਬਾਅਦ ਆਉਂਦੇ ਹੀ ਨਹੀਂ, 20 ਦਿਨ 30 ਦਿਨ ਆਉਂਦੇ ਹੀ ਨਹੀਂ, 2-2 ਮਹੀਨੇ। ਇਹੀ ਆ, ਜੇ ਬੂਟੇ ਲਾ ਗਏ, ਬੂਟਿਆਂ ਨੂੰ ਪਾਣੀ ਨਹੀਂ ਪਾਇਆ ਸਰਕਾਰ ਨੇ, ਜੇ ਉੱਥੋਂ ਦੇ ਲੋਕਲ ਲੋਕ ਉਸ ਚੀਜ਼ ਦੀ ਟੇਕ ਕੇਅਰ ਕਰਨਗੇ ਤਾਂ ਉਹ ਜ਼ਿਆਦਾ ਵਧੀਆ ਬੈਟਰ ਟੇਕ ਕੇਅਰ ਕਰ ਪਾਉਣਗੇ ਸਰਕਾਰ ਨਾਲ। ਕਰ ਪਾਉਣਗੇ ਕਿ ਨਹੀਂ ਕਰ ਪਾਉਣਗੇ? ਜੇ ਹੁਣ ਆਪਣੇ ਮੂਹਰੇ ਦਰਖਤ ਲੱਗਾ ਹੋਵੇ, ਕਿੱਥੇ ਸਰਕਾਰ ਨੇ ਆਪਣੇ ਦਫ਼ਤਰ 'ਚੋਂ ਉੱਠ ਕੇ ਆਉਣਾ ਆ ਕੇ ਪਾਣੀ ਪਾਉਣਾ, ਕਿੱਥੇ ਆਪਾਂ ਪਾ ਦੇਣਾ? ਆਪਾਂ ਡੇਲੀ ਵੀ ਪਾ ਸਕਦੇ ਆ, ਉਸ এনवायरमेंट ਨੂੰ ਵਧੀਆ ਬਣਾਊਗਾ ਅੱਗੇ ਜਾ ਕੇ। ਤਾਂ ਇੱਕ ਟੇਕ ਕੇਅਰ ਜ਼ਿਆਦਾ ਕਰ ਸਕਦੇ ਆ ਆਪਾਂ ਐਗਰੀਮੈਂਟ ਦੇ ਵਿੱਚ। ਹੋਰ ਕੀ ਐਗਰੀਮੈਂਟ ਦੱਸੋ? ਹਾਂਜੀ ਨਹੀਂ, ਹੈਲਥ ਬੈਨੀਫਿਟਸ ਇਹ ਆ, ਠੀਕ ਆ ਕਿ ਲੋਕਲ ਪੀਪਲ ਨੂੰ ਉਹਦੀ ਹੈਲਥ এনवायरमेंट ਲੋਕਲ ਆ, ਜਿਹੜਾ ਲੋਕਲ এনवायरमेंट ਹੈ ਜਾਂ ਕਿਤੋਂ ਦਾ ਵੀ এনवायरमेंट ਉਹ ਹੈਗਾ, ਐਗਜ਼ਿਸਟ ਕਰਦਾ, ਉਹ ਹੈਲਥ ਬੈਨੀਫਿਟ ਦਿੰਦਾ। ਪਰ ਇੱਥੇ ਜਿਹੜਾ ਟੌਪਿਕ ਆ, ਜਿਹੜਾ ਟਾਸਕ ਰਿਸਪੌਂਸਿਬਿਲ ਇੱਥੇ ਖਰਾਬ ਹੁੰਦਾ ਵਾ। ਆਪਣਾ ਟੌਪਿਕ ਇਹ ਆ ਕਿ ਸਰਕਾਰ ਨੂੰ ਉਹ ਲੋਕਾਂ ਨੂੰ ਸੌਂਪ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। এনवायरमेंट ਦੇ ਉੱਤੇ ਟੌਪਿਕ ਨਹੀਂ ਹੈਗਾ ਆਪਣਾ। ਆਪਾਂ ਨੂੰ ਟੌਪਿਕ ਇਹ ਨਹੀਂ ਹੈ ਕਿ এনवायरमेंट ਦੇ ਕੀ ਫਾਇਦੇ ਆ, এনवायरमेंट ਨੂੰ ਗਰੋ ਹੋਣਾ ਚਾਹੀਦਾ ਜਾਂ ਨਾ we should conserve the environment, the natural environment। ਇਹ ਸਟੇਟਮੈਂਟ ਆ ਗਈ। ਡੂ ਯੂ ਐਗਰੀ ਐਂਡ ਡਿਸਐਗਰੀ ਆ ਗਿਆ। ਉੱਥੇ ਤੁਸੀਂ ਹੈਲਥ ਬੈਨੀਫਿਟ ਲੈ ਸਕਦੇ ਕਿ ਸਾਨੂੰ ਕੰਜ਼ਰਵ ਕਿਉਂ ਕਰਨਾ ਚਾਹੀਦਾ ਨੈਚੁਰਲ এনवायरमेंट ਨੂੰ, ਤਾਂ ਕਿ ਉੱਥੇ ਸਾਨੂੰ ਹੈਲਥ ਬੈਨੀਫਿਟਸ ਮਿਲਣਗੇ, ਸਾਨੂੰ ਆਕਸੀਜਨ ਮਿਲੂਗੀ, ਸਾਨੂੰ ਹੋਰ ਚੀਜ਼ਾਂ ਦੇ ਫਾਇਦੇ ਮਿਲਣਗੇ, ਮੈਡੀਸਨਲ ਪਲਾਂਟਸ ਵੀ ਲਾ ਸਕਦੇ ਆ ਇਹ ਉਹ। ਤਾਂ ਕਰਕੇ ਸਾਨੂੰ ਨੈਚੁਰਲ এনवायरमेंट ਨੂੰ ਕੰਜ਼ਰਵ ਕਰਨਾ ਚਾਹੀਦਾ ਹੈ। ਪਰ ਇੱਥੇ ਆਪਣਾ ਟੌਪਿਕ ਕੀ ਆ ਕਿ ਸਰਕਾਰ ਨੂੰ ਲੋਕਾਂ ਨੂੰ ਸੌਂਪ ਦੇਣਾ ਚਾਹੀਦਾ ਲੋਕਲ এনवायरमेंट, ਉਹਨਾਂ ਦੇ ਏਰੀਆ ਦਾ ਜਿਹੜਾ এনवायरमेंट ਆ ਸਰਕਾਰ ਨੂੰ ਲੋਕਾਂ ਨੂੰ ਸੌਂਪਦਾ। ਸਵਾਲ ਇਹ ਆ ਉੱਥੇ ਹੈਲਥ ਬੈਨੀਫਿਟਸ ਬਾਰੇ ਆਪਾਂ ਗੱਲ ਨਹੀਂ ਕਰਾਂਗੇ। ਹੋਰ ਦੱਸੋ? ਮੇਕਿੰਗ ਪੀਪਲ ਮੋਰ ਰਿਸਪੌਂਸਿਬਲ, ਰਿਸਪੌਂਸਿਬਿਲਿਟੀ। ਰਿਸਪੌਂਸਿਬਿਲਿਟੀ ਕਿ ਲੋਕਾਂ ਵਿੱਚ ਰਿਸਪੌਂਸਿਬਿਲਿਟੀ ਦੀ ਭਾਵਨਾ ਪੈਦਾ ਹੁੰਦੀ ਆ, এনवायरमेंट ਦੇ ਪ੍ਰਤੀ ਲੋਕ ਜ਼ਿਆਦਾ ਰਿਸਪੌਂਸਿਬਲ ਹੋ ਰਹੇ ਆ। ਠੀਕ ਹੈ? ਇਹ ਇੱਕ ਪੁਆਇੰਟ ਆ ਗਿਆ। ਡਿਸਐਗਰੀਮੈਂਟ ਵਿੱਚ ਤੁਹਾਨੂੰ ਮੈਂ ਇੱਕ ਦੱਸਦਾ ਫਾਈਨੈਂਸ਼ੀਅਲ ਕਿ ਪੈਸਾ ਲੱਗਦਾ ਜੀ ਇਹਨਾਂ ਚੀਜ਼ਾਂ ਤੇ, ਲੇਬਰ ਲੱਗਦੀ ਆ, ਪਾਣੀ ਲੱਗਦਾ, ਸਮਾਂ ਲੱਗਦਾ। ਠੀਕ ਹੈ? ਲੋਕਾਂ ਕੋਲ ਇੰਨਾ ਸਮਾਂ ਹੈ ਨਹੀਂ। ਇਹ ਨੈਗੇਟਿਵ ਲੱਗਦਾ ਡਿਸਐਗਰੀਮੈਂਟ ਦੇ ਵਿੱਚ ਕਿ ਲੋਕ ਫਿਰ ਪ੍ਰੋਪਰਲੀ ਕੇਅਰ ਨਹੀਂ ਕਰਦੇ, ਕੋਈ ਪਾਣੀ ਪਾਉਂਦਾ ਨਹੀਂ, ਕੋਈ ਫਾਈਨੈਂਸ਼ੀਅਲੀ ਪੈਸੇ ਨਹੀਂ ਇਕੱਠੇ ਕਰਦਾ। ਇਹ ਡਿਸਐਗਰੀਮੈਂਟ ਹੈ। ਇੱਕ ਤਾਂ ਤੁਹਾਨੂੰ ਦੱਸਤਾ। ਹੋਰ ਦੇਖੋ ਕੀ ਐਗਰੀਮੈਂਟ ਦੇਖੋਗੇ ਤੁਸੀਂ, ਲੋਕਲ এনवायरमेंट ਨੂੰ ਕੰਜ਼ਰਵ ਕਰਨ ਦੇ
ਫਾਇਦੇ ਬੋਲੋ 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 ਸੋਚੋ। ਗੁੱਡ ਸਰਾਊਂਡਿੰਗ ਦੇਖੋ ਉਹ ਫਿਰ ਉਹੀ ਗੱਲ ਆ ਗਈ ਕੰਜ਼ਰਵੇਸ਼ਨ ਆਫ এনवायरमेंट ਦੀ ਗੱਲ ਆ ਗਈ। ਇਟ ਵੁੱਡ ਰਿਜ਼ਲਟ ਬਟ ਦੇਖੋ ਨਾ ਆਪਣਾ ਸਵਾਲ ਇਹ ਨਹੀਂਗਾ ਕਿ ਰਿਸਪੌਂਸਿਬਲ ਹੋ ਕੇ ਉਹ ਰਿਜ਼ਲਟ ਕਰ ਰਿਹਾ। ਆਪਣਾ ਸਵਾਲ ਹੈ ਕਿ ਸਰਕਾਰ ਨੂੰ ਸੌਂਪ ਦੇਣਾ ਚਾਹੀਦਾ। ਉੱਥੇ ਖੜੋ ਨਾ, ਉਹ ਤੋਂ ਬਾਹਰ ਨਾ ਨਿਕਲੋ। ਤੁਸੀਂ ਉਹ ਤੋਂ ਬਾਹਰ ਜਾ ਰਹੇ ਆ। ਬਾਹਰ ਕਿਵੇਂ ਜਾ ਰਹੇ ਆ? ਤੁਸੀਂ ਕਹਿ ਰਹੇ ਕਿ ਜੇ ਲੋਕ ਰਿਸਪੌਂਸਿਬਲ ਹੋ ਗਏ ਤਾਂ ਸਰਾਊਂਡਿੰਗ ਲੋਕਾਂ ਦੀ ਵਧੀਆ ਬਣ ਜੂਗੀ। ਪਰ ਆਪਣਾ ਸਵਾਲ ਇਹ ਨਹੀਂਗਾ ਕਿ ਕੀ ਰਿਸਪੌਂਸਿਬਲ ਹੋਣ ਨਾਲ ਉਹਨਾਂ ਦੀ ਸਰਾਊਂਡਿੰਗ ਵਧੀਆ ਬਣੂਗੀ ਕਿ ਨਹੀਂ ਬਣੂਗੀ। ਆਪਣਾ ਸਵਾਲ ਇਹ ਹੈ ਕਿ ਸਰਕਾਰ ਨੂੰ ਰਿਸਪੌਂਸਿਬਲ ਬਣਾ ਲੈਣਾ ਚਾਹੀਦਾ ਲੋਕਾਂ ਨੂੰ ਫॉर देयर এনवायरमेंट ਕਿ ਨਹੀਂ। ਡੂ ਯੂ ਐਗਰੀ অর ਡਿਸਐਗਰੀ? ਇਹ ਆਪਣਾ ਕੁਐਸਚਨ। ਆਪਾਂ ਇਹਦੇ ਨੇੜੇ ਤੇੜੇ ਰਹਿਣਾ, ਇਹਦੇ ਬਾਰੇ ਪੁਆਇੰਟਸ ਦੇਖਣੇ ਆਪਾਂ। ਸਮਝ ਗਏ? ਹੋਰ ਡਿਸਐਗਰੀਮੈਂਟ ਚ ਕੀ ਲਿਖੋਗੇ? ਸਰਕਾਰ ਪੈਸਾ ਦਿੰਦੀ ਆ, ਫਾਉਂਦੇ ਆ, ਲੇਬਰ ਲੋਕ ਉਹ ਵੀ ਦਿੰਦੀ ਆ। ਹਾਂ ਉਹ ਐਗਰੀਮੈਂਟ ਚ ਲਿਖ ਦਿਓ ਕਿ ਜੇ ਸਰਕਾਰ ਉਹ ਦਵੇ ਤਾਂ ਫਾਈਨੈਂਸ਼ੀਅਲੀ ਸਾਨੂੰ ਸਪੋਰਟ ਕਰੇ ਤਾਂ ਹਾਂ ਫਾਇਦੇ ਹੋ ਸਕਦੇ ਆ। ਹਾਂ ਇਹ ਕਹਿ ਸਕਦੇ ਲੇਬਰ ਦਾ ਪੈਸਾ ਸਰਕਾਰ ਦਾ ਬਚ ਜੂ, ਕਾਸਟ ਇਫੈਕਟਿਵ ਟੂ ਗਵਰਨਮੈਂਟ। फाइनेंशियल बेनिफिट फॉर द पीपल। कॉस्ट इफेक्टिव सरकार ਲਈ ਕਿਉਂ ਹੋਊਗਾ? ਕਿਉਂਕਿ ਸਰਕਾਰ ਨੂੰ ਪੈਸਾ ਨਹੀਂ ਲਾਉਣਾ ਪਊਗਾ ਤੇ ਫਿਰ ਪੈਸਾ ਲਾਊਗਾ ਕੌਣ? ਲੇਬਰ ਦਾ ਲੋਕ। ਉਹ ਜਿਹੜਾ ਡਿਸਐਗਰੀਮੈਂਟ ਆਪਾਂ ਲੋਕਾਂ ਲਈ ਹੋਣਾ, ਜਿਹੜਾ ਐਗਰੀਮੈਂਟ ਆਪਾਂ ਸਰਕਾਰ ਲਈ ਹੋਣਾ। ਮੈਂ ਤਾਂ ਹੀ ਕਿਹਾ ਕਾਸਟ ਇਫੈਕਟਿਵ ਫॉर ਗਵਰਨਮੈਂਟ। ਕਾਸਟ ਇਫੈਕਟਿਵ ਫॉर ਗਵਰਨਮੈਂਟ। ਹੋਰ ਦੱਸੋ ਕੀ ਚੀਜ਼ਾਂ ਆ ਸਕਦੀਆਂ ਇਹਦੇ ਵਿੱਚ? डिसएग्रीमेंट ਦੇ ਵਿੱਚ ਦੇਖੋ ਕੀ ਆ ਸਕਦਾ। ਦੱਸੋ ਮਿਸਟਰ ਨਿਸ਼ਾਨ ਸਿੰਘ। Why you don't know? Yes, anyone else? Haji? The government get distracted from other duties if they enjoy doing this. But ਦੇਖੋ ਇਸ ਰਿਸਪੌਂਸਿਬਿਲਟੀ ਦੇਣ ਦਾ ਇੱਥੇ ਕੀ ਦੇਣੀ ਆ? ਸਰਕਾਰ ਨੇ ਰਿਸਪੌਂਸਿਬਿਲਟੀ ਦੇਣੀ ਆ ਲੋਕਾਂ ਨੂੰ। ਲੋਕਲ It's written to make people responsible. ਦੇਖੋ ਇੱਥੇ ਵੱਡਾ ਐਗਰੀਮੈਂਟ, ਸਭ ਤੋਂ ਇੰਪੋਰਟੈਂਟ ਐਗਰੀਮੈਂਟ ਕੀ ਆ ਕਿ ਇੱਕ ਸਰਕਾਰ ਆ, ਚਾਹੇ ਉਹ ਚ ਲੋਕ ਜ਼ਿਆਦੇ ਆ, ਕਿੱਥੇ ਉਹਨੂੰ ਇੰਨਾ ਸਾਰਾ ਏਰੀਆ ਦੇਖਣਾ ਪੈ ਰਿਹਾ ਪੂਰੇ ਦੇਸ਼ ਦਾ। ਕਿੱਥੇ ਆਪਣਾ ਏਰੀਆ, ਮੈਂ ਪਿੰਡ ਕੜਿਆਲ ਦੇਖ ਲਿਆ, ਉਹਨੇ ਦਸ਼ਮੇਸ਼ ਨਗਰ ਦੇਖ ਲਿਆ, ਉਹਨੇ ਕੋਟੀ ਸੇਖਾ ਦੇਖ ਲਿਆ, ਇਹਨਾਂ ਨੇ ਬੋਨਾ ਚੌਂਕ ਦੇਖ ਲਿਆ। ਕਿੱਥੇ ਸਾਰਿਆਂ ਨੇ ਆਪਦਾ ਏਰੀਆ ਦੇਖ ਲਿਆ। ਉਹਦੇ ਨਾਲ ਕੀ ਹੋਊਗਾ? ਕੁਆਲਿਟੀ ਜਿਹੜੀ ਹੋਊਗੀ এনवायरमेंट ਦੀ ਉਹ ਜ਼ਿਆਦਾ ਵਧੂਗੀ। ਨਹੀਂ ਰਿਸਪੌਂਸਿਬਲ ਹੋ ਕੇ ਫਾਇਦਾ ਨਹੀਂ ਹੋਇਆ। ਉਹਦੇ ਨਾਲ ਕੀ ਹੋਇਆ ਕਿ ਏਰੀਆ ਵੰਡਿਆ ਗਿਆ। ਏਰੀਆ ਵੰਡਣ ਤੋਂ ਬਾਅਦ ਏਰੀਆ ਕਿਵੇਂ ਵੰਡਿਆ ਗਿਆ? ਜਦੋਂ ਗਵਰਨਮੈਂਟ ਨੇ ਰਿਸਪੌਂਸਿਬਿਲਟੀ ਲੋਕਲ ਕਰਤੀ ਤੇ ਲੋਕਾਂ ਨੂੰ ਕਰਤੀ, ਲੋਕਲੀ ਕਰਤੀ। ਲੋਕਲ এনवायरमेंट ਦੀ ਜ਼ਿੰਮੇਵਾਰੀ ਲੋਕਾਂ ਨੂੰ ਦੇਤੀ। ਮੇਰੀ ਜ਼ਿੰਮੇਵਾਰੀ ਤੇ ਮੇਰੇ ਲੋਕਾਂ ਦੀ, ਮੇਰੇ ਪਿੰਡ ਦੇ ਲੋਕਾਂ ਦੀ ਜ਼ਿੰਮੇਵਾਰੀ ਪਿੰਡ ਕੜਿਆਲ ਦੀ ਹੋਗੀ, ਚੀਮੇ ਵਾਲਿਆਂ ਦੀ ਚੀਮੇ ਦੀ ਹੋਗੀ, ਮੋਗੇ ਵਾਲਿਆਂ ਦੀ ਆਹ ਮਹੱਲੇ ਦੀ ਐਨੂੰ ਹੋਗੀ, ਕੋਟੀ ਸੇਖਾਂ ਦੀ ਕੋਟੀ ਸੇਖਾਂ ਵਾਲਿਆਂ ਦੀ ਜ਼ਿੰਮੇਵਾਰੀ ਹੋਗੀ। ਸਰਕਾਰ ਨੂੰ ਕੀ ਹੋ ਗਿਆ? ਏਰੀਆ 'ਚ ਵੰਡਿਆ ਗਿਆ, ਲੋਕ ਜ਼ਿਆਦਾ ਹੋ ਗਏ। ਸਰਕਾਰ ਨੂੰ ਕਿੱਥੇ ਸਾਰਾ ਦੇਸ਼ ਦੇਖਣਾ ਪੈ ਰਿਹਾ ਸੀ। ਅਨਮੈਨੇਜੇਬਲ ਚੀਜ਼ ਸੀਗੀ ਉਹ। ਹੁਣ ਉਹ ਜਦੋਂ ਆਰਡਰ ਪਾਰਟ 'ਚ ਆ ਗਿਆ, ਹੁਣ ਉਹ ਜ਼ਿਆਦਾ ਟੇਕ ਕੇਅਰ ਵਧੀਆ ਤਰੀਕੇ ਨਾਲ ਹੋਊਗੀ, ਜ਼ਿਆਦਾ ਪਲਾਂਟਸ ਹੋਣਗੇ, ਜ਼ਿਆਦਾ ਆਕਸੀਜਨ ਹੋਊਗੀ, ਜ਼ਿਆਦਾ ਵਧੀਆ ਤਰੀਕੇ ਨਾਲ ਸਫਾਈ ਹੋਊਗੀ। ਸਮਝਿਆ ਕਿ ਨਹੀਂ ਸਮਝਦੇ ਕੀ ਕਹਿੰਦੇ ਆ ਇਸ ਚੀਜ਼ ਬਾਰੇ? ਸਭ ਤੋਂ ਮੇਨ ਪੁਆਇੰਟ ਇਹ ਆਊਗਾ ਕਿ ਜਿਹੜੀ ਡਿਵਾਈਡੇਸ਼ਨ ਹੋਣੀ ਹੈ ਏਰੀਆ ਦੀ। ਹੁਣ এনवायरमेंट ਇਹ ਵੀ ਚੀਜ਼ ਦੇਖੋ ਤੁਸੀਂ, ਦਰਖਤਾਂ ਪਿੱਛੇ ਨਾ এনवायरमेंट ਦੇ ਵਿੱਚ ਕੀ ਚੀਜ਼ਾਂ ਹੁੰਦੀਆਂ? এনवायरमेंट ਦੇ ਵਿੱਚ ਕੱਲੇ ਪਲਾਂਟਸ ਹੀ ਹੁੰਦੇ ਆ। ਸਫਾਈ ਦਾ ਮੁੱਦਾ ਵੀ ਹੁੰਦਾ। ਠੀਕ ਹੈ, ਫਿਰ ਤੁਸੀਂ ਦੇਖੋ ਕਿ ਜਿਹੜਾ ਸਰਕਾਰ ਦਾ ਕੰਮ ਆ, ਇੱਥੇ ਡਿਸਐਗਰੀਮੈਂਟ ਲਿਖ ਸਕਦੇ ਆ ਕਿ ਸਰਕਾਰ ਇਹਨਾਂ ਕੰਮਾਂ ਦੇ ਲੋਕ ਇਹਨਾਂ ਕੰਮਾਂ ਦੇ ਸਰਕਾਰ ਨੂੰ ਟੈਕਸਸ ਪੇ ਕਰਦੇ ਆ, ਤਾਂ ਲੋਕ ਇਹ ਵਧੀਆ ਫੀਲ ਨਹੀਂ ਕਰਨਗੇ ਜਿਹੜੀ ਚੀਜ਼ ਲਈ ਅਸੀਂ ਪੇ ਕਰ ਰਹੇ ਹਾਂ ਉਹ ਅਸੀਂ ਕਿਉਂ ਕਰੀਏ। ਇਹ ਵੀ ਇੱਕ ਗੱਲ ਆ। ਪਰ ਇੰਨੇ ਪੁਆਇੰਟਾਂ ਦੀ ਤੁਹਾਨੂੰ ਲੋੜ ਨਹੀਂ ਹੈ ਕਿ ਤੁਸੀਂ ਦੋਨੋਂ ਵਿਊਜ਼ ਲਿਖਣੇ ਆ। ਆਹ ਚ ਘੱਟ ਕਿਉਂ ਲਿਖੇ ਆਪਾਂ? ਕਿਉਂਕਿ ਆਪਾਂ ਡਿਸਐਗਰੀ ਹੋਣਾ ਜ਼ਿਆਦਾ ਸਟਰੋਂਗਲੀ ਆਪਾਂ ਐਗਰੀਮੈਂਟ ਵੱਲ ਜਾਣਾ। ਜੇ ਆਪਾਂ ਐਗਰੀਮੈਂਟ ਐਸੇ ਲਿਖਣਾ, ਐਗਰੀ ਡਿਸਐਗਰੀ ਜੇ ਆਪਾਂ ਐਗਰੀਮੈਂਟ ਨੂੰ ਜਾਣਾ ਤਾਂ ਜ਼ਿਆਦਾ ਸਟਰੋਂਗਲੀ ਆਪਾਂ ਐਗਰੀ ਹੋਵਾਂਗੇ, ਤਾਂ ਇਹਦੇ ਵਿੱਚ ਪੁਆਇੰਟ ਜ਼ਿਆਦਾ ਹੋਣਗੇ, ਤਾਂ ਆਪਾਂ ਇਹਨੂੰ ਸਟਰੋਂਗਲੀ ਪ੍ਰੂਵ ਕਰਾਂਗੇ। ਸਟਰੋਂਗਲੀ ਪ੍ਰੂਵ ਕਰਨਾ ਤੁਸੀਂ ਲਿਖੋ ਕਿ ਜ਼ਿਆਦਾ ਵਧੀਆ ਟੇਕ ਕੇਅਰ ਹੋਊਗੀ। ਕਿਉਂ ਹੋਊਗੀ ਜ਼ਿਆਦਾ ਵਧੀਆ ਟੇਕ ਕੇਅਰ? ਕਿਉਂਕਿ ਏਰੀਆ ਵੰਡਿਆ ਗਿਆ,
ਠੀਕ ਹੈ, ਕੰਮ ਵੰਡੇ ਗਏ ਕਿੱਥੇ, ਇੱਕੋ ਸਰਕਾਰ ਨੂੰ ਇੱਕੋ ਗਵਰਨਮੈਂਟ ਨੂੰ ਸਾਰਾ ਏਰੀਆ ਦੇਖਣਾ ਪੈ ਰਿਹਾ ਸੀ। ਹੁਣ ਉੱਥੋਂ ਦੀ ਲੋਕਾਂ ਦੀ ਜ਼ਿੰਮੇਵਾਰੀ ਆ। ਫਿਰ ਲਿਖ ਦੋ ਜਿੱਥੇ ਬੰਦਾ ਰਹਿੰਦਾ ਹੋਵੇ ਉਸ ਜਗ੍ਹਾ ਦੀ ਤਾਂ ਕੇਅਰ ਉਹ ਕਰ ਹੀ ਸਕਦਾ। ਹੋਰ ਚੀਜ਼ਾਂ ਰਿਸਪੌਂਸਿਬਿਲਿਟੀ ਦੀ ਚੀਜ਼ ਆ ਗਈ ਉਹ, ਠੀਕ ਹੈ। ਫਿਰ ਆ ਗਈ ਕਾਸਟ ਇਫੈਕਟਿਵ, ਕਿ ਸਰਕਾਰ ਦਾ ਇਹਦੇ ਵਿੱਚ ਬਹੁਤ ਸਾਰਾ ਪੈਸਾ ਬਚਦਾ, ਨਾ ਉਹਨੂੰ ਲੇਬਰ ਲਾਉਣੀ ਪੈ ਰਹੀ ਆ, ਨਾ ਉਹਨੂੰ ਝਾੜੂ ਖਰੀਦਣੇ ਪੈ ਰਹੇ ਆ ਸਫਾਈ ਕਰਨ ਨੂੰ। এনवायरमेंट ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਉਹਨੂੰ ਫਿਗਰ ਆਊਟ ਕਰੋ। এনवायरमेंट ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ? ਸਫਾਈ ਦਾ ਮੁੱਦਾ ਆ ਗਿਆ, ਹਵਾ ਦਾ ਮੁੱਦਾ ਆ ਗਿਆ। ਜਦੋਂ ਲੋਕਲ এনवायरमेंट ਲੋਕਾਂ ਦੇ ਹਵਾਲੇ ਕਰਤਾ, ਠੀਕ ਹੈ, ਜਦੋਂ ਲੋਕਲ এনवायरमेंट ਲੋਕਾਂ ਨੇ ਹੁਣ ਮੇਰੇ ਵਰਗਾ ਜਿਹੜਾ ਪਿੰਡ ਦੇ ਵਿੱਚ ਮਿੰਟ ਤੇ ਸਕੂਟਰ ਦੀ ਮਾਰੀ ਕਿੱਕ, ਚੱਲ ਗਰਾਊਂਡ ਚਲਾ ਗਿਆ, ਚੱਲ ਉੱਧਰ ਚਲਾ ਗਿਆ, ਚੱਲ ਉੱਧਰ ਚਲਾ ਗਿਆ। ਲੋਕਾਂ ਨੇ ਆਪ ਦਾ ਲਾਸ ਬਣਾ ਸਕਦੇ ਲੋਕ ਕਿ ਬਈ ਆਪਾਂ ਆਪਦੇ এনवायरमेंट ਨੂੰ ਬਚਾਉਣਾ। ਉਹੀ ਬੰਦਾ ਗੱਡੀ ਕਾਰ ਕੱਢੂਗਾ, ਉਹੀ ਸਕੂਟਰ ਕੱਢੂਗਾ ਜਿਹਨੂੰ ਕੋਈ ਕੰਮ ਹੋਊਗਾ। ਨਹੀਂ ਪਿੰਡ ਦੇ ਵਿੱਚ ਕਿਸੇ ਨੂੰ ਵੀ ਸਕੂਟਰ ਚਲਾਉਣਾ ਅਲਾਉਡ ਨਹੀਂ ਲੋਕਲ ਲੈਵਲ ਤੇ। ਰੂਲ ਬਣ ਸਕਦਾ ਜਦੋਂ ਅਥਾਰਟੀ ਲੋਕਾਂ ਨੂੰ ਮਿਲ ਗਈ, ਠੀਕ ਹੈ। ਜੇ ਤੁਸੀਂ ਪਿੰਡ 'ਚ ਹੁਣ ਮੈਂ ਦੁਕਾਨ ਤੇ ਹੱਟੀ ਤੇ ਜਾਣਾ, ਮੈਂ ਚੀਜ਼ੀ ਲੈਣ, ਠੀਕ ਹੈ, ਮੈਂ ਉਹ ਤੋਂ ਸਕੂਟਰ ਦੀ ਜਗ੍ਹਾ ਨਾਲ ਖੜੀ ਆ, ਉਹਦੇ ਨਾਲ ਕੀ ਹੋਊਗਾ? ਇੱਕ ਤਾਂ ਮੇਰਾ 에ਅਰ ਪੋਲਿਊਸ਼ਨ ਬਚੂਗਾ ਜਿਹੜਾ ਸਕੂਟਰ ਨੇ ਧੂਆਂ ਕੱਢਣਾ, ਇੱਕ ਮੇਰੀ ਥੋੜੀ ਜਿਹੀ ਫਿਟਨੈਸ, ਮੈਂ ਤੁਰ ਕੇ ਜਾਊਂਗਾ, ਇੱਕ ਚੰਗਾ ਲੱਗੂਗਾ ਦੇਖਣ ਨੂੰ ਕਿ ਯਾਰ ਲੋਕੈਲਿਟੀ ਕਿੰਨੀ ਵਧੀਆ, ਇੱਥੇ ਗੱਡੀਆਂ ਘੱਟ ਆ, ਹਾਰਨ ਸਾਊਂਡ ਪੋਲਿਊਸ਼ਨ ਘਟੂਗਾ, ਨੋਇਜ਼ ਪੋਲਿਊਸ਼ਨ ਘਟੂਗਾ, ਜਾਂ ਤੁਸੀਂ ਕਹਿ ਲਓ 에ਅਰ ਪੋਲਿਊਸ਼ਨ ਘਟੂਗਾ। ਉਸ ਚੀਜ਼ ਨਾਲ ਇਹਦੇ ਫਾਇਦੇ ਹੋਣਗੇ। ਆਪਾਂ ਐਗਰੀਮੈਂਟ ਵਾਲੀ ਜਾਵਾਂਗੇ ਸਾਰੇ ਕਿ ਲੋਕ ਆਪਣੇ ਲਾਸ ਬਣਾ ਸਕਣਗੇ। ਤੁਸੀਂ ਫਿਰ ਇਹ ਐਗਰੀਮੈਂਟ ਦੇ ਵਿੱਚ ਵੀ ਲਿਖ ਸਕਦੇ ਆ ਕਿ ਲੋਕਾਂ ਨੂੰ এনवायरमेंट ਦੇ ਬਾਰੇ ਜ਼ਿਆਦਾ ਪਤਾ ਹੁੰਦਾ, ਹਾਲਾਂਕਿ ਸਰਕਾਰ ਨਾਲੋਂ ਪਤਾ ਹੁੰਦਾ ਨਾ, ਪਤਾ ਹੁੰਦਾ ਨਾ ਕਿਹੜੇ ਮਹੱਲੇ ਦੀ ਕਿਹੜੀ ਬੁੜੀ ਕਿੱਥੇ ਕੂੜਾ ਸਿੱਟਦੀ ਹੈ। ਸਰਕਾਰ ਨੂੰ ਤਾਂ ਪਤਾ ਕਿਉਂ ਜ਼ਿੰਮੇਵਾਰ ਹੈ ਕੌਣ। ਉੱਥੇ ਮਹੱਲੇ 'ਚ ਲੜੀ ਜਿਹੜਾ ਤੂੰ ਸੁੱਟਿਆ, ਉੱਥੇ ਬੁੜੀਆਂ ਪੂਰਾ ਪੇਚਾ ਪਾਈ ਕਰਦੀਆਂ ਨੇ ਪਤੰਗਾਂ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਆਹ ਬੁੜੀ ਕਸੂਰਵਾਰ ਆ, ਆਹ ਬੰਦਾ ਕਸੂਰਵਾਰ ਆ, ਇਹ ਗੰਦ ਪਾਉਂਦਾ। ਸਰਕਾਰ ਨੂੰ ਨਹੀਂ ਪਤਾ, ਸਰਕਾਰ ਨੂੰ ਜਿਹਨੇ ਸੁੱਟਿਆ ਚੱਕ ਲਿਆ, ਨਹੀਂ ਚੱਕਿਆ ਤਾਂ ਨਾ ਚੱਕਿਆ, ਪਿਆ ਰਿਹਾ ਉੱਥੇ। ਜਦੋਂ ਜ਼ਿੰਮੇਵਾਰੀ ਲੋਕਾਂ ਕੋਲ ਆ ਗਈ, ਕਮੇਟੀ ਬਣਾਤੀ ਲੋਕਲ, ਤਾਂ ਤੁਸੀਂ ਦੇਖਣਾ ਫਿਰ ਉਹ ਬੰਦੇ ਫੜਨਗੇ। ਆ ਯਾਰ ਸਾਨੂੰ ਪਤਾ ਹੀ ਸਵੇਰੇ ਰੋਜ਼ ਦੇਖਦੇ ਆ, ਫੜੋ ਇਹਨੂੰ, ਲਿਆਓ ਇਹਨੂੰ ਸਭਾ 'ਚ। ਉੱਥੇ ਕੀ ਅਥਾਰਟੀ ਮਿਲਦੀ ਹੈ ਲੋਕਾਂ ਨੂੰ এনवायरमेंट ਦਾ। ਲੋਕਾਂ ਨੂੰ ਆਪਣੀ ਲੋਕੈਲਿਟੀ ਬਾਰੇ ਜ਼ਿਆਦਾ ਪਤਾ ਹੁੰਦਾ ਕਿ ਉਹਨੂੰ ਟੇਕ ਕੇਅਰ ਕਿਵੇਂ ਕਰਨੀ ਹੈ। ਅਜਾਈ ਹੁੰਦਾ ਪਿੰਡਾਂ ਦੇ ਵਿੱਚ ਕੀ ਆ, ਜਦੋਂ ਕੋਈ ਮਸਲਾ ਹੁੰਦਾ, ਕਿਸੇ ਦਾ ਕੁੜੀ ਦਾ ਰੌਲਾ, ਕਿਸੇ ਦਾ ਕੀ ਰੌਲਾ, ਕਿਸੇ ਦਾ ਜ਼ਮੀਨ ਦਾ ਰੌਲਾ, ਉਹਦੇ ਸਭ ਤੋਂ ਪਹਿਲਾਂ ਸਰਪੰਚ ਕੋਲ ਜਾਇਆ ਜਾਂਦਾ ਕਿ ਨਹੀਂ ਜਾਇਆ ਜਾਂਦਾ? ਕਿਉਂ ਜਾਇਆ ਜਾਂਦਾ? ਕਿਉਂਕਿ ਸਰਪੰਚ ਨੂੰ, ਉਸ ਕਮੇਟੀ ਨੂੰ ਜ਼ਿਆਦਾ ਪਤਾ ਹੁੰਦਾ ਉਸ ਪਿੰਡ ਬਾਰੇ, ਉਸ ਜ਼ਮੀਨ ਬਾਰੇ, ਉਹਨਾਂ ਲੋਕਾਂ ਬਾਰੇ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਹੈ ਕੋਰਟ ਨਾਲ। ਉਹ ਤੋਂ ਸੁਣ ਨਹੀਂ ਹੁੰਦਾ ਫਿਰ ਕੋਰਟ ਜਾਂਦੇ ਆ। ਪਰ ਪਿੰਡਾਂ ਵਾਲੇ ਲੋਕ ਆਪਦੇ 'ਚ ਮਸਲੇ ਆਪ ਹੀ ਸੁਲਝਾ ਲੈਂਦੇ ਨੇ ਪਿੰਡ ਦੇ ਵਿੱਚ ਹੀ ਸਭਾ ਪੰਚਾਇਤ 'ਚ ਹੀ ਬਹਿ ਕੇ। ਉਹ ਤਾਂ ਕਰਕੇ ਕੀ ਆ ਕਿ ਪਿੰਡ ਬਾਰੇ, ਪਿੰਡ ਨੂੰ, ਲੋਕੈਲਿਟੀ ਬਾਰੇ, ਲੋਕੈਲਿਟੀ ਨੂੰ ਜ਼ਿਆਦਾ ਪਤਾ ਹੁੰਦਾ ਸਰਕਾਰ ਨਾਲੋਂ, ਮਤਲਬ ਕਿ ਲੋਕਲ ਪੁਲਿਸ ਨਾਲੋਂ, ਕਿਸੇ ਨਾਲੋਂ ਵੀ। ਸਮਝੇ ਗੱਲ ਕਿ ਨਹੀਂ? ਕਿੰਨੇ ਐਗਰੀਮੈਂਟਸ ਆ ਗਏ ਹੁਣ ਆਪਣੇ ਕੋਲੇ। ਹੋਰ ਦੱਸੋ ਡਿਸਐਗਰੀਮੈਂਟਸ, ਹੋਰ ਦੱਸੋ ਕੀ ਉਹ ਕਨਫਲਿਕਟ ਕਰ ਸਕਦੇ ਆ? ਲੋਕ ਕਨਫਲਿਕਟ ਆਪਸ ਵਿੱਚ ਕਨਫਲਿਕਟ ਆ ਸਕਦਾ ਲੋਕਾਂ ਦਾ। ਬੋਲੋ ਹੁਣ ਇਹਦੇ ਵਿੱਚ ਇੱਕ ਤੁਸੀਂ ਸਮੈਕਿੰਗ ਚਿਲਡਰਨ ਵਾਲਾ ਕੀਤਾ ਸੀ ਨਾ, ਮੈਨੂੰ ਲੱਗਦਾ ਹੈ ਸਮੈਕਿੰਗ ਚਿਲਡਰਨ ਸ਼ੁੱਡ ਬੀ ਕੀ ਸੀਗਾ ਉਹ? is the best way to make them understand ਜਾਂ make them not do mistakes. do you agree or disagree? ਉੱਥੇ ਵੀ ਆਈ ਹੈ, ਉੱਥੇ ਇੱਕ ਵਿਊ ਪੁਆਇੰਟ ਡਿਸਕਸ ਕਰ ਦੋ ਕਿ ਸਮੈਕ ਕਰਨ ਦੇ ਜਾਂ ਕੁੱਟਣ ਦੇ ਉਹਨਾਂ ਨੂੰ ਫਾਇਦੇ ਕੀ ਆ, ਕਿਉਂ ਕੁੱਟਦੇ ਆ। ਇਹਨੇ ਤਾਂ ਡਰਦੇ ਨਹੀਂ, ਜੇ ਡਰ ਦੇਂਗੇ ਤਾਂ ਗੱਲ ਨਹੀਂ ਮੰਨਣਗੇ। ਪਰ ਨੁਕਸਾਨ ਕੀ ਹੈ? ਜੇ ਤੁਸੀਂ ਡਿਸਐਗਰੀ ਹੋ ਰਹੇ ਆ, ਉਹਦੇ ਨੁਕਸਾਨਾਂ ਨੂੰ ਠੋਕ ਕੇ ਲਿਖੋ ਕਿ ਬਈ ਇਹਦੇ ਆਹ ਨੁਕਸਾਨ ਆ। ਮਾਰਨ ਦੇ ਨਾਲ ਕੋਈ ਸੋਲੂਸ਼ਨ ਨਹੀਂ ਹੁੰਦਾ, ਮਾਰਨ ਨਾਲ ਫਿਜ਼ੀਕਲੀ ਵੀ ਹਰਟ ਹੁੰਦੇ ਆ, ਮੈਂਟਲੀ ਵੀ ਹਰਟ ਹੁੰਦੇ ਤੇ ਇਮੋਸ਼ਨਲੀ ਵੀ ਕਮਜ਼ੋਰ ਹੁੰਦੇ ਜਾਂਦੇ ਆ ਡੇ ਬਾਈ ਡੇ। ਉਹਨੂੰ ਸਟਰੋਂਗਲੀ ਪ੍ਰੂਵ ਕਰਕੇ ਕੰਕਲੂਜਨ ਦੇ ਵਿੱਚ ਡਿਸਐਗਰੀਮੈਂਟ ਲਿਖੋ। ਕੋਈ ਵੀ ਐਸੇ ਆ, ਆਪਾਂ ਕੋਈ ਨਹੀਂ, ਜੇ ਤੁਹਾਨੂੰ ਥੋੜੀ ਜਿਹੀ ਪ੍ਰੋਬਲਮ ਆ ਗਈ ਆ, ਆਪਾਂ ਇੱਕ ਦਿਨ ਦੁਬਾਰਾ ਫੇਰ ਕਰ ਲਾਂਗੇ ਕੋਈ ਹੋਰ ਐਸੇ ਐਂਡ ਤੇ ਜਾ ਕੇ। ਜਦੋਂ ਸਾਰੇ ਟੌਪਿਕਸ ਆਪਣੇ ਕਵਰ ਹੋ ਗਏ, 8 ਦੇ 8 ਟਾਈਪਸ ਆਫ ਐਸੇ ਕਵਰ ਹੋ ਗਏ, ਬਾਕੀ ਸਾਰੇ ਆਪਣੇ ਟਾਸਕ 1 ਕਵਰ ਹੋ ਗਏ, ਫਿਰ ਆਪਾਂ ਐਂਡ ਤੇ ਇੱਕ ਵਾਰੀ ਫੇਰ ਆਪਾਂ ਰੀਸਟਾਰਟ ਕਰ ਲਾਂਗੇ ਜੇ ਤੁਹਾਨੂੰ ਇਹਦੇ ਵਿੱਚ ਡਾਊਟ ਲੱਗਦਾ। ਸਮਝ ਲੱਗ ਗਈ ਕਿ ਨਹੀਂ ਲੱਗ ਗਈ? ਇਹ ਸਾਰਾ ਕਨਸੈਪਟ ਪੁਆਇੰਟਸ ਪਤਾ ਲੱਗ ਗਏ ਕਿਹੜੇ ਕਿਹੜੇ ਲਿਖ ਸਕਦੇ ਆ ਕਿ ਨਹੀਂ? ਯੈਸ ਔਰ ਨੋ ਲਾਊਡ? ਠੀਕ ਹੈ। ਕੋਈ ਡਾਊਟ ਹੋਵੇ ਇਹਦੇ ਵਿੱਚ ਐਗਰੀਮੈਂਟ 'ਚ, ਡਿਸਐਗਰੀਮੈਂਟ 'ਚ ਪਤਾ ਲੱਗ ਗਿਆ ਕਿਵੇਂ ਲਿਖਾਂਗੇ? BP1 ਦੇ ਵਿੱਚ ਜੇ ਆਪਾਂ ਐਗਰੀ ਜਾਣਾ ਤਾਂ ਹਾਂਜੀ ਕੀ ਅਗਰ ਐਗਰੀ ਕੋਈ ਸੜ ਜਾਂਦਾ ਮੈਨੂਫੈਕਚਰ ਲਿਖਾਂਗੇ। BP1 'ਚ ਪੁੱਛਿਆ BP1 ਚ ਕੀ ਲਿਖਾਂਗੇ? ਡਿਸਐਗਰੀਮੈਂਟ ਹੋਵਾਂਗੇ ਕਿ ਲਿਖਾਂਗੇ ਗੱਲਾਂ? ਸਿਰਫ ਸ਼ੋ ਕਰਨਾ, ਸਿਰਫ ਪ੍ਰੈਜ਼ੈਂਟ ਕਰਨਾ ਕਿ ਡਿਸਐਗਰੀਮੈਂਟ ਹੈ ਕੀ। ਜੇ BP2 'ਚ ਕੀ ਕਰਾਂਗੇ? ਸਟਰੋਂਗਲੀ ਐਗਰੀ ਕਰਾਂਗੇ। ਕਨਕਲੂਡ 'ਚ ਉਦੋਂ ਹੀ ਸਟਰੋਂਗਲੀ ਐਗਰੀ ਰਹੇਗਾ ਕਿ ਆਈ ਸਟਰੋਂਗਲੀ ਐਗਰੀ ਟੂ ਦ ਸਟੇਟਮੈਂਟ
बिकॉज आहा मेरा मेन रीजन था। ठीक है, दैट्स इट। लिख लोगे हम आपके नहीं बढ़ा लोगे गल थोड़ी बहुत तो बढ़ूगी कि नहीं बढ़ूगी है 50% 60% बढ़ाओगे बनाओ फिर। हाँ जी टाइम हो गया फिर आप अज का टाइम थोड़ा अपने को घट आ 12 बजे तक की क्लास राइटिंग की ਤੇ 10:50 ਮਿੰਟ ਹੋ ਗਏ 11:50 ਤੱਕ ਤੁਸੀਂ ਐਸੇ ਕਰਨਾ ਤੁਹਾਨੂੰ 20 ਮਿੰਟ ਐਕਸਟਰਾ ਦਿੱਤੇ ਕਿਉਂਕਿ ਨਵੇਂ ਤਰੀਕੇ ਨਾਲ ਆਪਾਂ ਕਰ ਰਹੇ ਹਾਂ ਜਿੰਨਾ ਟਾਈਮ ਆਪਾਂ ਅੱਜ ਕਨਸੈਪਚੁਅਲ ਬੇਸਿਸ ਤੋਂ ਦੁਬਾਰਾ ਚੱਕ ਰਹੇ ਹਾਂ ਸਾਰੇ ਕਨਸੈਪਟਸ ਨੂੰ। ਹੁਣ ਇਹ ਕਨਸੈਪਟ ਕਿਉਂ ਕੀ ਕਰਾਇਆ ਕਿਉਂਕਿ ਇਹ ਇੱਕ ਪਾਰਟ ਹੈ ਇਸ ਐਗਰੀ ਡਿਸਐਗਰੀ ਦਾ। ਹਾਂ ਤੁਸੀਂ ਐਗਰੀ ਕਰੀ ਜਾ ਰਹੇ ਹੋ BP1 ਨੂੰ BP2 ਨੂੰ ਵੀ ਐਗਰੀ ਕਰੀ ਜਾਂਦੇ ਆ ਕੰਕਲੂਜਨ ਨੂੰ ਵੀ ਐਗਰੀ ਕਰੀ ਜਾਂਦੇ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਉਹ ਤਾਂ ਇੱਕ ਨਾਰਮਲ ਤਰੀਕਾ ਕਰਨ ਦਾ ਉਹ ਤੋਂ ਸਿੰਪਲ ਉਹ 'ਚ ਮੈਂ ਪੜਾਵਾਂ ਕੀ ਉਹ 'ਚ ਮੈਂ ਸਮਝਾਉਣ ਵਾਲੀ ਗੱਲ ਕਿਹੜੀ ਹੈ ਬਸ ਲਿਖੀ ਚੱਲੋ ਸਟੇਟਮੈਂਟਾਂ ਦੱਸ ਦੂੰਗਾ ਕਿ ਆਏ ਲਿਖੋ ਤੁਸੀਂ ਮੇਰੇ ਪਿੱਛੇ ਪਿੱਛੇ ਲਿਖੀ ਚੱਲਿਓ। ਪਰ ਆਹ ਕਨਸੈਪਟ ਨੂੰ ਵੀ ਸਮਝਣਾ ਜ਼ਰੂਰੀ ਆ ਕਈ ਵਾਰੀ ਕੁਝ ਸਟੂਡੈਂਟਸ ਵਾਸਤੇ ਇਹ ਚੀਜ਼ ਕਾਮਯਾਬ ਹੁੰਦੀ ਆ ਕੁਝ ਸਟੂਡੈਂਟਸ ਵਾਸਤੇ ਨਹੀਂ ਹੁੰਦੀ। ਚੂਜ਼ ਤੁਸੀਂ ਕਰਨਾ ਤੁਹਾਨੂੰ ਕਿਹੜਾ ਸੌਖਾ ਲੱਗਦਾ। ਠੀਕ ਹੈ ਅੱਜ ਇਹ ਕਰ ਲਿਆ ਨੈਕਸਟ ਐਗਰੀ ਡਿਸਐਗਰੀ ਦੇ ਦਿਨ ਆਪਾਂ ਉਹ ਤਰੀਕਾ ਵੀ ਕਰਕੇ ਦੇਖ ਲਾਂਗੇ ਉਹ ਵੀ ਹੈਗਾ ਦੈਟ ਐਗਜ਼ਿਸਟ ਸਮਝਦੇ ਆ ਠੀਕ ਉਹ ਵੀ ਤਰੀਕਾ ਹੈਗਾ ਪਰ ਅੱਜ ਆਪਾਂ ਇਸ ਤਰੀਕੇ ਨਾਲ ਕਰੀਏ ਤਾਂ ਕਿ ਆਪਾਂ ਨੂੰ ਇਹ ਤਰੀਕਾ ਵੀ ਮਾੜਾ ਮੋਟਾ ਪੱਲੇ ਪਵੇ ਜੇ ਆਪਾਂ ਨੂੰ ਕੋਈ ਵੀ ਲੋੜ ਪਵੇ। ਕਈ ਵਾਰੀ ਟੌਪਿਕ ਇਹੋ ਜਿਹਾ ਹੋਇਆ ਨਾ ਇਕੱਲੇ ਐਗਰੀਮੈਂਟ ਦੇ ਪੁਆਇੰਟ ਨਹੀਂ ਹੁੰਦੇ ਆਪਣੇ ਕੋਲੇ ਮੌਕੇ ਤੇ ਆਪਾਂ ਨੂੰ ਜਿਹੜਾ ਟੌਪਿਕ ਬੜਾ ਔਖਾ ਹੋਇਆ ਟੌਪਿਕ ਔਖਾ ਵਾਲਾ ਕਨਸੈਪਟ ਖਤਮ ਕਰਨਾ ਕਿ ਟੌਪਿਕ ਔਖਾ ਆਉਣਾ ਹੀ ਨਹੀਂ ਆਪਾਂ ਨੂੰ ਕਦੇ ਆਊਗਾ ਹੀ ਨਹੀਂ ਟੌਪਿਕ ਔਖਾ ਆਪਾਂ ਨੂੰ। ਕਿਉਂ ਨਹੀਂ ਆਊਗਾ ਕਿਉਂਕਿ ਆਪਾਂ ਕੱਲੇ ਐਗਰੀ ਵਾਲਾ ਵੀ ਆਪਣਾ ਆਉਂਦਾ ਹੋਊਗਾ ਨਾਲ ਡਿਸਐਗਰੀਮੈਂਟ ਸ਼ੋ ਕਰਕੇ ਐਗਰੀਮੈਂਟ ਪ੍ਰੂਵ ਕਰਕੇ ਸਟਰੋਂਗਲੀ ਉਹ ਵੀ ਆਉਂਦਾ ਹੋਊਗਾ ਕਿ ਜੇ ਆਪਾਂ ਨੂੰ ਕਿਤੇ ਐਸੇ ਔਖਾ ਹੁੰਦਾ ਤਾਂ ਆਪਣੇ ਕੋਲ ਕੰਟੈਂਟ ਬਹੁਤ ਜ਼ਿਆਦਾ ਹੋਊਗਾ। ਠੀਕ ਹੈ ਇਹੋ ਜਿਹੇ ਇਸ ਤਰੀਕੇ ਦੇ ਐਗਰੀ ਡਿਸਐਗਰੀ ਐਸੇ ਕਿਹੜੇ ਬੰਦੇ ਜੇ ਤੁਸੀਂ ਇੰਟਰਨੈਟ ਤੇ ਜਾਓਗੇ ਬੜੇ ਵੱਡੇ ਜਿਹੜੇ ਆਇਲਸ ਦੇ ਗੁਰੂ ਆ ਇਵਨ ਐਗਜ਼ਾਮੀਨਰਸ ਉਹਨਾਂ ਦੇ ਵੀ ਐਸੇ ਪਏ ਹੋਣਗੇ ਤੁਹਾਨੂੰ ਇਹਦੇ ਇਸੇ ਟੌਪਿਕ ਤੇ ਵੀ ਮਿਲ ਜਾਣਗੇ ਇਸ ਤਰੀਕੇ ਨਾਲ ਲਿਖੇ ਹੋਏ। ਠੀਕ ਹੈ ਕਿਉਂਕਿ ਦੈਟ ਕੋਈ ਵੀ ਫਾਰਮੂਲਾ ਆਇਲਸ ਨੂੰ ਜਾਂ ਰਾਈਟਿੰਗ ਨੂੰ ਕਰਨਾ ਨਹੀਂ ਆ ਆਹ ਤਰੀਕਾ ਹੈਗਾ ਕਿਉਂਕਿ ਐਜ਼ ਐਨ ਐਗਜ਼ਾਮੀਨਰ ਜੇ ਮੈਂ ਦੇਖਾਂ ਤਾਂ ਇਸ ਪਰਸਪੈਕਟਿਵ ਦੇਖਾਂ ਮੈਨੂੰ ਜ਼ਿਆਦਾ ਇੰਪੈਕਟਫੁਲ ਲੱਗੂਗੀ ਇਹ ਚੀਜ਼ ਟਾਸਕ ਰਿਸਪੌਂਸ ਵਾਈਜ਼ ਹਰ ਚੀਜ਼ ਵਾਈਜ਼। ਬਸ ਗ੍ਰਾਮਰ ਸਹੀ ਰੱਖਿਓ ਤਰੀਕਾ ਆਹ ਰੱਖਿਓ ਸਟਰਕਚਰ ਆਹ ਰੱਖਿਓ ਤੁਹਾਡੇ ਆਰਾਮ 7 7:30 8 ਤੱਕ ਤੁਸੀਂ ਟਾਰਗੇਟ ਕਰ ਸਕਦੇ ਤੁਹਾਡੀ ਕੈਪ ਥੋੜੀ ਜਿਹੀ ਵੀ ਠੀਕ ਹੈ ਇਹ ਮਾੜੀ ਜਿਹੀ ਇਹ ਤਰੀਕਾ ਉਹਨਾਂ ਬੱਚਿਆਂ ਵਾਸਤੇ ਨਹੀਂ ਹੈ 6 ਵਾਲਾ ਜੇ 6 ਵਾਲਾ ਕਰਾਉਂਗੇ ਤਾਂ ਫਿਰ ਉਹਨਾਂ ਤੁਸੀਂ ਪੂਰਾ ਥੋੜੀ ਕਰਨਾ ਤਾਂ ਹੀ ਬੱਚਿਆਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿ 5.5 ਰਹਿ ਗਏ 5 ਰਹਿ ਗਏ ਰਾਈਟਿੰਗ ਨੂੰ ਔਖਾ ਤਾਂ ਹੀ ਮੰਨਿਆ ਜਾਂਦਾ ਕਿਉਂਕਿ ਇਹਨੂੰ ਫਾਰਮੈਟ ਕਰਤਾ ਆਹ ਤਰੀਕਾ ਜੀ ਇੱਦਾਂ ਲਾਈਨ ਨੂੰ ਸਟਾਰਟ ਕਰਨਾ ਇੱਦਾਂ ਇਹਨੂੰ ਖਤਮ ਕਰਨਾ ਇੱਦਾਂ ਇੰਟਰੋ ਕਰਨੀ ਹੈ ਇੱਦਾਂ ਕਨਕਲੂਡ ਕਰਨੀ ਹੈ ਤਾਂ ਕਰਕੇ ਰਾਈਟਿੰਗ ਸਭ ਤੋਂ ਔਖੀ ਹੁੰਦੀ ਹੈ। ਉਹ ਬੱਚਾ ਕਾਪੀ ਕਰਦਾ ਵਾ ਹਰ ਐਸੇ 'ਚ ਉਹ ਚੀਜ਼ ਮੋਲਡ ਨਹੀਂ ਹੁੰਦੀ ਹਰ ਐਸੇ 'ਚ ਹਰ ਟੌਪਿਕ 'ਤੇ ਉਹ ਗੱਲ ਬਣਦੀ ਨਹੀਂ ਪਈ ਜਦੋਂ ਕਲਾਸ 'ਚ ਕਹਿੰਦੇ ਨਹੀਂ ਕਲਾਸ 'ਚ ਕਰਦੇ ਤਾਂ ਵਧੀਆ ਹੁੰਦਾ ਜਦੋਂ ਮੌਕ ਟੈਸਟ ਦਿੰਦੇ ਤਾਂ ਹੁੰਦਾ ਨਹੀਂ। ਕਿਉਂ ਨਹੀਂ ਹੁੰਦਾ ਪੇਪਰ 'ਚ ਕਿਉਂ ਨਹੀਂ ਹੁੰਦਾ ਕਿਉਂਕਿ ਹਰ ਚੀਜ਼ ਇੱਕੋ ਫਾਰਮੂਲਾ ਇੱਕੋ ਤਰੀਕਾ ਜਿੰਨਾ ਟਾਈਮ ਤੁਸੀਂ ਆਪਦੇ ਦਿਮਾਗ ਨੂੰ ਖੋਲ ਕੇ ਕੋਈ ਚੀਜ਼ ਨਹੀਂ ਕਰਦੇ ਕੋਈ ਵੀ ਚੀਜ਼ ਜ਼ਿੰਦਗੀ ਦੇ ਵਿੱਚ ਕੱਲੇ ਐਸੇ ਦੀ ਗੱਲ ਨਹੀਂ ਕਰ ਰਿਹਾ ਟਾਸਕ 1 ਟਾਸਕ 2 ਜ਼ਿੰਦਗੀ ਵਿੱਚ ਬਿਜ਼ਨਸ ਕੋਈ ਰਿਲੇਸ਼ਨਸ਼ਿਪ ਆ ਤੁਸੀਂ ਕੋਈ ਵੀ ਚੀਜ਼ ਕਰਦੇ ਵਿਆਹ ਵੀ ਕਰਦੇ ਆ ਨਾ ਜਦੋਂ ਬੰਦੇ ਨੂੰ ਦੇਖਦੇ ਦਿਮਾਗ ਖੋਲ ਕੇ ਨਾ ਵੇਖੋਗੇ ਦਿਮਾਗ ਖੋਲ ਕੇ ਨਾ ਉਹਦੇ ਮੂਹਰੇ ਬੈਠੋਗੇ ਤਾਂ ਤੁਹਾਡੇ ਪੱਲੇ ਕੁਝ ਵੀ ਨਹੀਂ ਪੈਣਾ। ਦਿਮਾਗ ਖੋਲ ਕੇ ਐਸੇ ਨੂੰ ਦੇਖਣਾ ਪੈਂਦਾ ਦਿਮਾਗ ਖੋਲ ਕੇ ਜ਼ਿੰਦਗੀ ਨੂੰ ਦੇਖਣਾ ਪੈਂਦਾ ਤਾਂ ਕਰਕੇ ਤੁਸੀਂ ਸਹੀ ਡਿਸੀਜਨ ਲੈ ਸਕੋ ਸਹੀ ਕੰਟੈਂਟ ਆ ਸਕੇ ਸਹੀ ਸਟਰਕਚਰ ਇੱਕ ਹੀ ਆ। ਠੀਕ ਹੈ ਦੋ ਸਟਰਕਚਰ ਹੈ ਇੱਕ ਜਿਹੜਾ ਅੱਜ ਦੱਸਿਆ ਇੱਕ ਕੱਲਾ ਐਗਰੀ ਵਾਲਾ ਦੋਨੋਂ ਆਪਾਂ ਕਰਾਂਗੇ ਅੱਜ ਦੇ ਟਾਈਮ ਤੇ ਜਿਹੜਾ ਟੌਪਿਕ ਤੁਹਾਨੂੰ ਸੂਟ ਲੱਗੇ ਜਿਵੇਂ ਹੁਣ ਆਹ ਟੌਪਿਕ ਹੈ ਦੋਨੇ ਪਾਸੇ ਜਾ ਸਕਦਾ ਜ਼ਿਆਦਾ ਕਈ ਵਾਰੀ ਇਹੋ ਜਿਹੇ ਟੌਪਿਕ ਹੁੰਦੇ ਤੁਹਾਡੇ ਕੋਲ ਪੁਆਇੰਟ ਜ਼ਿਆਦਾ ਕੱਲੇ ਐਗਰੀ ਵਾਸਤੇ ਆ ਤੁਸੀਂ ਉਹਦੇ ਨਾਲ ਸੋਚ ਹੀ ਨਹੀਂ ਸਕਦੇ ਡਿਸਐਗਰੀ ਹੋਣ ਲਈ ਪਰ ਆਇਲਸ ਦੇ ਵਿੱਚ ਜਦੋਂ ਤੁਹਾਨੂੰ ਕੋਈ ਟੌਪਿਕ ਆਊਗਾ ਕਦੇ ਵੀ ਟੌਪਿਕ ਇਦਾਂ ਨਹੀਂ ਆਊਗਾ ਕਿ ਹਾਂ ਤੁਸੀਂ ਜ਼ਿਆਦਾ ਕੰਪਲੀਟਲੀ ਐਗਰੀ ਹੋ ਜਾਓ ਜਾਂ ਕੰਪਲੀਟਲੀ ਡਿਸਐਗਰੀ ਹੋ ਜਾਓ ਹਮੇਸ਼ਾ ਟੌਪਿਕ ਦੇ ਓਪੀਨੀਅਨਸ ਆਉਣਗੇ ਹਮੇਸ਼ਾ ਤੁਹਾਨੂੰ ਟੌਪਿਕ ਇਹੋ ਜਿਹਾ ਆਊਗਾ ਜਿਹਦੇ ਵਿੱਚ ਐਗਰੀਮੈਂਟ ਦੇ ਪੁਆਇੰਟ ਵੀ ਹੋਣਗੇ ਤੇ ਡਿਸਐਗਰੀਮੈਂਟ ਦੇ ਪੁਆਇੰਟ ਵੀ ਹੋਣਗੇ ਹਮੇਸ਼ਾ ਟੌਪਿਕ ਇਹੋ ਜਿਹਾ ਆਊਗਾ ਕਦੇ ਵੀ ਟੌਪਿਕ ਇਹੋ ਜਿਹਾ ਨਹੀਂ ਆਊਗਾ ਤੁਸੀਂ ਕਹੋਗੇ ਲੈ ਇਹਦੇ ਵਾਸਤੇ ਡਿਸਐਗਰੀ ਦੇ ਪੁਆਇੰਟ ਹੀ ਹੈ ਨਹੀਂ ਕਦੇ ਵੀ ਇਦਾਂ ਨਹੀਂ ਹੁੰਦਾ ਤਾਂ ਮਿਕਸ ਹੋ ਕੇ ਆਊਗਾ ਤੁਸੀਂ ਧਿਆਨ ਦੇਣਾ ਕਿ ਇਹ ਤੁਸੀਂ ਕਿੱਧਰ ਨੂੰ ਜਾਣਾ ਜੇ ਤੁਸੀਂ ਇਕੱਲਾ ਐਗਰੀ ਕਰਕੇ ਹੁਣ ਜਦੋਂ ਬਹੁਤ ਜ਼ਿਆਦਾ ਪੁਆਇੰਟ ਹੈਗੇ ਆ ਤਾਂ ਉੱਦਾਂ ਵੀ ਆਪਾਂ ਕਰ ਲਾਂਗੇ ਉਹ ਵੀ ਆਪਾਂ ਡਿਸਕਸ ਕਰਾਂਗੇ ਕਿੱਦਾਂ ਕਰਨਾ ਅਗਲੇ ਦਿਨ ਜਦੋਂ ਵੀ ਆਪਾਂ ਨੈਕਸਟ ਐਗਰੀ ਡਿਸਐਗਰੀ ਕੀਤਾ ਆਹ ਤਰੀਕੇ ਨਾਲ ਤੁਹਾਡੇ ਕੋਲ ਕੰਟੈਂਟ ਦੀ ਕਮੀ ਨਹੀਂ ਆਊਗੀ ਔਨ ਹਾਰਡ ਟੌਪਿਕਸ understand or not everyone the concept is clear or not ਠੀਕ ਹੈ ਤਾਂ ਇਸ ਟਾਸਕ ਨੂੰ ਕਰੋ ਹੁਣ ਡਿਸਕਸ ਜਿਹੜਾ ਆਪਾਂ ਕੱਲ ਜਿਵੇਂ ਆਪਣੇ ਕੋਲ ਅੱਧਾ ਘੰਟਾ ਬਾਅਦ ਸੀ ਅੱਜ ਥੋੜਾ ਲੰਬਾ ਚਲਾ ਗਿਆ ਜਿਵੇਂ ਕੱਲ ਆਪਣੇ ਕੋਲ ਅੱਧਾ ਘੰਟਾ ਸੀਗਾ ਤੇ ਆਪਾਂ 2-3 ਕਾਪੀਜ਼ ਚੱਕ ਕੇ ਵਿੱਚੋਂ ਡਿਸਕਸ ਕਰ ਲਿਆ ਕਿਵੇਂ ਕੀਤਾ ਬੱਚਿਆਂ ਨੇ ਉਸ ਕੱਲ ਵੀ ਆਪਾਂ ਤਰੀਕਾ ਚੇਂਜ ਕੀਤਾ ਕਾਫੀ ਠੀਕ ਅੱਜ ਵੀ ਆਪਾਂ ਕੀਤਾ ਠੀਕ ਉਹਦੇ ਨਾਲ ਕੀ ਆ ਕਿ ਆਪਾਂ ਨੂੰ ਪਤਾ ਲੱਗ ਗਿਆ ਕਿ ਕਿਵੇਂ ਤੁਸੀਂ ਕਰ ਰਹੇ ਆ
ਠੀਕ ਹੈ। ਫਿਰ ਆਪਾਂ ਕੀ ਕਰਾਂਗੇ, ਅੱਜ ਆਪਣੇ ਕੋਲ ਸਮਾਂ ਉਸ ਚੀਜ਼ ਦੀ ਹੈ ਨਹੀਂਗਾ, ਆਪਾਂ 2:30 ਵਜੇ ਤੋਂ ਬਾਅਦ ਜਦੋਂ ਮੈਂ ਫ੍ਰੀ ਹੋਊਂਗਾ ਉਦੋਂ ਇੱਕ ਦੋ ਜਾਣੇ ਜਿਹੜੇ ਵੀ ਹੋਏ ਤੁਸੀਂ ਆ ਕੇ ਜਾਂ ਇਸੇ ਕਲਾਸ 'ਚ ਆਪਾਂ ਕਰ ਲਾਂਗੇ, ਜਿਹੜੇ ਬੱਚੇ ਅਵੇਲੇਬਲ ਹੋਏ ਉਸ ਟਾਈਮ ਤੇ ਆਪਾਂ ਡਿਸਕਸ ਕਰਾਂਗੇ ਇਸ ਚੀਜ਼ ਨੂੰ, ਠੀਕ ਹੈ, ਕਿ ਕਿੱਦਾਂ ਕੀਤਾ ਤੇ ਹੁਣ ਇੱਥੇ ਕੀ ਇੰਪਰੂਵਮੈਂਟਸ ਦੀ ਲੋੜ ਆ। ਇਹ ਗੱਲ ਨਹੀਂ ਕਿ ਮੈਂ ਸਟਰਕਚਰ ਦੱਸਤਾ, ਤੁਹਾਨੂੰ ਦੱਸਤਾ ਗ੍ਰਾਮੈਟੀਕਲ ਮਿਸਟੇਕ ਨਾ ਕਰੋ, ਵੋਕੈਬ ਹਿਸਾਬ ਜਿਹਦੀ ਰੱਖੋ, ਠੀਕ ਹੈ। ਆਹ ਸਟਰਕਚਰ ਆ, ਤੁਸੀਂ ਲਿਖਣ ਲੱਗ ਗਏ ਤੁਸੀਂ ਸਾਰਾ ਕੁਝ ਸਹੀ ਕਰੋਗੇ, ਉਹਨੂੰ ਚੈੱਕ ਤਾਂ ਚਲੋ ਮੈਮ ਕਰ ਹੀ ਦੇਣਗੇ, ਠੀਕ ਹੈ, ਤੁਹਾਨੂੰ ਪਤਾ ਲੱਗ ਜੂਗਾ ਕਿੱਥੇ ਗਲਤੀਆਂ ਤੇ ਕਿਵੇਂ ਆ। ਪਰ ਉਹਨੂੰ ਜਿਹਨੂੰ ਜ਼ਿਆਦਾ ਪ੍ਰੋਬਲਮ ਲੱਗੀ ਆ ਆਪਦੇ 'ਚ, ਜਿਹਨੂੰ ਕਿਸੇ ਤਰੀਕੇ ਦੀ ਵੀ ਕਨਫਿਊਜ਼ਨ ਹੋਏਗੀ, ਯਾਰ ਸਰ ਮੇਰੇ ਤਾਂ ਪੱਲੇ ਦਾ ਮੇਰੇ ਪੈ ਗਈ ਸੀ ਗੱਲ, ਪਰ ਲਿਖਣ ਦੇ ਵਿੱਚ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਿੱਧਰ ਨੂੰ ਕੀ ਕਰਤਾ, ਠੀਕ ਹੈ, ਉਹ ਬੱਚਾ ਜ਼ਰੂਰ 2:30 ਵਜੇ ਤੋਂ ਬਾਅਦ ਡਿਸਕਸ ਕਰੇ ਇਸ ਚੀਜ਼ ਨੂੰ। ਮੈਂ ਇੱਥੇ ਬੈਠਾ ਹੋਊਂਗਾ, ਠੀਕ ਹੈ, ਆਪਾਂ ਉਸ ਚੀਜ਼ ਨੂੰ ਡਿਸਕਸ ਕਰਾਂਗੇ। ਆਲਰਾਈਟ, that is good. Everyone ready to write the essay on the same topic? You have the idea, you have the formula, you have the structure, you have the confidence, you have the inspiration. Let's do it. करो start करें।